कह के सऊदी विच फसाया गया वा। उन्हें मेरे पिंड पूछे वीज़ा टिकट मंगवाया, वो कहते तेन उत्थे कुछ भी होंदा मेरी जिम्मेवारी है, मैं तेन वापस मंगवाऊंगी। इत्थे आके मैं फिर ज़्यादा बीमार हो गई, मेरे खून च टाइफाइड सीगा। इत्थे आके फिर मैनू बुखार चढ़न लग गया, मैं बीमार हो गई। हुण मेरे तो 2 लाख रुपया मंगदी वापस मंगवाउण दा। मैं कहनी मेरी सारे वध तो वध हेल्प करन, मैं इंडिया वापस आउणा चाहुंदी हां अपने बच्चों दे विच। ਹਾਂਜੀ ਸਾਨੂੰ ਇੱਥੇ ਪਾਸਪੋਰਟ ਵੀ ਨਹੀਂ ਸਾਡੇ ਦਿੱਤੇ ਜਾਂਦੇ। ਸਾਨੂੰ ਕੰਮ ਵਾਸਤੇ ਬੁਲਾਇਆ ਗਿਆ ਸੀ ਕਿ ਤੁਹਾਨੂੰ ਜੋਬ ਦਿਲਾਵਾਂਗੇ ਮਤਲਬ ਮੌਲ ਵਿੱਚ, ਪਰ ਮੌਲ ਵਿੱਚ ਸਾਨੂੰ ਨਹੀਂ ਲਗਾਇਆ ਜਾਂਦਾ। ਮੋਸਟਲੀ ਨੂੰ ਇਹੀ ਕਹਿ ਕੇ ਲਿਜਾਇਆ ਜਾਂਦਾ ਕਿ ਮੌਲ ਦੇ ਵਿੱਚ ਕੰਮ ਹੈ, ਕਿਸੇ ਨੂੰ ਮੌਲ ਦੇ ਵਿੱਚ ਕੰਮ ਨਹੀਂ ਦਿੰਦੇ। ਸਭ ਨੂੰ ਕੋਸ਼ਿਸ਼ ਕਰਦੇ ਨੇ ਕਿ ਪ੍ਰੋਸਟੀਟਿਊਸ਼ਨ ਦੇ ਵਿੱਚ ਧੱਕੀ ਹੈ। ਜਦੋਂ ਉੱਥੋਂ ਨਹੀਂ ਮੰਨਦੇ ਤਾਂ ਫਿਰ ਉਹਨੂੰ ਭੁੱਖਿਆ ਰੱਖਿਆ ਜਾਂਦਾ, ਕੁੱਟਿਆ ਮਾਰਿਆ ਜਾਂਦਾ, ਕਈ ਦਿਨ ਰੋਟੀ ਨਹੀਂ ਦੇਈ ਜਾਂਦੀ। ਤਾਂ ਰੀਸੈਂਟਲੀ ਆਪਾਂ 2 ਕੁੜੀਆਂ ਛਡਾਈਆਂ, ਦੋਨੋਂ ਕੁੜੀਆਂ ਗੁਰਸਿੱਖ ਸੀਗੀਆਂ। ਉਹਨਾਂ ਦੇ ਸੱਕੇ ਮਾਮੇ ਦੀ ਬੇਟੀ ਨੇ ਉਹਨਾਂ ਨੂੰ ਉੱਥੇ ਬੁਲਾਇਆ ਔਰ ਉੱਥੇ ਬੁਲਾ ਕੇ ਇੱਕ ਪਾਕਿਸਤਾਨੀ ਏਜੰਟ ਨੂੰ ਉਹਨਾਂ ਵੇਚ ਦਿੱਤਾ, ਅੱਗੇ ਵੇਚ ਦਿੱਤਾ। ਸੋ ਦੋਨੋਂ ਗੁਰਸਿੱਖ ਸੀਗੇ, ਉਹਨੂੰ ਪਤਾ ਲੱਗਿਆ ਇਸ ਕੰਮ ਵਾਸਤੇ। ਉਹ ਰਾਤ ਨੂੰ ਮਤਲਬ ਕੰਧ ਟੱਪ ਕੇ ਤੇ ਦੌੜੀਆਂ ਨੇ, ਇੱਕ ਦੇ ਸੱਟ ਵੀ ਲੱਗੀ, ਨੰਗੇ ਪੈਰੀ ਸੀਗੀਆਂ। ਇੰਨਾ ਅਵੇਅਰ ਕਰਨ ਦੇ ਬਾਵਜੂਦ ਫਿਰ ਵੀ ਉੱਥੇ ਜਾਣਾ ਔਰ ਉੱਥੇ ਜਾ ਕੇ ਫਸ ਜਾਣਾ, ਫਿਰ ਰੋਣਾ, ਫਿਰ ਮਦਦ ਮੰਗਣੀ, ਇਹ ਕਿੱਥੇ ਤੱਕ ਜਾਇਜ਼ ਲੱਗਦਾ ਤੁਹਾਨੂੰ? ਜੋ ਲੋਕਲ ਟੀਵੀ ਚੈਨਲ ਚੱਲਦੇ ਨੇ ਉਹਦੇ ਨੀਚੇ ਇੱਕ ਹਮੇਸ਼ਾ ਇੱਕ ਸਕਰੋਲ ਹੁੰਦੀ ਰਹਿੰਦੀ ਹੈ। ਸੋ ਉਹਦੇ ਵਿੱਚ ਲਿਖਿਆ ਹੁੰਦਾ ਕਿ ਫਲਾਨੀ ਕੰਟਰੀ ਜਾਓ, ਰਹਿਣਾ ਖਾਣਾ ਪੀਣਾ ਫ੍ਰੀ ਹੈ। ਫਿਰ ਜਿਹੜੀਆਂ ਸਾਡੀਆਂ ਹਾਊਸ ਵਾਈਫਸ ਹੈਗੀਆਂ ਨੇ ਉਹ ਜਦੋਂ ਦੇਖਦੀਆਂ ਨੇ ਕਿ ਦੇਖੋ ਕਿੰਨਾ ਵਧੀਆ ਆਫਰ ਹੈ, ਬਈ ਖਾਣਾ ਪੀਣਾ ਰਹਿਣਾ ਵੀ ਫ੍ਰੀ ਹੈ ਅਤੇ 30 40 50 ਹਜ਼ਾਰ ਤਨਖਾਹ ਵੀ ਹੈ, ਮੌਲ ਦੇ ਵਿੱਚ ਕੰਮ ਕਰਨਾ, ਲੇਕਿਨ ਐਸਾ ਹੁੰਦਾ ਕੁਛ ਨਹੀਂ ਹੈ। ਲੇਕਿਨ ਮੋਸਟ ਆਫ ਕੇਸਿਸ ਦੇ ਵਿੱਚ ਜਿਹੜੀਆਂ ਅਖਬਾਰਾਂ ਦੇ ਲਾਸਟ ਵਾਲੇ 2-3 ਪੇਜਾਂ 'ਤੇ ਜਿਹੜੇ ਲਿਖਿਆ ਹੁੰਦਾ ਹੈ ਜਾਓ ਜੀ ਕੈਨੇਡਾ ਦਾ ਵਰਕ ਪਰਮਿਟ ਦਿਸ ਔਰ ਦੈਟ, ਉਹ ਮੋਸਟਲੀ ਫੇਕ ਔਰ ਫਰੋਡ ਹੀ ਹੁੰਦਾ ਹੈ। ਬਹੁਤ ਸਾਰੇ ਕੇਸਿਸ ਇੱਦਾਂ ਦੇ ਵੀ ਹੁੰਦੇ ਹੋਣਗੇ ਕਿ ਉੱਥੋਂ ਤੁਸੀਂ ਰੈਸਕਿਊ ਕਰਵਾ ਦਿੰਦੇ ਹੋ ਕੁੜੀਆਂ ਨੂੰ ਮੁੰਡਿਆਂ ਨੂੰ, ਇੱਥੇ ਆ ਕੇ ਉਹ ਤੁਹਾਡਾ ਥੈਂਕਸ ਵੀ ਨਹੀਂ ਕਰਦੇ। ਅਸੀਂ ਇਹ ਨਹੀਂ ਚਾਹੁੰਦੇ ਕਿ ਕੋਈ ਡੇਲੀ ਉੱਠ ਕੇ ਸਾਨੂੰ ਸਲੂਟ ਮਾਰੇ, ਲੇਕਿਨ ਐਟਲੀਸਟ ਇੱਦਾਂ ਵੀ ਨਹੀਂ ਹੋਣਾ ਚਾਹੀਦਾ ਕਿ ਅਸੀਂ ਤੁਹਾਡੀ 2-2 3-3 4-4 ਮਹੀਨੇ ਹੈਲਪ ਕਰ ਰਹੇ ਹਾਂ ਜਾਂ ਕਈ ਸਾਲ ਹੈਲਪ ਕਰਕੇ ਕੈਨੇਡਾ ਤੱਕ ਪਹੁੰਚਣ 'ਚ ਹੈਲਪ ਕਰ ਰਹੇ ਹਾਂ ਅਤੇ ਤੁਸੀਂ ਕੈਨੇਡਾ ਪਹੁੰਚ ਕੇ ਬਲੌਕ ਕਰ ਦਿਓ ਜਾਂ ਇੰਡੀਆ ਉਤਰਦੇ ਹੀ ਤੁਸੀਂ ਬਲੌਕ ਕਰ ਦਿਓ। 8-10 ਜਾਂ 20 ਬੰਦੇ ਜਾਂ 50 ਬੰਦੇ 200 2000 3000 ਬੰਦਾ ਜੁੜਿਆ ਹੁੰਦਾ ਜਿਨ੍ਹਾਂ ਨੇ ਪੂਰਾ ਇੱਕ ਤੁਹਾਡੇ ਵਾਸਤੇ ਕੈਂਪੇਨ ਚਲਾਇਆ ਹੁੰਦਾ। ਤੁਸੀਂ ਕੈਨੇਡਾ ਪਹੁੰਚ ਕੇ ਜਾਂ ਇੰਡੀਆ ਪਹੁੰਚ ਕੇ ਜਦੋਂ ਉੱਥੋਂ ਨਿਕਲ ਆਉਂਦੇ ਹੋ ਉੱਥੇ ਅਗਲੇ ਦਿਨ ਤੁਸੀਂ ਇੱਥੇ ਆ ਕੇ ਬਲੌਕ ਕਰ ਦਿੰਦੇ ਹੋ, ਉਹਦੇ ਨਾਲ ਪੂਰੀ ਟੀਮ ਦਾ ਹੌਸਲਾ ਟੁੱਟਦਾ ਹੈ। ਸਾਡੇ ਨਾਲ ਐਸੇ ਕੇਸ ਹੋਏ ਨੇ ਕਿ ਉੱਧਰੋਂ ਚੜ੍ਹਾਉਣੇ ਵਾਲੇ ਅਸੀਂ ਲੋਕ ਹਾਂ, ਸਾਡੇ ਗਰੁੱਪ ਮੈਂਬਰਸ ਨੇ। ਇੱਥੇ ਜਦੋਂ ਉਤਰਨਾ ਸਾਡੇ ਨਾਲ ਕੋਆਰਡੀਨੇਸ਼ਨ ਚੱਲ ਰਿਹਾ ਉਹਨਾਂ ਦਾ ਕਿ ਅਸੀਂ ਉਤਰਨਾ, ਉਹ ਦੂਸਰੇ ਗੇਟ ਤੋਂ ਉਤਰ ਕੇ ਅਤੇ ਆਪਣੇ ਹੋਰ ਲੋਕਾਂ ਨਾਲ ਬੈਠ ਕੇ ਨਿਕਲ ਜਾਂਦੇ ਆ। ਤਾਂ ਕੋਈ ਅਰਬੀ ਨੂੰ ਤੁਸੀਂ ਜਾ ਕੇ ਕਹਿੰਦੇ ਹੋ ਕਿ ਆਹ ਕੁੜੀ ਜਾਂ ਇਹ ਲੇਡੀਜ਼ ਜੋ ਹੈ ਇਹ ਤੂੰ ਮਤਲਬ ਇਹਨੂੰ ਕੈਪਟੀਵਿਟੀ ਦੇ ਵਿੱਚ ਰੱਖਿਆ ਹੋਇਆ, ਅਸੀਂ ਚਾਹੁੰਦੇ ਹਾਂ ਕਿ ਤੂੰ ਇਹਨੂੰ ਛੱਡ ਦੇ। ਉਹ ਕਹਿੰਦਾ ਕਿ ਮੈਂ 2 ਸਾਲ ਵਾਸਤੇ ਪੈਸਾ ਪੇ ਕੀਤਾ, ਤੁਸੀਂ ਪੈਸੇ ਦਿਓ ਲੈ ਜਾਓ। ਹੁਣ ਉਹ ਬਹੁਤ ਹਿਊਜ ਅਮਾਊਂਟ ਹੁੰਦਾ ਹੈ। ਸੋ ਅਸੀਂ ਕਈ ਵਾਰ ਉਹ ਪੈਸਾ ਪੇ ਕਰਕੇ ਉਹਨਾਂ ਦਾ ਪਾਸਪੋਰਟ ਉੱਥੋਂ ਕਢਵਾ ਕੇ ਆਪਣੀ ਜੇਬ 'ਚੋਂ ਟਿਕਟ ਲਗਾ ਕੇ ਉੱਥੋਂ ਧੀਆਂ ਭੈਣਾਂ ਨੂੰ ਚੜ੍ਹਾਉਂਦੇ ਹਾਂ ਔਰ ਫਿਰ ਬਹੁਤ ਦੁੱਖ ਲੱਗਦਾ ਕਿ ਇੱਥੇ ਪਹੁੰਚਦੇ ਹੀ ਜਾਂ ਤਾਂ ਅਗਲੇ ਦਿਨ ਬਲੌਕ ਕਰ ਜਾਂਦੀਆਂ ਜਾਂ ਅਗਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਭੈਣ ਜੀ ਬਈ ਤੁਸੀਂ ਉੱਥੇ ਕਹਿੰਦੇ ਸੀ ਕਿ ਮੈਂ ਜਾ ਕੇ ਮੀਡੀਆ ਸਾਹਮਣੇ ਜਾਊਂਗੀ, ਸਾਰਿਆਂ ਨੂੰ ਕਹੂੰਗੀ, ਸਾਰੀ ਧੀਆਂ ਭੈਣਾਂ ਨੂੰ ਅਵੇਅਰ ਕਰਾਂਗੀ ਕਿ ਬਈ ਕਿਸੇ ਵੀ ਅਰਬ ਕੰਟਰੀ 'ਚ ਨਹੀਂ ਜਾਣਾ ਚਾਹੀਦਾ। ਹੁਣ ਕਹਿੰਦੇ ਨਹੀਂ ਜੀ ਮੈਂ ਨਹੀਂ ਆ ਸਕਦਾ। ਉਹ 4.5 ਮਹੀਨੇ 6 ਮਹੀਨੇ ਲਗਾ ਕੇ ਅਸੀਂ ਘਰ ਬਣਾਇਆ ਔਰ ਘਰ ਬਣਨ ਤੋਂ ਬਾਅਦ ਜਦੋਂ ਸਾਰਾ ਮੀਡੀਆ ਗਿਆ ਉਸ ਦਿਨ ਜਿਸ ਦਿਨ ਇਨੈਗੂਰੇਸ਼ਨ ਸੀਗਾ, ਮੇਰੇ ਪੇਰੈਂਟਸ ਵੀ ਗਏ ਸੀਗੇ। ਸੋ ਮੀਡੀਆ ਨੇ ਉਹਨੂੰ ਪੁੱਛਿਆ ਕਿ ਹਾਂ ਤੁਸੀਂ ਹੁਣ ਠੀਕ ਹੋ, ਖੁਸ਼ ਹੋ, ਤੁਹਾਡਾ ਪੂਰਾ ਵਧੀਆ ਇੰਨਾ ਵਧੀਆ ਤੁਹਾਨੂੰ ਕੋਠੀ ਬਣਾ ਦਿੱਤੀ ਤੁਹਾਨੂੰ। ਅਤੇ ਜਦੋਂ ਮੀਡੀਆ ਨੇ ਪੁੱਛਿਆ ਕਿ ਹਾਂ ਜੀ ਹੁਣ ਤੁਸੀਂ ਖੁਸ਼ ਹੋ, ਅਤੇ ਉਸ ਬੰਦੇ ਦਾ ਅੱਗੋਂ ਜਵਾਬ ਸੀਗਾ ਜੀ ਮੇਰੀ ਕੋਠੇ 'ਤੇ ਟੈਲਾਂ ਨਹੀਂ ਲਗਾ ਕੇ ਦਿੱਤੀਆਂ। ਤੁਸੀਂ ਸੋਚੋ ਕਿ ਅਸੀਂ 8 ਮਹੀਨੇ ਪੂਰੀ ਦੁਨੀਆ ਤੋਂ ਇੱਕ ਪੈਸਾ ਜਮ੍ਹਾਂ ਕਰਕੇ ਅਤੇ ਇੱਕ ਅਪਾਹਿਜ ਜੋੜੇ ਵਾਸਤੇ ਘਰ ਬਣਾਇਆ ਔਰ ਉਹਨਾਂ ਨੇ ਮੀਡੀਆ 'ਤੇ ਇਹ ਗੱਲ ਕਹਿ ਦਿੱਤੀ ਕਿ ਦੇਖੋ ਜੀ ਸਾਡੇ ਕੋਠੇ 'ਤੇ ਟੈਲਾਂ ਨਹੀਂ ਲਗਾ ਕੇ ਦਿੱਤੀਆਂ। ਹੁਣ ਸ਼ੁਕਰ ਕਰਨ ਦੀ ਬਜਾਏ ਕਿ ਸਾਨੂੰ ਛੱਤ ਮਿਲ ਗਈ ਸੀ। ਅਕਿਰਤ ਘਣਤਾ ਜਿਹੜੀ ਹੈ ਨਾ ਉਹ ਸਾਡੇ ਵਿੱਚ ਕੁੱਟ ਕੇ ਭਰੀ ਹੋਈ ਹੈ ਜੀ। ਅਸੀਂ ਅਕਿਰਤ ਘਣ ਲੋਕ ਹਾਂ। ਹੁਣ ਅਸੀਂ ਪਿੱਛੇ ਜੀ ਇੱਕ ਪਾਕਿਸਤਾਨੀ ਏਜੰਟ ਸੀਗਾ, ਉਹਨੇ ਸਾਨੂੰ ਚੈਲੰਜ ਕੀਤਾ ਕਿ 10 ਕੁੜੀਆਂ ਦੇ ਵੀਜ਼ੇ ਲੱਗੇ ਹੋਏ ਨੇ ਪੰਜਾਬ ਤੋਂ, ਪੰਜਾਬ ਦੀ ਕੁੜੀਆਂ ਮੈਂ ਲੈ ਕੇ ਆਇਆ, ਤੁਸੀਂ ਰੋਕ ਕੇ ਦਿਖਾਓ। ਉਹ 10 ਕੁੜੀਆਂ ਵੀ ਅਸੀਂ ਲੱਭ ਲਈਆਂ, ਉਹਨਾਂ ਨਾਲ ਕੰਟੈਕਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਸਾਡੇ 'ਤੇ ਵੀਜ਼ੇ ਲੱਗੇ ਨਾ ਅਸੀਂ ਜਾਣਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਲੋਕ ਵੀ ਨਹੀਂ ਹਟਦੇ, ਅਵੇਅਰ ਕਰਨ ਦੇ ਬਾਵਜੂਦ ਵੀ ਨਹੀਂ ਹਟਦੇ। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਅੱਜ ਡੇਲੀ ਪੋਸਟ ਪੰਜਾਬੀ ਦੇ ਵਿਹੜੇ ਇੱਕ ਅਜਿਹੀ ਸ਼ਖਸੀਅਤ ਪਹੁੰਚੀ ਹੋਈ ਹੈ ਜਿਨ੍ਹਾਂ ਨੂੰ ਅਨੇਕਾਂ ਲੋਕ ਰੱਬ ਦਾ ਰੂਪ ਮੰਨਦੇ ਨੇ। ਕੋਈ ਇਹਨਾਂ ਨੂੰ ਰੱਬ ਦਾ ਬੰਦਾ ਕਹਿੰਦਾ, ਕੋਈ ਮਸੀਹਾ ਕਹਿੰਦਾ ਹੈ, ਕਿਉਂਕਿ ਹਜ਼ਾਰਾਂ ਲੋਕਾਂ ਦੀ ਮਦਦ ਕਰਨ ਤੋਂ ਬਾਅਦ ਹਜ਼ਾਰਾਂ ਧੀਆਂ ਨੂੰ, ਹਜ਼ਾਰਾਂ ਪੁੱਤਾਂ ਨੂੰ ਗਲਫ ਕੰਟਰੀਜ਼ ਚੋਂ, ਨਰਕ ਚੋਂ ਕੱਢ ਕੇ ਆਪਣੇ ਘਰ ਪਹੁੰਚਾਇਆ ਇਹਨਾਂ ਨੇ। ਤੇ ਅੱਜ ਗੱਲਬਾਤ ਕਰਾਂਗੇ। ਹਰਨੇਕ ਸਿੰਘ ਰੰਧਾਵਾ ਸਾਡੇ ਸਾਹਮਣੇ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਜੀ ਡੇਲੀ ਪੋਸਟ ਪੰਜਾਬੀ 'ਚ ਤੁਹਾਡਾ। ਹਰਨੇਕ ਜੀ,
ਅਸੀਂ ਜਿੱਦਾਂ ਕਿਹਾ ਕਿ ਬਹੁਤ ਸੁਣਿਆ ਤੁਹਾਡੇ ਬਾਰੇ, ਤੁਸੀਂ ਬਹੁਤ ਸਾਰੇ ਬੱਚਿਆਂ ਨੂੰ, ਧੀਆਂ ਨੂੰ, ਪੁੱਤਾਂ ਨੂੰ ਉਹਨਾਂ ਦੇ ਘਰ ਪਹੁੰਚਾਇਆ। ਜਦੋਂ ਨਰਕ 'ਚ ਪਹੁੰਚ ਗਏ ਸਨ ਤਾਂ ਨਰਕ 'ਚ ਜਾ ਕੇ ਯਾਦ ਆਈ ਕਿ ਕੋਈ ਹਰਨੇਕ ਸਿੰਘ ਰੰਧਾਵਾ ਨੇ ਜਿਨ੍ਹਾਂ ਨੇ ਸਾਡੀ ਮਦਦ ਕਰਨੀ ਹੈ ਤਾਂ ਸ਼ਾਇਦ ਨਰਕ ਤੋਂ ਕੱਢ ਕੇ ਮੁੜ ਤੋਂ ਆਪਣੇ ਘਰ, ਆਪਣੇ ਪਿੰਡ ਪਹੁੰਚਾ ਸਕਦੇ ਨੇ। ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਆਪ ਹਰਿਆਣਾ ਦੇ ਰਹਿਣ ਵਾਲੇ ਹੋ, ਤੁਸੀਂ ਵਿਦੇਸ਼ ਕਦੋਂ ਪਹੁੰਚੇ? ਸਮੇਸ਼ ਜੀ, ਸਭ ਤੋਂ ਪਹਿਲਾਂ ਆਪ ਜੀ ਦਾ ਧੰਨਵਾਦ ਔਰ ਡੇਲੀ ਪੋਸਟ ਪੰਜਾਬੀ ਦਾ ਦਿਲੋਂ ਧੰਨਵਾਦ ਹੈ। ਤੁਸੀਂ ਟਾਈਮ ਦਿੱਤਾ, ਮੌਕਾ ਦਿੱਤਾ, ਉਹਦੇ ਵਾਸਤੇ ਆਪ ਜੀ ਦਾ ਸ਼ੁਕਰੀਆ। ਐਕਚੁਅਲੀ ਮੇਰੀ ਇੱਕ ਬਹੁਤ ਲੰਬੀ ਚੌੜੀ ਹਿਸਟਰੀ ਹੈ। ਮੈਂ ਕਾਫੀ ਲੰਬੇ ਟਾਈਮ ਤੋਂ ਬਾਹਰ ਹਾਂ, ਆਲਮੋਸਟ ਸੰਨ 2000 ਤੋਂ, ਹੁਣ 21ਵਾਂ ਸਾਲ ਚੱਲ ਰਿਹਾ। ਇੰਨਾ ਮਤਲਬ ਜ਼ਿਆਦਾਤਰ ਜਿਹੜਾ ਮੇਰਾ ਟਾਈਮ ਹੈ ਬਾਹਰਲੀ ਕੰਟਰੀਜ਼ ਦੇ ਵਿੱਚ ਹੀ ਜ਼ਿਆਦਾ ਬਤੀਤ ਹੋਇਆ। ਹੁਣ ਵੀ ਕੈਨੇਡਾ ਤੋਂ ਮੈਂ 3 ਸਾਲ ਬਾਅਦ ਆਇਆ। ਲੇਕਿਨ ਜਿਹੜਾ ਇਹ ਆਪਾਂ ਰੈਸਕਿਊ ਵਾਲਾ ਜਿਹੜਾ ਕਨਸੈਪਟ ਹੈ, ਮੋਸਟਲੀ ਜਿਹਨਾਂ ਨੂੰ ਆਪਾਂ ਮਤਲਬ ਵਧੀਆ ਕੰਟਰੀਜ਼ ਕਹਿੰਦੇ ਹਾਂ, ਵੱਡੀਆਂ ਕੰਟਰੀਆਂ ਕਹਿੰਦੇ ਹਾਂ, ਉਹਨਾਂ ਵਿੱਚ ਇਹ ਚੀਜ਼ ਜਿਹੜੇ ਹਿਊਮਨ ਟ੍ਰੈਫਿਕਿੰਗ ਹੈ ਆਲਮੋਸਟ ਨਾ ਬਰਾਬਰ ਹੈ, ਬਹੁਤ ਘੱਟ ਹੈ। ਲੇਕਿਨ ਅਗਰ ਆਪਾਂ ਕੰਪੈਰੀਜ਼ਨ ਕਰੀਏ ਗਲਫ ਨਾਲ, ਤਾਂ ਸਭ ਤੋਂ ਜ਼ਿਆਦਾ ਜਿਹੜੇ ਕੇਸਿਸ ਨੇ ਉਹ ਸਾਊਦੀ ਅਰਬ ਔਰ ਦੁਬਈ ਤੋਂ ਆਉਂਦੇ ਹੈ। ਫਿਰ ਚਾਹੇ ਕਤਰ ਹੋਵੇ, ਕੁਵੈਤ ਹੋਵੇ, ਓਮਾਨ, ਬਹਿਰੀਨ, ਸਾਊਦੀ ਅਰਬ, ਇਹ ਸਾਰੀਆਂ ਜਿੰਨੀਆਂ ਵੀ ਗਲਫ ਦੀ ਕੰਟਰੀਜ਼ ਨੇ, ਇਹਨਾਂ 'ਚੋਂ ਸਭ ਤੋਂ ਜ਼ਿਆਦਾ ਕੇਸਿਸ ਆਉਂਦੇ ਆ। ਔਰ ਜਦੋਂ ਆਪਾਂ 2014 ਤੋਂ ਰੈਸਕਿਊ ਆਪਰੇਸ਼ਨ ਸ਼ੁਰੂ ਕੀਤੇ ਸੀਗੇ, ਉਸ ਦੌਰਾਨ ਜੋ ਆਪਾਂ ਕੁਝ ਵੀਡੀਓ ਪਾਈਆਂ, ਸੋ ਜਦੋਂ ਵੀ ਕੋਈ ਫਸਦਾ ਤੇ ਉਹ YouTube, ਤੁਹਾਨੂੰ ਪਤਾ ਅੱਜ ਕੱਲ੍ਹ ਫੋਨ ਹਰ ਬੰਦੇ ਕੋਲ ਹੈ, YouTube ਤੇ ਸਰਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਪਤਾ ਕੋਈ ਸਾਡੇ ਤੋਂ ਪਹਿਲਾਂ ਫਸਿਆ ਹੋਇਆ, ਕੋਈ ਲਿੰਕ ਹੋਵੇ। ਸੋ ਮੋਸਟਲੀ ਸਾਡੇ ਵੀਡੀਓਜ਼ ਆਉਂਦੇ ਆ। ਸੋ ਜਦੋਂ ਸਾਡੇ ਵੀਡੀਓਜ਼ ਆਉਂਦੇ ਆ, ਹਰ ਵੀਡੀਓ ਦੇ ਨਾਲ ਮੇਰਾ ਨਾਮ ਹੈ, ਜਿਹੜਾ ਸਾਡਾ ਚੈਨਲ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ, ਉਹਦੇ 'ਤੇ ਉਹ ਜਾ ਕੇ ਸਰਚ ਕਰਦੇ ਆ। ਫਿਰ ਹੋਰ ਵੀਡੀਓਜ਼ ਐਕਸਪਲੋਰ ਹੁੰਦੇ ਆ, ਤਾਂ ਫਿਰ ਉਹ ਨੰਬਰ ਦੇ ਥਰੂ ਜਾਂ ਜਿਹੜੇ ਸਾਡੇ ਉਹਨਾਂ ਕੰਟਰੀਜ਼ ਦੇ ਵਿੱਚ ਜਿਹੜੇ ਸਾਡਾ ਇੰਡੀਵਿਜੂਅਲ ਗਰੁੱਪ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ ਦਾ, ਉਹਨਾਂ ਦੇ ਜਿਹੜੇ ਅੱਗੇ ਵੀਰ ਨੇ ਜਿਹੜੇ ਉਹ ਗਰੁੱਪ ਹੈਂਡਲ ਕਰਦੇ ਨੇ, ਉਹਨਾਂ ਦੇ ਸੰਪਰਕ 'ਚ ਆਉਂਦੇ ਨੇ। ਅਤੇ ਉਹਦੇ ਬਾਅਦ ਫਿਰ ਇੱਕ ਸਿਲਸਿਲਾ ਸ਼ੁਰੂ ਹੁੰਦਾ, ਆਪਾਂ ਕੋਆਰਡੀਨੇਟ ਕਰਦੇ ਹਾਂ ਸਾਰੇ ਰਲ ਮਿਲ ਕੇ ਕਿ ਕਿੱਦਾਂ ਕਿਸੇ ਜੋ ਧੀ ਭੈਣ ਬਾਹਰ ਫਸੀ ਹੈ ਉਹਨੂੰ ਆਪਾਂ ਕਿੱਦਾਂ ਰੈਸਕਿਊ ਕਰ ਸਕਦੇ। ਗਲਫ ਕੰਟਰੀਜ਼ ਦੇ ਵਿੱਚ ਧੀਆਂ ਦਾ ਕੀ ਹਾਲ ਹੁੰਦਾ ਹੈ, ਪੁੱਤਾਂ ਦਾ ਕੀ ਹਾਲ ਹੁੰਦਾ ਹੈ? ਕਿਉਂਕਿ ਮੈਂ ਬਹੁਤ ਸਾਰੀਆਂ, ਅਸੀਂ ਤੁਹਾਡੇ ਨਾਲ ਜਦੋਂ ਰਾਬਤਾ ਕਾਇਮ ਹੁੰਦਾ ਰਿਹਾ, ਤੁਸੀਂ ਦੱਸਿਆ ਕਿ ਫਲਾਣੀ ਥਾਂ ਤੋਂ ਅਸੀਂ ਰੈਸਕਿਊ ਕਰਕੇ ਕੁੜੀ ਪੰਜਾਬ ਪਹੁੰਚਾਈ ਹੈ। ਅਸੀਂ ਜਦੋਂ ਗੱਲਬਾਤ ਕੀਤੀ ਹੈ ਤਾਂ ਉਹ ਦੱਸਦੀਆਂ ਸੀ ਕਿ ਰਿਪੀਟਿਡ ਟਾਈਮਸ ਜਿਹੜਾ ਮਤਲਬ ਅਟੈਂਪਟਸ ਕੀਤੇ ਗਏ ਰੇਪ ਦੇ, ਜਾਂ ਮੈਂਟਲੀ ਇੰਨਾ ਜ਼ਿਆਦਾ ਹਰਾਸ ਕੀਤਾ ਜਾਂਦਾ ਸੀ। ਦਿਨ 'ਚ ਇੱਕ ਵਾਰ ਇੱਕ ਰੋਟੀ ਦਿੱਤੀ ਜਾਂਦੀ ਸੀ, ਸ਼ਾਇਦ ਕਦੇ ਉਹ ਵੀ ਨਹੀਂ ਮਿਲਦੀ ਸੀ, ਕੁੱਟਿਆ ਜਾਂਦਾ ਹੈ, ਮਾਰਿਆ ਜਾਂਦਾ ਹੈ। ਤਾਂ ਉਹ ਕਹਾਣੀ ਅਸੀਂ ਜਾਣਨਾ ਚਾਹੁੰਦੇ ਹਾਂ। ਜਿੱਦਾਂ ਮੈਂ ਵੀ ਕਾਫੀ ਲੰਬਾ ਟਾਈਮ ਐਕਚੁਅਲੀ ਅਫਰੀਕਾ ਦੇ ਵਿੱਚ, ਲੀਬੀਆ ਦੇ ਵਿੱਚ ਰਿਹਾ। ਸੋ ਬਹੁਤ ਨਜ਼ਦੀਕ ਤੋਂ ਇਹਨਾਂ ਲੋਕਾਂ ਨੂੰ ਜਾਂ ਇਹਨਾਂ ਲੋਕਾਂ ਦੀ ਜੋ ਸਾਈਕੀ ਹੈ ਉਹ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਜਿੱਦਾਂ ਮੈਂ ਜੋ ਆਪਣਾ ਉੱਥੇ ਰਹਿ ਕੇ ਜੋ ਮਹਿਸੂਸ ਕੀਤਾ, ਜਿੱਦਾਂ ਇੱਥੇ ਸਾਡੇ ਦਾਜ ਦੇਣ ਦੀ ਪ੍ਰਥਾ ਹੈ, ਪੁਰਾਣੇ ਟਾਈਮਾਂ ਦੇ ਵਿੱਚ ਇਹਨਾਂ ਲੋਕਾਂ ਦੇ ਵਿੱਚ ਗੁਲਾਮ ਦਿੱਤੇ ਜਾਂਦੇ ਸੀ ਕਿ ਜਿੱਦਾਂ ਧੀ ਦਾ ਵਿਆਹ ਹੋਇਆ ਨਾਲ ਗੁਲਾਮ ਦਿੱਤੇ, ਉਹ ਸਾਰੀ ਉਮਰ ਉਹਨਾਂ ਦੇ ਕੰਮ ਕਰਨ। ਲੇਡੀਜ਼ ਵੀ ਹੁੰਦੇ ਸੀ, ਜੈਂਟਸ ਵੀ ਹੁੰਦੇ ਸੀ, ਇਹ ਪੁਰਾਣੀ ਪ੍ਰਥਾ ਹੈ ਇਹਨਾਂ ਦੀ। ਸੋ ਉਹ ਟਾਈਮ ਤਾਂ ਨਿਕਲ ਗਿਆ, ਲੇਕਿਨ ਅਜੇ ਵੀ ਇਹਨਾਂ ਦੇ ਵਿੱਚੋਂ ਜਿਹੜਾ ਦੂਸਰੇ ਨੂੰ ਆਪਣਾ ਗੁਲਾਮ ਸਮਝਣ ਦੀ ਜਿਹੜੀ ਉਹ ਸਾਈਕੀ ਹੈ ਉਹ ਅਜੇ ਮੌਜੂਦ ਹੈ। ਸੋ ਕੁਝ ਇਹਨਾਂ ਕੋਲ ਪੈਸਾ ਹੈ ਜੋ, ਕਿਉਂਕਿ ਪੋਪੂਲੇਸ਼ਨ ਘੱਟ ਹੈ, ਪੈਸਾ ਬੇਸ਼ੁਮਾਰ ਹੈ, ਸੋ ਹਰ ਚੀਜ਼ ਨੂੰ ਅਫੋਰਡ ਕਰਦੇ ਆ, ਵੱਡੀਆਂ ਗੱਡੀਆਂ, ਕਾਰਾਂ, ਹਰ ਚੀਜ਼ ਰੱਖਣੀ। ਸੋ ਉੱਥੇ ਜਿਹੜੀ ਪ੍ਰੋਬਲਮ ਹੈ ਉਹ ਮੈਨ ਪਾਵਰ ਦੀ ਹੈ। ਸੋ ਤੁਸੀਂ ਹਿਸਾਬ ਲਗਾ ਲਓ ਕਿ ਆਲਮੋਸਟ ਲੱਖਾਂ ਦੇ ਵਿੱਚ ਜਿਹੜੀ ਸਾਡੇ ਮੁੰਡੇ ਔਰ ਕੁੜੀਆਂ ਨੇ ਜਿਹੜਿਆਂ ਨੂੰ ਗਲਫ ਰੀਜਨ ਦੇ ਵਿੱਚ ਕੰਮ ਕਰਦੇ ਆ। ਸੋ ਜਦੋਂ ਕੁੜੀਆਂ ਦੀ ਗੱਲ ਆਉਂਦੀ, 1 ਮਿੰਟ ਵਾਸਤੇ ਆਪਾਂ ਮੁੰਡੇ ਦੀ ਅਗਰ ਗੱਲ 1 ਮਿੰਟ ਵਾਸਤੇ ਸਾਈਡ ਰੱਖਦੀ, ਕਿ ਹਾਲਾਂਕਿ ਐਕਸਪਲੋਇਟੇਸ਼ਨ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਹੁੰਦਾ। ਮਤਲਬ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਹੱਟੇ ਕੱਟੇ 6-6 ਫੁੱਟ ਦੇ ਮੁੰਡੇ ਰੋਣ ਲੱਗੇ ਹੁੰਦੇ ਕਿ ਸਾਨੂੰ ਇੱਥੋਂ ਕਢਾ ਲਓ। ਅਤੇ ਤੁਸੀਂ ਇਹ ਦੇਖੋ ਕਿ ਜਦੋਂ ਐਡੇ ਹੱਟੇ ਕੱਟੇ ਨੌਜਵਾਨ ਮੁੰਡੇ ਉੱਥੇ ਜਾ ਕੇ ਰੋਣ ਲੱਗ ਜਾਂਦੇ ਹੈ, ਅਤੇ ਕੁੜੀਆਂ ਦਾ ਕੀ ਹਾਲ ਹੁੰਦਾ ਹੈਗਾ ਜਿਨ੍ਹਾਂ ਨੂੰ ਕੋਈ ਐਕਸੈਸ ਹੀ ਨਹੀਂ ਹੈ। ਅੱਛਾ, ਫਿਰ ਉਹਨਾਂ ਦੇ ਘਰ ਵੀ ਜਿਹੜੇ ਨਾ ਉਹ ਕਿਲੇ ਨੁਮਾ ਹੁੰਦੇ ਨੇ, ਵੱਡੇ ਘਰ ਹੁੰਦੇ ਨੇ, ਜਿੱਥੇ ਕੋਈ ਮਤਲਬ ਜਿਹਨੂੰ ਕਹਿ ਸਕਦੇ ਹੋ ਕਿ ਚਿੜੀ ਵੀ ਪਰ ਨਹੀਂ ਮਾਰਦੀ। ਉੱਥੇ ਧੀਆਂ ਭੈਣਾਂ ਦਾ ਜਾ ਕੇ ਰਹਿਣਾ, ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਸਾਡਾ ਉਹਨਾਂ ਨਾਲ ਕੁਝ ਨਹੀਂ ਮਿਲਦਾ, ਨਾ ਸਾਡਾ ਲਿਬਾਸ ਮਿਲਦਾ, ਨਾ ਸਾਡੀ ਗੱਲਬਾਤ ਮਿਲਦੀ ਉਹਨਾਂ ਨਾਲ, ਨਾ ਸਾਡੀ ਬੋਲਚਾਲ ਮਿਲਦੀ ਹੈ, ਨਾ ਹੀ ਸਾਡਾ ਖਾਣ ਪਾਣ। ਇਹ 2-3 ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੱਕ ਦੂਜੇ ਨਾਲ ਲਿੰਕ ਬਣਾਉਂਦੀਆਂ ਨੇ। ਸੋ ਅਸੀਂ ਸਿਰਫ ਉੱਥੇ ਰੋਜ਼ਗਾਰ ਦੇ ਚਲਦਿਆਂ ਜਾਂਦੇ ਹਾਂ। ਉਹ ਵੀ ਰੀਜ਼ਨ ਇਹ ਹੈ ਕਿ ਨਿਕੰਮੀਆਂ ਸਰਕਾਰਾਂ, ਇਹਨਾਂ ਨੇ ਇੰਨਾ ਕੁ ਜੋ ਹੈ ਨਾ ਮਤਲਬ ਸਾਡੇ ਲੋਕਾਂ ਨੂੰ ਨੀਚੇ ਲਗਾ ਦਿੱਤਾ ਕਿ ਇਹਨਾਂ ਨੂੰ ਕਿਸੇ ਟਾਈਮ ਤੁਸੀਂ ਦੇਖੋ ਕਿ ਬਾਹਰੋਂ ਇੱਥੇ ਲੋਕ ਕੰਮ ਕਰਨ ਆਉਂਦੇ ਸੀ, ਅੱਜ ਦੀ ਡੇਟ ਇਹ ਹੋ ਗਈ ਆ ਕਿ ਸਾਡੀਆਂ ਧੀਆਂ ਭੈਣਾਂ ਨੂੰ ਖੁਦ ਜਾ ਕੇ, ਇੱਕ ਟਾਈਮ ਮੁਗਲ ਚੁੱਕ ਕੇ ਲੈ ਕੇ ਜਾਂਦੇ ਸੀ, ਅਸੀਂ ਛੁਡਾ ਕੇ ਲੈ ਕੇ ਆਉਂਦੇ ਸੀ, ਅੱਜ ਇਹਨਾਂ ਨੂੰ ਖੁਦ ਉਹਨਾਂ ਕੋਲ ਜਾਣਾ ਪੈਂਦਾ। ਸੋ ਇਹ ਤਰਾਸਦੀ ਹੈ ਸਾਡੇ ਰਾਜਨੀਤਿਕ ਸਿਸਟਮ ਦੀ। ਲੇਕਿਨ ਇਹ ਹੈ ਕਿ ਜੋ ਉੱਥੇ ਕੁੜੀਆਂ ਦੇ ਹਾਲਾਤ ਹੁੰਦੇ ਨੇ, ਮੈਨੂੰ ਲੱਗਦਾ ਕੋਈ 1-2 ਸਾਲ ਪਹਿਲਾਂ ਫਿਲੀਪੀਨਸ ਦੀ ਕੁੜੀਆਂ ਨਾਲ ਔਰ ਇੰਡੋਨੇਸ਼ੀਆ ਦੀ ਕੁੜੀਆਂ ਨਾਲ ਬਹੁਤ, ਸਾਡੀ ਕੁੜੀਆਂ ਨਾਲੋਂ ਵੀ ਜ਼ਿਆਦਾ ਐਕਸਪਲੋਇਟੇਸ਼ਨ ਹੁੰਦਾ। ਸਾਡੀ ਕੁੜੀਆਂ ਨਾਲੋਂ ਕਿਤੇ ਜ਼ਿਆਦਾ ਜਿਹੜੀਆਂ ਕੁੜੀਆਂ ਜਾਂਦੀਆਂ ਨੇ ਉਹ ਫਿਲੀਪੀਨਸ ਔਰ ਇੰਡੋਨੇਸ਼ੀਆ ਤੋਂ ਜਾਂਦੀਆਂ ਨੇ। ਪੂਰਾ YouTube, ਇੰਟਰਨੈਟ ਭਰਿਆ ਪਿਆ ਉਹਨਾਂ ਨੂੰ ਟੌਰਚਰ ਕਰਨ ਦਾ, ਉਹਨਾਂ ਦੇ ਫੇਸ ਨਹੀਂ ਦੇਖਣ ਜੋਗੇ, ਉਹਨਾਂ ਦੇ ਹੱਥ ਪੈਰ ਉਹਨਾਂ ਦੇ ਸਾੜ ਦਿੱਤੇ ਹੈ, ਜਾਂ ਸਿਗਰਟ ਲਗਾ ਕੇ, ਜਾਂ ਕੁੱਟ ਕੇ, ਮਾਰ ਕੇ, ਜਾਂ ਫਿਰ ਸਾਰਾ ਦਿਨ ਖਜੂਰ ਨਾਲ ਧੁੱਪੇ ਬੰਨ੍ਹ ਦਿੱਤਾ
ਤੇ ਮਤਲਬ ਇੰਨਾ ਜਿਹਨੂੰ ਕਹਿ ਸਕਦੇ ਹਾਂ ਕਿ ਇੱਕ ਹੈਵਾਨੀਅਤ ਜਿਹੜੀ ਉਹਨਾਂ ਦੇ ਸਵਾਰ ਰਹਿੰਦੀ ਹੈ ਕਿ ਦੂਸਰਾ ਜਿਹੜਾ ਇਨਸਾਨ ਸਾਡੇ ਕੋਲ ਕੰਮ ਕਰਨਾ ਹੈ, ਕੋਈ ਕੰਮ ਕਰਨ ਵਾਸਤੇ ਆਇਆ ਸੀ ਉਹਨੂੰ ਪੇ ਇੱਕ ਵਾਰ ਉਹਨਾਂ ਨੇ ਇੱਕ ਮੁਸ਼ਤ ਜਿਹੜੀ ਰਕਮ ਹੈ ਕਿਸੇ ਏਜੰਸੀ ਨੂੰ ਦੇ ਕੇ ਉਹ ਖਰੀਦ ਲੈਂਦੇ ਆ 2 ਸਾਲ ਵਾਸਤੇ। ਕੋਈ ਚੰਗਾ ਹੋਇਆ ਤਾਂ ਸ਼ਾਇਦ ਕੋਈ ਮਹੀਨੇ 2 ਮਹੀਨੇ ਬਾਅਦ ਥੋੜ੍ਹੇ ਜਿਹੇ ਪੈਸੇ ਦੇ ਦੇਵੇ, ਅਦਰਵਾਈਜ਼ ਉੱਥੇ ਹਮੇਸ਼ਾ ਸੈਲਰੀਜ਼ ਦੀ ਪ੍ਰੋਬਲਮ ਰਹਿੰਦੀ ਹੈ ਕੁੜੀਆਂ ਨੂੰ। ਲੇਡੀਜ਼ ਜਿਹੜੀ ਉੱਥੇ ਕੰਮ ਕਰਦੀਆਂ ਪ੍ਰੋਪਰ ਨਾ ਉਹਨਾਂ ਨੂੰ ਖਾਣਾ ਮਿਲਦਾ ਹੈ, ਔਰ ਜੇ ਕਿਸੇ ਕੁੜੀ ਨੇ ਜ਼ਿਆਦਾ ਸ਼ਿਕਾਇਤ ਕੀਤੀ ਉਹ ਏਜੰਸੀ ਉਹਨੂੰ ਵਾਪਸ ਲੈ ਕੇ ਆ ਗਈ, ਫਿਰ ਉਹ ਏਜੰਸੀ ਦੇ ਵਿੱਚ ਕੁੱਟਮਾਰ ਹੁੰਦੀ ਹੈ। ਉਹ ਏਜੰਸੀਆਂ ਦੇ ਵਿੱਚ ਕੁੱਟਮਾਰ ਹੁੰਦੀ ਹੈ, ਉਹਨਾਂ ਨੇ ਅਲੱਗ ਤੋਂ ਮੁੰਡੇ ਕੁੜੀਆਂ ਲੇਡੀਜ਼ ਸਾਡੇ ਕਈ ਵਾਰ ਸਾਡੇ ਕੋਲ ਐਸੇ ਪ੍ਰੂਫ ਪਏ ਨੇ ਜਿਹੜੀਆਂ ਬੰਗਾਲ ਦੀ ਇੱਕ ਲੇਡੀ ਸੀਗੀ, ਉਹ ਕਹਿੰਦੀ ਕਿ यहाँ से निकल के दिखाओ मैं देखती हूँ कैसे निकलती हो ना। ਸੋ ਫਿਰ ਉਹ ਜਦੋਂ ਦੇਖਦੇ ਹੋ ਕਿ ਹਾਂਜੀ ਮੋਸਟਲੀ ਕਿਉਂਕਿ ਜਿਹੜੀਆਂ ਏਜੰਸੀ ਹਾਇਰ ਕਰਦੀਆਂ ਨੇ ਕੁੜੀਆਂ ਨੂੰ, ਕਿਉਂਕਿ ਇੱਥੋਂ ਸਾਰੀਆਂ ਵਿਜ਼ਿਟਰ ਵੀਜ਼ੇ 'ਤੇ ਜਾਂਦੀਆਂ ਨੇ, ਫਿਰ ਅੱਗੇ ਜਾ ਕੇ ਏਜੰਸੀਆਂ ਦੇ ਹੱਥੇ ਚੜ੍ਹ ਜਾਂਦੀਆਂ ਨੇ। ਸੋ ਉਹ ਜਿਹੜੇ ਲੋਕ ਨੇ ਏਜੰਸੀਆਂ ਵਾਲੇ ਮੋਸਟਲੀ ਉਹਨਾਂ ਨੇ ਅੱਗੇ ਲੇਡੀਜ਼ ਰੱਖੀਆਂ ਹੋਈਆਂ ਨੇ, ਜਾਂ ਤਾਂ ਉਹ ਕੇਰਲਾ ਤੋਂ ਨੇ ਜਾਂ ਫਿਰ ਬੰਗਾਲ ਤੋਂ ਨੇ, ਜਾਂ ਹੈ ਤਾਂ ਸਾਰੇ ਕਿਤੇ ਦੀਆਂ ਲੇਕਿਨ ਆਹ 2 ਸਟੇਟਸ ਦੀਆਂ ਜ਼ਿਆਦਾ ਨੇ। ਸੋ ਉਹਨਾਂ ਦੇ ਹੱਥੇ ਜਾ ਕੇ ਆਪਣੀਆਂ ਪੰਜਾਬੀ ਕੁੜੀ ਜ਼ਾਲਮ ਹੁੰਦੀਆਂ ਜ਼ਿਆਦਾ ਨਹੀਂ, ਜ਼ਾਲਮ ਨਹੀਂ ਕਹਿ ਸਕਦੇ, ਸਾਰੇ ਇੱਕ ਜੈਸੇ ਤਾਂ ਨਹੀਂ ਹੁੰਦੇ, ਲੇਕਿਨ ਉੱਥੇ ਤੁਸੀਂ ਦੇਖੋ ਪੂਰੇ ਗਲਫ ਰੀਜਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਪਾਪੂਲੇਸ਼ਨ ਹੈ ਉਹ ਕੇਰਲਾ ਵਾਲਿਆਂ ਦੀ ਹੈ, ਜਿਨ੍ਹਾਂ ਨੂੰ ਅਸੀਂ ਉੱਥੇ ਲੋਕਲ ਲੈਂਗੁਏਜ ਕਹਿੰਦੇ ਹਾਂ ਕਿ ਮਲਬਾਰੀ। ਇਹ ਮਤਲਬ ਮਾਲਾਬਾਰ ਇੱਕ ਡਿਸਟ੍ਰਿਕਟ ਪੈਂਦਾ ਉੱਥੇ ਦਾ। ਸੋ ਅਸੀਂ ਸਾਰਿਆਂ ਨੂੰ ਮਲਬਾਰੀ ਕਹਿੰਦੇ ਹਾਂ, ਮਤਲਬ ਮਲਿਆਲੀ ਲੋਕ ਜ਼ਿਆਦਾ ਨੇ ਉੱਥੇ, ਔਰ ਹਾਲਾਂਕਿ ਹਰ ਮਲਿਆਲੀ ਜਿਹੜਾ ਉਹ ਹਿੰਦੀ ਬੋਲਦਾ ਉੱਥੇ, ਔਰ ਸਾਡੇ ਲੋਕਾਂ ਨਾਲ ਕੋਆਰਡੀਨੇਸ਼ਨ ਵਾਸਤੇ ਉਹਨਾਂ ਨੂੰ ਹਿੰਦੀ ਲੈਂਗੁਏਜ ਹੀ ਜ਼ਿਆਦਾ ਉਹ ਯੂਜ਼ ਕਰਦੇ ਆ। ਲੇਕਿਨ ਜਿਸ ਤਰ੍ਹਾਂ ਕੁੜੀਆਂ ਨੂੰ ਅੱਗੇ ਭੇਜਦੇ ਆ, ਪਹਿਲਾਂ ਤਾਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਮਤਲਬ ਗਲਤ ਰਸਤੇ 'ਚ ਲਾਇਆ ਜਾਏ। ਜਦੋਂ ਉਹ ਮਤਲਬ ਕਿਸ ਤਰੀਕੇ ਮਨਾ ਕਰਦੇ ਫਿਰ ਭੁੱਖਾ ਰੱਖਿਆ ਜਾਂਦਾ ਉਹਨਾਂ ਨੂੰ। ਗਲਤ ਤਰੀਕੇ ਦਾ ਵੀ ਅਸੀਂ ਮਤਲਬ ਸਮਝ ਹਾਂਜੀ, ਗਲਤ ਤਰੀਕੇ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਨੂੰ ਪ੍ਰੋਸਟੀਟਿਊਸ਼ਨ ਦੇ ਵਿੱਚ ਧੱਕਿਆ ਜਾਏ, ਜਿਸਮ ਫਰੋਸ਼ੀ ਦੇ ਵਿੱਚ ਧੱਕਿਆ ਜਾਏ। ਜਿੱਦਾਂ ਰੀਸੈਂਟਲੀ ਆਪਾਂ 2 ਕੁੜੀਆਂ ਛਡਾਈਆਂ, ਦੋਨੋਂ ਕੁੜੀਆਂ ਗੁਰਸਿੱਖ ਸੀਗੀਆਂ। ਉਹਨਾਂ ਦੇ ਸੱਕੇ ਮਾਮੇ ਦੀ ਬੇਟੀ ਨੇ ਉਹਨਾਂ ਨੂੰ ਉੱਥੇ ਬੁਲਾਇਆ, ਔਰ ਉੱਥੇ ਬੁਲਾ ਕੇ ਇੱਕ ਪਾਕਿਸਤਾਨੀ ਏਜੰਟ ਨੂੰ ਉਹਨਾਂ ਨੇ ਵੇਚ ਦਿੱਤਾ, ਆਪਣੇ ਹੀ ਮਾਮੇ ਦੀਆਂ ਕੁੜੀਆਂ ਨੂੰ ਵੇਚ ਦਿੱਤਾ, ਅੱਗੇ ਵੇਚ ਦਿੱਤਾ। ਸੋ ਦੋਨੋਂ ਗੁਰਸਿੱਖ ਸੀਗੇ, ਉਹਨੂੰ ਪਤਾ ਲੱਗਿਆ ਇਸ ਕੰਮ ਵਾਸਤੇ, ਉਹ ਰਾਤ ਨੂੰ ਮਤਲਬ ਕੰਧ ਟੱਪ ਕੇ ਤੇ ਦੌੜੀਆਂ ਨੇ, ਇੱਕ ਦੇ ਸੱਟ ਵੀ ਲੱਗੀ, ਨੰਗੇ ਪੈਰੀ ਸੀਗੀਆਂ। ਉਹਨਾਂ ਨੂੰ ਆਪਾਂ ਫਿਰ ਬਾਅਦ 'ਚ ਜਦੋਂ ਸਾਡੇ ਤੱਕ ਉਹਨਾਂ ਗੱਲ ਪਹੁੰਚੀ, ਆਪਾਂ ਨੂੰ ਕੱਪੜੇ ਲੱਤੇ ਜੁੱਤੀ ਹਰ ਚੀਜ਼ ਜੋ ਉਹਨਾਂ ਨੂੰ ਇੱਕ ਕੁੜੀ ਨੂੰ ਚਾਹੀਦੀ ਹੁੰਦੀ ਹੈ ਸਾਰਾ ਸਮਾਨ ਲੈ ਕੇ ਦਿੱਤਾ, ਫਿਰ ਐਮਬੈਸੀ ਤੱਕ ਪਹੁੰਚਾਇਆ। ਐਮਬੈਸੀ ਤੋਂ ਬਾਅਦ ਫਿਰ ਉਹਨਾਂ ਨੂੰ ਉੱਥੋਂ ਰੈਸਕਿਊ ਕਰਵਾ ਕੇ ਐਮਬੈਸੀ ਨੇ ਸਾਡੀ ਹੈਲਪ ਕੀਤੀ ਹੈ, ਦੁਬਈ ਐਮਬੈਸੀ ਨੇ, ਔਰ ਦੋਨੋਂ ਕੁੜੀਆਂ ਸੇਫ ਪਹੁੰਚ ਗਈਆਂ। ਤੁਸੀਂ ਆਪ ਕੈਨੇਡਾ ਬੈਠੇ ਹੋਏ ਹੋ, ਗਲਫ ਕੰਟਰੀਜ਼ ਦੇ ਵਿੱਚ ਇਹ ਮਦਦ ਪਹੁੰਚਾਉਂਦਾ ਕੌਣ ਹੈ? ਇਸ ਤਰ੍ਹਾਂ ਹੈ ਕਿ ਜੋ ਮੇਰਾ ਗਰੁੱਪ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ, ਇਹ ਐਕਚੁਅਲੀ ਮੈਂ 2013 ਦੇ ਵਿੱਚ ਇੱਕ ਵੀਡੀਓ ਬਣਾਇਆ ਸੀਗਾ ਕਿ ਤੁਸੀਂ ਕੈਨੇਡਾ ਐਜ਼ ਏ ਟਰੱਕ ਡਰਾਈਵਰ ਕਿੱਦਾਂ ਆ ਸਕਦੇ ਹੋ। ਕਿਉਂਕਿ ਮੇਰੀ ਇੱਕ ਬਹੁਤ ਲੰਬੀ ਹਿਸਟਰੀ ਰਹੀ, ਮੈਂ ਬਹੁਤ ਕਾਫੀ ਕੰਟਰੀਜ਼ ਦੇ ਵਿੱਚ, ਇੰਡੀਆ ਦੇ 12-13 ਸਟੇਟਸ ਦੇ ਵਿੱਚ ਕੰਮ ਕੀਤਾ। ਸੋ ਮੇਰਾ ਇੱਕ ਟਾਰਗੇਟ ਸੀਗਾ ਕਿ ਮੈਂ ਕਿਸ ਤਰੀਕੇ ਕੈਨੇਡਾ ਪਹੁੰਚਾਂ। ਸੋ ਜਦੋਂ ਮਤਲਬ 18-20 ਸਾਲ ਇਸ ਚੀਜ਼ ਨੂੰ ਲੱਗ ਗਏ, ਸੋ ਮੈਂ ਸੋਚਿਆ ਕਿ ਜਦੋਂ ਮੈਂ ਪਹੁੰਚ ਗਿਆ, ਤੇ ਕਿਉਂਕਿ 2013 ਤੋਂ ਤੁਸੀਂ ਪਹਿਲਾਂ YouTube ਤੇ ਸਰਚ ਕਰੋ, ਤੁਹਾਨੂੰ ਇੱਕ ਵੀ ਵੀਡੀਓ ਨਹੀਂ ਮਿਲੇਗਾ 2013 ਤੋਂ ਪਹਿਲਾਂ ਦਾ ਕਿ ਕਿਸੇ ਨੇ ਇਹ ਦੱਸਿਆ ਹੋਇਆ ਕਿ ਮੈਂ ਕੈਨੇਡਾ ਇੰਜ ਆਇਆ ਤੇ ਤੁਸੀਂ ਵੀ ਆ ਜਾਓ। ਸੋ ਆਈ ਵਾਜ਼ ਦਾ ਫਸਟ ਪਰਸਨ ਹੂ ਬ੍ਰੇਕ ਦਿਸ ਆਈਸ। ਤੇ ਉਹਦੇ ਨਾਲ ਕੀ ਹੋਇਆ ਕਿ ਉਹ ਜਿਹੜਾ ਵੀਡੀਓ ਆਇਆ ਉਹ ਬਹੁਤ ਵਾਇਰਲ ਹੋਇਆ, ਉਹਦੇ ਨਾਲ ਲੋਕ ਜੁੜਦੇ ਚਲੇ ਗਏ, ਨੌਜਵਾਨਾਂ ਦੀ ਬੜੀ ਮਦਦ ਹੋਈ। ਔਰ ਅੱਜ ਦੀ ਡੇਟ 'ਚ ਤੁਸੀਂ ਦੇਖੋ ਕਿ ਹਜ਼ਾਰ ਜਿਹੜੇ ਨੌਜਵਾਨ ਟਰੱਕ ਡਰਾਈਵਰ ਨੇ ਗਲਫ ਕੰਟਰੀਆਂ ਤੋਂ ਉੱਥੇ ਮੂਵ ਹੋ ਕੇ ਆਉਂਦੇ ਨੇ, ਉਹ ਮੋਸਟਲੀ ਸਾਡੇ ਵੀਡੀਓਜ਼ ਦੇਖ ਕੇ ਹੀ ਆਉਂਦੇ ਆ। ਅੱਛਾ, ਫਿਰ ਉੱਥੋਂ ਗਲਫ 'ਚ ਜਾਂਦੇ ਆ, ਗਲਫ 'ਚੋਂ ਉੱਥੋਂ ਫਿਰ ਸਾਡੇ ਨਾਲ ਕੰਟੈਕਟ ਬਣਾਉਂਦੇ ਆ, ਫਿਰ ਆਪਾਂ ਉਹਨੂੰ ਗਾਈਡ ਕਰਦੇ ਹਾਂ ਕਿਹੜੇ ਡਾਕੂਮੈਂਟਸ ਚਾਹੀਦੇ ਨੇ, ਉਹ ਫਿਰ ਡਾਕੂਮੈਂਟਸ ਪ੍ਰੀਪੇਅਰ ਕਰਦੇ ਆ। ਸੋ ਇੱਦਾਂ ਇੱਕ ਸਰਕਲ ਕ੍ਰੀਏਟ ਹੁੰਦਾ ਚਲਾ ਗਿਆ, ਸਰਕਲ ਵਾਈਡ ਹੋ ਗਿਆ, ਫਿਰ ਲੋਕ ਜੁੜਦੇ ਚਲੇ ਗਏ। ਹਰ ਜਿੰਨੀਆਂ ਵੀ ਅਰਬ ਕੰਟਰੀਆਂ ਨੇ ਉਹਨਾਂ ਵਿੱਚੋਂ ਲੋਕ ਜੁੜਦੇ ਗਏ। ਫਿਰ ਆਪਾਂ ਉਹਨਾਂ 'ਚੋਂ ਜਿਹੜੇ ਲੋਕ ਵਾਕਈ ਮਤਲਬ ਬਹੁਤ ਦਿਲੋਂ ਸੇਵਾ ਕਰਨ ਵਾਲੇ ਆ, ਉਹਨਾਂ ਨੂੰ ਫਿਰ ਆਪਾਂ ਮਤਲਬ ਜਿੱਦਾਂ ਲੀਡ ਕਰਨ ਵਾਸਤੇ ਅੱਗੇ ਲੈ ਕੇ ਆਏ, ਔਰ ਸਾਰੀ ਕੰਟਰੀਜ਼ ਦੇ ਵਿੱਚ ਇੱਕ ਇੰਡੀਵਿਜੂਅਲ ਗਰੁੱਪ ਬਣਾਇਆ। ਸਾਊਦੀ ਦਾ ਇੱਕ ਅਲੱਗ ਗਰੁੱਪ ਹੈ, ਦੁਬਈ ਦਾ ਅਲੱਗ ਹੈ, ਸਾਰੀ ਜਿੰਨੀਆਂ ਵੀ ਗਲਫ ਕੰਟਰੀਜ਼ ਹੈਗੀਆਂ ਇੱਕ ਚੇਨ ਬਣਾਈ ਹੈ। ਜਿੱਦਾਂ ਮੇਨ ਗਰੁੱਪ ਦਾ ਨਾਮ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ, ਜੋ ਕਿ ਟੈਲੀਗ੍ਰਾਮ ਐਪਲੀਕੇਸ਼ਨ ਤੇ ਹੈ। ਸੋ ਜਸਟ ਫॉर ਸੇ ਕਿ ਜਿਹੜਾ ਦੁਬਈ ਵਾਲਾ ਗਰੁੱਪ ਹੈ ਉਹਦਾ ਨਾਮ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ ਦੁਬਈ ਵਿੰਗ। ਸੋ ਅਲੱਗ-ਅਲੱਗ ਕੰਟਰੀਜ਼ ਦਾ ਇੱਕ ਅਲੱਗ-ਅਲੱਗ ਆਪਾਂ ਵਿੰਗਸ ਬਣਾ ਦਿੱਤੇ। ਹੁਣ ਜਦੋਂ ਕੋਈ ਦੁਬਈ 'ਚ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਤੇ ਅਸੀਂ ਦੁਬਈ ਵਾਲੇ ਵੀਰ ਨੇ ਜਿਹੜੇ, ਉਹਨਾਂ ਨੂੰ ਕਹਿੰਦੇ ਆ ਵੀ ਆਹ ਕੁੜੀ ਦੇਖੋ ਤੁਹਾਡੇ ਏਰੀਆ 'ਚ, ਤੁਸੀਂ ਇਹਨੂੰ ਰੈਸਕਿਊ ਕਰਕੇ ਤੇ ਐਮਬੈਸੀ ਤੱਕ ਡ੍ਰੌਪ ਕਰਕੇ ਆਓ। ਤੇ ਮੋਸਟਲੀ ਕੇਸਿਸ 'ਚ ਹੁੰਦਾ ਹੈ ਕਿ ਰੈਸਕਿਊ ਆਪਰੇਸ਼ਨ ਹੀ ਸਭ ਤੋਂ ਜ਼ਿਆਦਾ ਟਫ ਹੁੰਦਾ। ਅਗਰ ਤੁਸੀਂ ਉਹਨਾਂ ਦੇ ਹੱਥੇ ਚੜ੍ਹ ਜਾਂਦੇ ਹੋ ਤੇ ਉਹ ਤਾਂ ਮਤਲਬ ਜਾਨ ਨੂੰ ਵੀ ਖਤਰਾ ਹੋ ਸਕਦਾ। ਸੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਤੱਕ ਜਿੰਨੀਆਂ ਵੀ ਰੈਸਕਿਊ ਕੀਤੇ ਨੇ ਸਾਰੇ ਕਾਮਯਾਬ ਰਹੇ ਨੇ। 700 800 ਕਿਲੋਮੀਟਰ ਤੋਂ ਦੂਰ ਜਾ ਕੇ ਸਪੈਸ਼ਲ ਕੁੜੀਆਂ ਨੂੰ ਡੈਜ਼ਰਟ ਏਰੀਆ ਦੇ ਵਿੱਚੋਂ ਰੈਸਕਿਊ ਕਰਕੇ ਆਪਾਂ ਲੈ ਕੇ ਆਏ ਹਾਂ। ਔਰ ਜਿਹੜੇ ਵੀਰ ਨੇ, ਜਿੱਦਾਂ ਹੁਣ ਸਾਊਦੀ 'ਚੋਂ ਸਭ ਤੋਂ ਜ਼ਿਆਦਾ ਰੈਸਕਿਊ ਆਪਰੇਸ਼ਨ ਕੀਤੇ ਨੇ, ਜੱਸੀ ਬੈਂਸ ਹੈ ਵੀਰ, ਉਹਨਾਂ ਦਾ ਜਨਮ ਦਿਨ ਵੀ ਅੱਜ। ਸੋ ਉਹਨਾਂ ਨੇ ਸਭ ਤੋਂ ਜ਼ਿਆਦਾ ਰੈਸਕਿਊ ਕੀਤੇ ਨੇ। ਬਲਜਿੰਦਰ ਵੀਰ ਜੀ ਨੇ ਦੁਬਈ ਦੇ ਵਿੱਚ, ਉਹਨਾਂ ਨੇ ਰੈਸਕਿਊ ਕੀਤੇ ਨੇ। ਰਮਨ ਜੀ ਨਾਲ ਤੁਹਾਡੀ ਗੱਲ ਹੁੰਦੀ ਹੈ, ਰਮਨ ਨੇ ਕੁਵੈਤ ਦੇ ਵਿੱਚੋਂ ਰੈਸਕਿਊ ਕੀਤਾ। ਸੋ ਜਿੰਨੇ ਵੀ ਸਾਡੇ ਵੀਰ ਹੈਗੇ ਨੇ, ਸਤਬੀਰ ਜੀ ਨੇ, ਹੋਰ ਕਈ ਵੀਰ ਨੇ ਜਿਹੜੇ ਹਮੇਸ਼ਾ ਹੀ ਤਿਆਰ ਰਹਿੰਦੇ 24 ਘੰਟੇ ਕਿ ਤੁਸੀਂ ਦੱਸੋ ਸਹੀ ਕਿ ਇਸ ਕੰਟਰੀ ਦੇ ਵਿੱਚ, ਹਾਲਾਂਕਿ ਇੱਕ ਜਿਹੜਾ ਉਸ ਕੰਟਰੀ ਦਾ ਮੇਨ ਗਰੁੱਪ ਐਕਟ ਕਰਨਾ ਸ਼ੁਰੂ ਕਰਦਾ, ਲੇਕਿਨ ਉਹਦੇ ਪਿੱਛੇ ਜਿਹੜੀ ਸਾਡਾ ਗਰੁੱਪ ਹੈ 4000 ਵੀਰਾਂ ਦਾ, ਉਹ ਸਾਰੇ ਪਿੱਛੇ ਖੜੇ ਆ।
ਅਸੀਂ ਫਾਈਨੈਂਸ਼ੀਅਲੀ ਵੀ ਔਰ ਮੋਰਲੀ ਜਿਹੜਾ ਸਪੋਰਟ ਕਰਦੇ ਹਾਂ। ਭਾਈ ਜਿਨ੍ਹਾਂ ਦੀ ਤੁਸੀਂ ਜ਼ਿਕਰ ਕਰ ਰਹੇ ਹੋ, ਜਿਨ੍ਹਾਂ ਤੁਸੀਂ ਇੱਕ ਚੇਨ ਬਣਾਈ ਹੋਈ ਹੈ, ਉਹ ਲੋਕ ਵੀ ਭਾਰਤ ਤੋਂ ਹੀ ਗਏ ਨੇ, ਹੈ ਨਾ। ਆਪਣਾ ਘਰ ਪਰਿਵਾਰ ਵੀ ਉਹਨਾਂ ਨੇ ਦੇਖਣਾ ਹੈ, ਉਹਨਾਂ ਨੇ ਆਪਣਾ ਸਰਕਲ ਵੀ ਚਲਾਉਣਾ ਹੈ। ਆਰਥਿਕ ਤੌਰ ਤੇ ਜਿਸ ਤਰ੍ਹਾਂ ਮਦਦ ਕਰਦੇ ਹੋ ਤਾਂ ਪਰਿਵਾਰ ਨੂੰ ਪੈਸੇ ਭੇਜਣ ਦਾ ਕਦੋਂ ਸਬਬ ਬਣਦਾ ਹੈ ਕਿ ਫਿਰ ਭੇਜ ਹੀ ਨਹੀਂ ਪਾਉਂਦੇ ਜਾਂ ਆਪ ਰੋਟੀ ਘੱਟ ਖਾ ਲੈਂਦੇ ਹੋ ਦੂਸਰਿਆਂ ਨੂੰ ਮਦਦ ਕਰਨ ਦੇ ਚੱਕਰ 'ਚ? ਸੁਮਨ ਜੀ, ਟੂ ਬੀ ਵੈਰੀ ਫਰੈਂਕ, ਐਸਾ ਕੁਝ ਨਹੀਂ ਹੁੰਦਾ। ਐਸੀ ਕੋਈ ਪ੍ਰੋਬਲਮ ਕਦੇ ਨਹੀਂ ਆਉਂਦੀ ਕਿ ਜਿੱਦਾਂ ਗੁਰਬਾਣੀ 'ਚ ਲਿਖਿਆ ਕਿ ਹੱਥ ਪੈਰ 'ਚੋਂ ਕੰਮ ਕਰ ਚਿੱਤ ਨਿਰੰਜਨ ਨਾਲ। ਸੋ ਤੁਸੀਂ ਹੱਥਾਂ ਪੈਰ ਨਾਲ ਕੰਮ ਕਰਨਾ, ਥੋੜ੍ਹੀ ਬਹੁਤ ਤੁਸੀਂ ਜਿੱਦਾਂ ਮਤਲਬ ਹੈਲਪ ਕਰਨੀ ਹੈ ਵਿੱਚੋਂ, ਔਰ ਉਹ ਵੀ ਡੇਲੀ ਨਹੀਂ ਹੁੰਦੀ। ਕੋਈ ਡੇਲੀ ਰੈਸਕਿਊ ਆਪਰੇਸ਼ਨ ਨਹੀਂ ਹੁੰਦਾ। ਸੋ ਜਦੋਂ ਵੀ ਹੁੰਦਾ ਹੈ, ਸਾਰੇ ਹੀ ਮੁੰਡੇ ਆਪਣੇ ਦਸਵੰਧ ਦੇ ਵਿੱਚੋਂ ਕੁਛ ਨਾ ਕੁਛ ਸੇਵਾ ਕਰਦੇ ਹੈ। ਜਿੱਦਾਂ ਹੁਣ ਮੰਨ ਲਓ ਕਿ ਮੋਸਟ ਆਫ ਦਾ ਟਾਈਮ ਕੀ ਹੈ ਕਿ ਅੰਬੈਸੀ ਦੀ ਜੋ ਅੰਬੈਸੀ ਜੋ ਅਫੀਸ਼ੀਅਲਸ ਜੋ ਹੈਗੇ ਨੇ, ਉਹੀ ਉੱਥੋਂ ਆਪਣਾ ਵਾਈਟ ਪਾਸਪੋਰਟ ਬਣਾ, ਕਿਉਂਕਿ ਮੋਸਟਲੀ ਕੇਸਿਸ ਦੇ ਵਿੱਚ ਇਹਨਾਂ ਦੇ ਪਾਸਪੋਰਟ ਉਹ ਦਿੰਦੇ ਨਹੀਂ ਹੈ ਇੰਪਲੋਇਰਸ। ਸੋ ਅੰਬੈਸੀ ਨੂੰ ਆਪਾਂ ਫਿਰ ਟਵਿੱਟਰ ਦੇ ਰਾਹੀਂ ਉਹਨਾਂ ਨੂੰ ਕੋਆਰਡੀਨੇਸ਼ਨ ਕਰਕੇ ਉਹਨਾਂ ਦੀ ਬੇਨਤੀ ਕਰਦੇ ਹਾਂ ਕਿ ਤੁਸੀਂ ਇਹਦਾ ਵਾਈਟ ਪਾਸਪੋਰਟ ਬਣਾਓ, ਆਪਾਤਕਾਲੀਨ ਪਾਸਪੋਰਟ ਬਣਾ ਦਿਓ। ਫਿਰ ਉਹ ਪਾਸਪੋਰਟ ਲੈ ਕੇ ਜਿਹੜੀਆਂ ਨੇ ਕੁੜੀਆਂ ਉੱਥੋਂ ਨਿਕਲਦੀਆਂ। ਮੋਸਟਲੀ ਕੇਸਿਸ ਦੇ ਵਿੱਚ ਅੰਬੈਸੀ ਹੀ ਟਿਕਟ ਦੇ ਦਿੰਦੀ ਹੈ। ਕਿੰਨੀਆਂ ਕੁੜੀਆਂ ਨੂੰ ਹੁਣ ਤੱਕ ਕਰ ਚੁੱਕੇ ਜਦੋਂ ਸੇਵਾ ਸ਼ੁਰੂ ਕੀਤੀ ਸੀ? ਐਕਚੁਅਲੀ ਜਿੱਦਾਂ ਮੈਂ ਦੱਸਿਆ ਕਿ ਆਪਾਂ 2013 'ਚ ਮੈਂ ਵੀਡੀਓ ਪਾਇਆ, ਉਹਦੇ ਬਾਅਦ ਲੋਕ ਜੁੜੇ। ਉਸ ਤੋਂ ਬਾਅਦ ਫਿਰ ਜਿੱਦਾਂ ਲੋਕ ਜੁੜਦੇ ਕਿ ਉਹਨਾਂ ਦੀ ਪ੍ਰੋਬਲਮਸ ਵੀ ਨਾਲ ਜੁੜਦੀਆਂ ਚਲੇ ਗਈਆਂ। ਉਸ ਤਰ੍ਹਾਂ ਹੀ ਫਿਰ ਇਹ ਕੁੜੀਆਂ ਦੇ ਆਪਰੇਸ਼ਨਸ, ਰੈਸਕਿਊ ਆਪਰੇਸ਼ਨਸ ਆਉਣੇ ਸ਼ੁਰੂ ਹੋ ਗਏ। ਸੋ ਹੁਣ ਤੱਕ ਮੋਰ ਦੈਨ 100 ਜੋ ਹੈ ਕੁੜੀਆਂ ਨੇ ਜਿਹੜੀਆਂ ਆਪਾਂ ਗਲਫ ਕੰਟਰੀ ਤੋਂ ਰੈਸਕਿਊ ਕੀਤੀਆਂ ਨੇ। ਔਰ ਅਗਰ ਮੁੰਡਿਆਂ ਦੀ ਕੈਲਕੂਲੇਸ਼ਨ ਕਰੀਏ ਤਾਂ ਆਲਮੋਸਟ 250 ਤੋਂ ਜ਼ਿਆਦਾ ਮੁੰਡੇ ਹੈ। ਔਰ ਮਤਲਬ ਉਹ ਕਰੀਬ ਇਸ ਟਾਈਮ ਵੀ 2 ਜੋ ਮੇਜਰ ਰੈਸਕਿਊ ਆਪਰੇਸ਼ਨ ਚੱਲ ਰਹੇ ਨੇ, ਜੋ ਕਿ ਸਾਊਦੀ ਅਰਬ ਦੇ ਵਿੱਚ ਚੱਲ ਰਹੇ ਨੇ। ਲੇਕਿਨ ਜ਼ਿਆਦਾਤਰ ਜੋ ਰੇਸ਼ੋ ਹੈ, ਅਗਰ ਆਪਾਂ ਸਾਰੇ ਗਲਫ ਕੰਟਰੀਆਂ ਦਾ ਕੰਪੈਰੀਜ਼ਨ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜੇ ਮਤਲਬ ਵਾਇਲੇਸ਼ਨ ਦੇ, ਹਿਊਮਨ ਵਾਇਲੇਸ਼ਨ ਦੇ ਜਿਹੜੇ ਮਾਮਲੇ ਆਉਂਦੇ ਹੈ, ਉਹ ਸਭ ਤੋਂ ਜ਼ਿਆਦਾ ਸਾਊਦੀ ਅਰਬ ਔਰ ਦੁਬਈ ਦੇ ਵਿੱਚੋਂ ਆਉਂਦੇ ਹੈ। ਬਾਕੀ ਕੰਟਰੀਜ਼ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਪ੍ਰੋਬਲਮ ਨਹੀਂ ਹੈ। ਇਹ 2 ਕੰਟਰੀਜ਼ ਤੁਸੀਂ ਜਿਸ ਤਰ੍ਹਾਂ ਦੱਸਿਆ, ਕੁੜੀਆਂ ਨਾਲ ਉੱਥੇ ਕੀ ਹੁੰਦਾ, ਉਹਨਾਂ ਨੂੰ ਪ੍ਰੋਸਟੀਟਿਊਸ਼ਨ 'ਚ ਪਾ ਦਿੱਤਾ ਜਾਂਦਾ ਹੈ ਜਾਂ ਉਹਨਾਂ ਦਾ ਸਰੀਰਕ ਸ਼ੋਸ਼ਣ ਹੁੰਦਾ ਹੈ ਇੰਨੇ ਬੁਰੀ ਤਰੀਕੇ ਦੇ ਨਾਲ, ਜਾਂ ਕਹਿ ਲਓ ਉਹਨਾਂ ਦੀ ਕੁੱਟਮਾਰ ਹੁੰਦੀ ਹੈ, ਜਾਨਵਰਾਂ ਵਾਂਗ ਉਹਨਾਂ ਨਾਲ ਸਲੂਕ ਕੀਤਾ ਜਾਂਦਾ ਹੈ। ਮੁੰਡਿਆਂ ਨਾਲ ਵੀ ਬਹੁਤ ਗਲਤ ਹੋਇਆ ਬਾਹਰ, ਤੁਸੀਂ ਬਹੁਤ ਵਾਰ ਦੱਸਿਆ। ਤਾਂ ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਵਰਸਟ ਕੇਸ ਸਭ ਤੋਂ ਮਾੜਾ ਕਦੋਂ ਸੁਣਿਆ ਸੀ ਇੱਕ ਮੁੰਡੇ ਦੇ ਨਾਲ ਹੋਇਆ? ਐਕਚੁਅਲੀ ਮੈਂ ਉਹ ਕੇਸ ਦੇਖਿਆ ਨਹੀਂ, ਲੇਕਿਨ ਮੈਂ ਸੁਣਿਆ, ਤੁਹਾਨੂੰ ਜ਼ਰੂਰ ਦੱਸਦਾ। ਸੰਨ 2000 ਦੇ ਵਿੱਚ ਮੈਂ ਕਰਨਲ ਗੱਦਾਫੀ ਦੀ ਕੰਪਨੀ ਸੀਗਾ, ਜਿਹਾਦੀ ਅਲ ਫਦੀਲ, ਲੀਬੀਆ ਦੇ ਵਿੱਚ। ਲੀਬੀਆ ਦੇ ਇੱਕ ਸ਼ਹਿਰ ਪੈਂਦਾ ਤੁਬਰੁਕ, ਮੈਂ ਤੁਬਰੁਕ 'ਚ ਸੀਗਾ। ਤੋ ਇੱਕ ਇੱਥੇ ਸਾਡੇ ਰੋਪੜ ਦੇ ਸਰਦਾਰ ਸਾਹਿਬ ਸੀਗੇ, ਉਹਨਾਂ ਨੇ ਵਾਕਿਆ ਦੱਸਿਆ ਸੀਗਾ ਕਿ ਕਿਸੇ ਅਰਬੀ ਨੇ ਕਿਸੇ ਪੰਜਾਬੀ ਨੂੰ ਹਾਇਰ ਕੀਤਾ ਔਰ ਪਹਿਲੇ ਦਿਨ ਉਹਨੇ ਏਅਰਪੋਰਟ ਤੋਂ ਵਧੀਆ ਮਰਸੀਡੀਜ਼ ਗੱਡੀ ਦੇ ਵਿੱਚ ਲੈ ਗਿਆ, ਆਪਣੇ ਘਰ ਲੈ ਗਿਆ, ਵਧੀਆ ਖਿਲਾਇਆ ਪਿਲਾਇਆ। ਉਹਨੇ ਸੋਚਿਆ ਵੀ ਬਹੁਤ ਵਧੀਆ ਜੋਬ ਲੱਗ ਗਈ ਹੈ, ਪਿੰਡੂ ਬੰਦਾ ਸੀਗਾ। ਅਤੇ ਉਹਨੂੰ 2 ਦਿਨ ਅੱਛਾ ਖਿਲਾ ਪਿਲਾ ਕੇ ਤੀਸਰੇ ਦਿਨ ਸਵੇਰੇ ਗੱਡੀ ਆਪਣੀ ਸਟਾਰਟ ਕੀਤੀ, ਉਹਨੂੰ ਵਿੱਚ ਬਿਠਾਇਆ ਔਰ 500-600 ਕਿਲੋਮੀਟਰ ਡੈਜ਼ਰਟ ਦੇ ਵਿੱਚ ਲੈ ਗਿਆ। ਔਰ ਡੈਜ਼ਰਟ 'ਚ ਉਹਨੂੰ ਉਤਾਰ ਦਿੱਤਾ। ਔਰ ਉੱਥੇ ਕੀ ਸੀਗਾ, ਊਂਠਾਂ ਦਾ ਫਾਰਮ। ਉਹਨੂੰ ਦੱਸਦਾ ਕਿ ਅੱਜ ਤੋਂ ਬਾਅਦ ਤੇਰੀ ਡਿਊਟੀ ਹੈਗੀ ਹੈ ਇਹ ਊਂਠ ਸੰਭਾਲਣ ਦੀ। ਸੋ ਉਹ ਬੰਦਾ ਉੱਥੇ 2.5 ਸਾਲ ਰਿਹਾ। 2.5 ਸਾਲ 'ਚ ਮਤਲਬ ਉਹਨੇ ਕੋਈ ਬਾਲ ਨਹੀਂ ਕਟਾਏ, ਕੋਈ ਸ਼ੇਵ ਨਹੀਂ। ਉਹਦੀ ਮਤਲਬ ਜਿਹੜੀ ਜਿੱਦਾਂ ਆਪਾਂ ਜਟਾਵਾਂ ਕਹਿੰਦੇ ਹਾਂ, ਉਹਦੀ ਦਾੜੀ ਨਹੀਂ ਵੀ ਜਟਾਵਾਂ ਬਣ ਗਈਆਂ, ਸਿਰ ਦੀਆਂ ਵੀ ਜਟਾਵਾਂ ਬਣ ਗਈਆਂ। ਖਾਣਾ ਰਹਿਣਾ ਪੀਣਾ ਮਤਲਬ ਜਿੱਦਾਂ ਆਦਿ ਮਾਨਵ ਸਮਝ ਲਓ, ਜਾਂ ਪਾਸ਼ਾਣ ਕਾਲ ਦੇ ਪੁਰਾਣੇ ਟਾਈਮ ਦੇ ਜਿਹੜੇ ਲੋਕ ਸੀਗੇ, ਉਹਦੀ ਹਾਲਾਤ ਇਹ ਹੋ ਗਏ। 2-2.5 ਸਾਲ ਬਾਅਦ ਉਹ ਉੱਥੋਂ ਦੌੜਿਆ ਔਰ ਮਤਲਬ ਕਿਉਂਕਿ ਹਾਈਵੇ ਵੀ ਬਹੁਤ ਦੂਰ ਸੀਗਾ ਉੱਥੋਂ, ਹਾਈਵੇ 'ਤੇ ਆਇਆ ਔਰ ਹਾਈਵੇ 'ਤੇ ਮਤਲਬ ਉਹ ਕਰੀਬ 3-4-5 ਘੰਟੇ ਬਾਅਦ ਉਹਨੂੰ ਕਿਸੇ ਪਾਕਿਸਤਾਨੀ ਟਰੱਕ ਡਰਾਈਵਰ ਨੇ ਲਿਫਟ ਦਿੱਤੀ ਹੈ ਔਰ ਰਿਆਦ ਤੱਕ ਆਇਆ। ਔਰ ਉਹਦੇ ਮਤਲਬ ਉਹਦੇ ਘਰਦਿਆਂ ਨੇ ਹੀ ਉਹਨੇ ਘਰਦਿਆਂ ਨੇ ਸੋਚਿਆ ਕਿ ਕਿਤੇ ਮਤਲਬ ਖਤਮ ਹੋ ਗਿਆ, 2-2.5 ਸਾਲ ਹੋ ਗਏ, ਕਦੇ ਕੰਟੈਕਟ ਹੀ ਨਹੀਂ ਹੋਇਆ। ਉਹਨਾਂ ਟਾਈਮਾਂ ਚਿੱਠੀਆਂ ਹੁੰਦੀਆਂ ਸੀਗੀਆਂ, ਮੈਂ ਖੁਦ ਚਿੱਠੀ ਲਿਖਦਾ ਸੀਗਾ। 1 ਮਹੀਨੇ ਬਾਅਦ ਚਿੱਠੀ ਇੱਥੇ ਆਉਂਦੀ ਸੀ ਇੰਡੀਆ ਔਰ 1.5 ਮਹੀਨੇ ਬਾਅਦ ਜਵਾਬ ਜਾਂਦਾ ਸੀ। ਸੋ ਇਹੋ ਜਿਹੇ ਵਰਸ ਕੇਸ ਹੁੰਦੇ ਆ। ਹੁਣ ਰੀਸੈਂਟਲੀ ਆਪਾਂ ਕੁਛ ਟਾਈਮ ਪਹਿਲਾਂ ਤੁਹਾਡੇ ਨਾਲ ਮੈਂ ਡਿਸਕਸ ਕੀਤਾ, ਇੱਕ ਗੁਰਵਿੰਦਰ ਕਰਕੇ ਮੁੰਡਾ ਸੀਗਾ, ਉਹਨੂੰ ਮਤਲਬ ਪ੍ਰੋਬਲਮ ਸੀਗੀ, ਫਿਜ਼ੀਕਲ ਪ੍ਰੋਬਲਮ ਸੀ ਕੋਈ, ਔਰ ਉਹਦੇ ਮਾਲਕ ਨੇ ਨਹੀਂ ਉਹਨੂੰ ਆਉਣ ਦਿੱਤਾ। ਸੋ ਲਾਸਟ ਉਹਨੂੰ ਇਹ ਸੀਗਾ ਕਿ ਮੈਂ ਸੁਸਾਈਡ ਕਰ ਲਾਂਗਾ, ਨਹੀਂ ਜਾ ਪਾਇਆ। ਤਾਂ ਫਿਰ ਆਪਾਂ ਇੰਟਰਵਿਊ ਕੀਤਾ, ਫਿਰ ਆਪਾਂ ਟਵਿੱਟਰ 'ਤੇ ਕੈਂਪੇਨ ਚਲਾਇਆ, ਉਹਨੂੰ ਛਡਾ ਕੇ ਲਿਆ। ਮਤਲਬ ਉਹ 6 ਫੁੱਟ ਦਾ ਮੁੰਡਾ ਮਤਲਬ ਸਾਰਾ ਦਿਨ ਰੋਂਦਾ ਸੀਗਾ ਕਿ ਮੈਂ ਕਿੱਥੇ ਫਸ ਗਿਆ। ਸੋ ਇੱਕ ਤੋਂ ਇੱਕ ਮਤਲਬ ਹੈਵਾਨੀਅਤ ਦੇ ਜਿਹੜੇ ਭਰੇ ਹੋਏ ਕਿਸੇ ਡੇਲੀ ਅਸੀਂ ਸੁਣਦੇ ਹਾਂ ਔਰ ਡੇਲੀ ਸਾਨੂੰ ਲੱਗਦਾ ਹੈ ਕਿ ਇਸ ਤੋਂ ਬੁਰਾ ਨਹੀਂ ਹੋ ਸਕਦਾ ਕੋਈ। ਤੁਸੀਂ ਡੇਲੀ ਸੁਣ ਕੇ ਡੇਲੀ ਦੱਸਦੇ ਵੀ ਹੋ, ਲੋਕਾਂ ਨੂੰ ਅਵੇਅਰ ਵੀ ਕਰਦੇ ਹੋ, ਫਿਰ ਵੀ ਵੱਡੀ ਗਿਣਤੀ ਜਿਹੜੀ ਹੈ, ਹੁਣ ਤਾਂ ਚਲੋ ਫਲਾਈਟਸ ਬੰਦ ਨੇ ਕਰੋਨਾ ਕਰਕੇ, ਉਸ ਤੋਂ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਕੁੜੀਆਂ, ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਗਲਫ ਕੰਟਰੀਜ਼ ਦੇ ਵਿੱਚ ਜਾਂਦੇ ਨੇ। ਉਹ ਇਹ ਸੋਚ ਕੇ ਜਾਂਦੇ ਨੇ ਕਿ ਚਲੋ ਰੋਜ਼ਗਾਰ ਮਿਲੇਗਾ, ਪੈਸੇ ਮਿਲਣਗੇ, ਘਰੇ ਵੀ ਪੈਸੇ ਭੇਜਾਂਗੇ, ਆਪ ਵੀ ਚੰਗਾ ਖਾ ਪੀ ਲਵਾਂਗੇ। ਇੰਨਾ ਅਵੇਅਰ ਕਰਨ ਦੇ ਬਾਵਜੂਦ ਫਿਰ ਵੀ ਉੱਥੇ ਜਾਣਾ ਔਰ ਉੱਥੇ ਜਾ ਕੇ ਫਸ ਜਾਣਾ, ਫਿਰ ਰੋਣਾ, ਫਿਰ ਮਦਦ ਮੰਗਣੀ, ਇਹ ਕਿੱਥੇ ਤੱਕ ਜਾਇਜ਼ ਲੱਗਦਾ ਤੁਹਾਨੂੰ? ਜਿਸ ਤਰ੍ਹਾਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਇਹ ਸਾਰਾ ਜੋ ਰੀਜ਼ਨ ਹੈ, ਇਹ ਜੋ ਇੱਥੇ ਸਾਡਾ ਪੋਲੀਟੀਕਲ ਸੈਟਅਪ ਹੈ ਉਹਦੇ ਕਰਕੇ ਹੈ, ਕਿਉਂਕਿ ਇੱਥੇ ਜੌਬਸ ਨਹੀਂ ਹੈ।
ਜੌਬਸ ਨਹੀਂ ਹੈ। ਔਰ ਮੈਂ ਹੁਣ ਦੇਖੋ, ਮੈਂ ਖੁਦ ਕੈਨੇਡਾ ਤੋਂ ਆਇਆ, ਮੈਂ ਇੱਥੇ ਕੈਨੇਡਾ 'ਚ ਆਉਣ ਦੇ ਬਾਅਦ ਮੈਂ ਇਸ ਵਾਰ ਮਹਿਸੂਸ ਕੀਤਾ ਕਿ ਇੱਥੇ ਇੰਨੀ ਮਹਿੰਗਾਈ ਹੋ ਚੁੱਕੀ ਜਿਹਦਾ ਕੋਈ ਅੰਦਾਜ਼ਾ ਨਹੀਂ। ਮੈਂ ਆਉਣ ਲੱਗਿਆ ਵੀ ਕਿਸੇ ਨਾਲ ਫੋਨ 'ਤੇ ਗੱਲ ਕਰ ਰਿਹਾ ਸੀਗਾ ਕਿ ਧੰਨ ਨੇ ਉਹ ਲੋਕ ਜੋ ਇੱਥੇ ਰਹਿ ਕੇ ਆਪਣੇ ਪਰਿਵਾਰ ਪਾਲ ਰਹੇ ਨੇ, ਸਕੂਲਾਂ ਦੀਆਂ ਫੀਸਾਂ ਦੇ ਰਹੇ ਨੇ, ਔਰ ਆਪਣਾ ਜਿਹੜਾ ਕਦੇ ਕਿਸੇ ਦੇ ਵਿਆਹ 'ਤੇ ਕਿਸੇ ਦੇ ਭੋਗ 'ਤੇ ਜਾ ਰਹੇ ਨੇ, ਔਰ ਪੂਰਾ ਆਪਣਾ ਜਿਹੜਾ ਇੱਕ ਮਤਲਬ ਜੋ ਸਮਾਜਿਕ ਦਾਇਰਾ ਹੈ ਉਹਦੇ ਵਿੱਚ ਵਿਚਰ ਰਹੇ ਨੇ। ਬਹੁਤ ਵੱਡੀ ਗੱਲ ਹੈ ਇੱਥੇ ਰਹਿ ਕੇ ਇੰਨਾ ਪੈਸਾ ਕਮਾ ਲੈਣਾ ਔਰ ਸਾਰਾ ਕੁਛ ਜੋ ਹੈ ਉਹ ਮੇਨਟੇਨ ਕਰ ਲੈਣਾ, ਇਹ ਬਹੁਤ ਵੱਡੀ ਗੱਲ ਹੈ। ਲੇਕਿਨ ਇਹ ਹੈ ਕਿ ਹਾਂਜੀ, ਸੋ ਜਿੱਦਾਂ ਤੁਸੀਂ ਪੁੱਛ ਰਹੇ ਹੋ ਕਿ ਇੱਥੋਂ ਜਾਣ ਦਾ ਕੀ ਕਾਰਨ ਹੈ, ਸੋ ਮੋਸਟਲੀ ਇੱਥੇ ਜੌਬਸ ਵਗੈਰਾ ਨਹੀਂ ਹੈ। ਸੋ ਮੋਸਟਲੀ ਖੱਬੇ ਸੱਜੇ ਜੋ ਉਹਨਾਂ ਦੇ ਯਾਰ ਦੋਸਤ ਮਿੱਤਰ ਸੱਜਣ ਗਏ ਹੁੰਦੇ ਆ, ਉਹਨਾਂ ਨੂੰ ਦੇਖ ਕੇ ਫਿਰ ਉਹਨਾਂ ਨੂੰ ਲੱਗਦਾ ਕਿ ਇੱਥੇ ਤਾਂ ਕੁਛ ਨਹੀਂ ਬਣਨਾ, ਚਲੋ ਐਟਲੀਸਟ ਆਪਾਂ ਗਲਫ ਚੱਲਦੇ ਹਾਂ। ਸੋ ਜਿੱਦਾਂ ਕਹਿੰਦੇ ਆ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਵੀ ਇੱਥੇ ਕੁਛ ਨਹੀਂ ਹੋ ਰਿਹਾ, ਚਲੋ ਕੁਛ ਤਾਂ ਕਮਾਵਾਂਗੇ। ਫਿਰ ਉੱਥੋਂ ਅੱਗੇ ਜਾਣ ਦਾ ਸਬਬ ਹੁਣ ਉਹਨਾਂ ਨੂੰ ਨੈਕਸਟ ਇਹ ਹੋ ਗਿਆ ਕਿ ਹੁਣ ਉੱਥੋਂ ਅਸੀਂ ਅੱਗੇ ਨਿਕਲ ਸਕਦੇ ਹਾਂ। ਸੋ ਜ਼ਿਆਦਾਤਰ ਲੋਕ ਉੱਥੇ ਜਾਂਦੇ ਆ, ਲੇਕਿਨ ਬਸ ਜਾਂ ਤਾਂ ਇੱਥੋਂ ਹੀ ਐਕਸਪਲੋਟੇਸ਼ਨ ਸ਼ੁਰੂ ਹੋ ਜਾਂਦੀ ਹੈ ਏਜੰਟਸ ਦੇ ਹੱਥੋਂ, ਔਰ ਜਾਂ ਫਿਰ ਉੱਥੇ ਗਲਤ ਕੰਪਨੀ 'ਚ ਫਸ ਜਾਂਦੇ ਨੇ। ਬਹੁਤ ਘੱਟ ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਜੋ ਇੱਥੋਂ ਏਜੰਟ ਕਹਿੰਦੇ ਨੇ ਕਿ ਇਹ ਚੀਜ਼ਾਂ ਤੁਹਾਨੂੰ ਉੱਥੇ ਮਿਲਣਗੀਆਂ, ਉਹ ਐਜ਼ ਇਟ ਇਜ਼ ਮਿਲਣ, ਔਰ ਬਸ ਉੱਥੇ ਜਾ ਕੇ ਇੱਥੋਂ ਹੀ ਐਕਸਪਲੋਟੇਸ਼ਨ ਸ਼ੁਰੂ ਹੋਇਆ, ਕਿਉਂਕਿ ਇੱਥੇ ਹੀ ਏਜੰਟ ਤੋਂ ਫਸ ਗਏ, ਫਿਰ ਅੱਗੇ ਜਾ ਕੇ ਪਰੇਸ਼ਾਨੀ ਹੈ। ਪਿੰਡਾਂ ਵਾਲੇ ਬੜੇ ਭੋਲੇ ਹੁੰਦੇ ਨੇ ਭਾਈ, ਬਹੁਤ ਜੀ ਬਹੁਤ ਪਰਿਵਾਰ ਫਸੇ ਨੇ ਇਹਨਾਂ ਦੀਆਂ ਝੂਠੀਆਂ ਗੱਲਾਂ ਦੇ ਵਿੱਚ, ਝੂਠੇ ਲਾਰਿਆਂ ਦੇ ਵਿੱਚ। ਜੀ ਬਿਲਕੁਲ, ਕਿਉਂਕਿ ਇਹਦਾ ਮੈਂ ਇੱਕ ਵੈਸੇ ਕਾਮਨ ਜਿਹਾ ਇੱਕ ਰੀਜ਼ਨ ਹੋਰ ਨੋਟ ਕੀਤਾ ਹੈ ਕਿ ਆਪਣੇ ਜੋ ਲੋਕਲ ਟੀਵੀ ਚੈਨਲਸ ਚੱਲਦੇ ਨੇ ਉਹਦੇ ਨੀਚੇ ਇੱਕ ਹਮੇਸ਼ਾ ਇੱਕ ਸਕਰੋਲ ਹੁੰਦੀ ਰਹਿੰਦੀ ਹੈ। ਸੋ ਉਹਦੇ ਵਿੱਚ ਲਿਖਿਆ ਹੁੰਦਾ ਕਿ ਫਲਾਨੀ ਕੰਟਰੀ ਜਾਓ, ਰਹਿਣਾ ਖਾਣਾ ਪੀਣਾ ਫ੍ਰੀ ਹੈ। ਫਿਰ ਜਿਹੜੀਆਂ ਸਾਡੀਆਂ ਹਾਊਸ ਵਾਈਫਸ ਹੈਗੀਆਂ ਨੇ, ਉਹ ਜਦੋਂ ਦੇਖਦੀਆਂ ਨੇ ਕਿ ਦੇਖੋ ਕਿੰਨਾ ਵਧੀਆ ਆਫਰ ਹੈ ਬਈ, ਖਾਣਾ ਪੀਣਾ ਰਹਿਣਾ ਵੀ ਫ੍ਰੀ ਹੈ ਅਤੇ 30 40 50 ਹਜ਼ਾਰ ਤਨਖਾਹ ਵੀ ਹੈ, ਮਾਲ ਦੇ ਵਿੱਚ ਕੰਮ ਕਰਨਾ, ਲੇਕਿਨ ਐਸਾ ਹੁੰਦਾ ਕੁਛ ਨਹੀਂ ਹੈ। ਉਸੇ ਠੱਗੇ ਜਿਹਨੂੰ ਨੂੰ ਰੱਬ ਬਣਾ ਲਿਆ। ਬਸ ਉਹਨਾਂ ਨੂੰ ਇਹ ਸਮਝਦੇ ਨੇ ਕਿ ਅੱਛਾ ਇਹਦੇ 'ਚ ਇੱਕ ਹੋਰ ਚੀਜ਼ ਵੀ ਹੈ। ਜਿਹੜੀਆਂ ਕੁੜੀਆਂ ਜਾਂ ਜਿਹੜੇ ਮੁੰਡੇ ਗਲਫ ਕੰਟਰੀ 'ਚ ਗਏ ਨੇ, ਉਹਨਾਂ ਨੂੰ ਈਜ਼ੀ ਮਨੀ ਬਣਾਉਣ ਦਾ ਬੜਾ ਸ਼ੌਂਕ ਹੁੰਦਾ ਕਿ ਚਲੋ ਅਸੀਂ ਕੰਮ ਤਾਂ ਕਰ ਰਹੇ ਹਾਂ, ਬੜੀ ਇੱਥੇ ਗਰਮੀ ਬਹੁਤ ਹੈ, ਇੱਥੇ ਇਨਵਾਇਰਮੈਂਟ ਐਸੀ ਹੈ, ਕੰਮ ਵੀ ਬੜਾ ਔਖਾ ਹੈ। ਸੋ ਇੱਕ ਉਹ ਸੌਖਾ ਤਰੀਕਾ ਇਹ ਲੱਭਦੇ ਨੇ ਕਿ ਚਲੋ ਆਪਾਂ ਪਿੰਡੋਂ ਕੋਈ 2-4 ਮੁੰਡੇ ਜਾਂ ਮੁਗਲ ਬੁਲਾ ਲੈਂਦੇ ਹਾਂ, ਫਿਰ ਉਹਦੇ ਵਿੱਚੋਂ ਪੈਸੇ ਬਣਾਵਾਂਗੇ। ਸੋ ਸਾਰਿਆਂ ਨੂੰ ਦਲਾਲੀ ਦਾ ਸ਼ੌਂਕ ਚੜ੍ਹ ਜਾਂਦਾ। ਉਹ ਦਲਾਲੀ ਦੇ ਸ਼ੌਂਕ ਦੇ ਚੱਕਰ ਦੇ ਵਿੱਚ ਉਹ ਕਈ ਵਾਰ ਆਪਣਾ ਪੈਸਾ ਵੀ ਗਵਾ ਲੈਂਦੇ ਨੇ ਅਤੇ ਦੂਸਰੇ ਦਾ ਪੈਸਾ ਤਾਂ ਖਰਾਬ ਹੁੰਦਾ ਹੀ ਹੁੰਦਾ ਹਰ ਵਾਰ। ਸੋ ਸਾਡੀ ਕੋਸ਼ਿਸ਼ ਹਮੇਸ਼ਾ ਇਹ ਰਹਿੰਦੀ ਹੈ ਕਿ ਜੋ ਵੀ ਅੱਜ ਤੱਕ ਆਪਾਂ ਵੀਡੀਓ ਬਣਾਏ ਨੇ, ਕਿ ਜਿੱਦਾਂ ਹੁਣ ਕਿਸੇ ਮੁੰਡੇ ਨੇ ਕਿਸੇ ਕੰਟਰੀ ਜਾ ਕੇ ਗਲਫ ਕੰਟਰੀ 'ਚ ਲਾਇਸੈਂਸ ਬਣਾਉਣਾ, ਆਪਾਂ ਗਾਈਡ ਕਰਦੇ ਹਾਂ ਵੀ ਕਿਹੜੀ ਕੰਟਰੀ ਜਾਣਾ ਚਾਹੀਦਾ, ਕਿਹੜੀ ਕੰਟਰੀ 'ਚ ਕਿੰਨੇ ਕੁ ਤੱਕ ਦਾ ਲਾਇਸੈਂਸ ਬਣ ਜਾਂਦਾ ਹੈ। ਕਿਉਂਕਿ ਇੱਥੇ ਏਜੰਟ ਜਿਹੜੇ ਨੇ ਉਹ ਮਤਲਬ ਅੱਜ ਦੀ ਡੇਟ 'ਚ ਇੰਨਾ ਪੈਸਾ ਦੁਬਈ ਜਾਣ ਦਾ ਲਾਇਸੈਂਸ ਬਣਾਉਣ ਦਾ ਲੈ ਰਹੇ ਨੇ, ਜਿੰਨਾ ਕਿ ਤੁਸੀਂ ਦੇਖੋ ਕਿ ਉਹਨੇ ਪੈਸੇ ਸ਼ਾਇਦ ਮੈਂ ਕੈਨੇਡਾ ਪਹੁੰਚ ਗਿਆ ਹਾਂ। ਸੋ ਆਪਾਂ ਉਹਨਾਂ ਨੂੰ ਇਹ ਕਹਿੰਦੇ ਹਾਂ ਕਿ ਤੁਸੀਂ ਜਾਓ ਜਿਹਦੇ ਥਰੂ ਮਰਜ਼ੀ, ਕਿਉਂਕਿ ਆਪਾਂ ਨੂੰ ਕੋਈ ਏਜੰਟ ਸੁਜੈਸਟ ਨਹੀਂ ਕਰਦੇ, ਲੇਕਿਨ ਆਪਾਂ ਉਹਨਾਂ ਨੂੰ ਕਹਿੰਦੇ ਕਿ ਸਾਡੇ ਗਰੁੱਪ ਦੇ ਵਿੱਚ ਆ ਜਾਓ। ਗਰੁੱਪ ਦੇ ਵਿੱਚ ਜਿਹੜੇ ਸਾਡੇ ਗਰੁੱਪ ਮੈਂਬਰ ਉਹਨਾਂ ਕੰਟਰੀਆਂ ਵਿੱਚ ਰਹਿ ਰਹੇ ਨੇ, ਜਿਹੜੇ ਸਾਡੇ ਨਾਲ ਕਈ ਸਾਲ ਤੋਂ ਅਟੈਚ ਨੇ, ਉਹ ਤੁਹਾਨੂੰ ਮਿਸ ਇਨਫੋਰਮੇਸ਼ਨ ਨਹੀਂ ਦੇਣਗੇ। ਸੋ ਤੁਸੀਂ ਸਾਡੇ ਗਰੁੱਪ ਦੇ ਵਿੱਚ ਆਓ। ਗਰੁੱਪ ਦੇ ਵਿੱਚ ਤੁਸੀਂ ਜਿਹੜੀ ਕੰਟਰੀ ਜਾਣਾ ਚਾਹੁੰਦੇ ਹੋ, ਉਹ ਕੰਟਰੀ ਦੇ ਜਿਹੜੇ ਸਾਡੇ ਗਰੁੱਪ ਦੇ ਮੈਂਬਰਸ ਨੇ ਉਹ ਤੁਹਾਨੂੰ ਗਾਈਡ ਕਰ ਦੇਣਗੇ। ਕਿਉਂਕਿ ਜਿਹੜੀ ਰॉ ਇਨਫੋਰਮੇਸ਼ਨ ਜਿਹੜਾ ਬੰਦਾ ਉੱਥੇ ਰਹਿ ਰਿਹਾ ਹੈ, ਉਹਦੇ ਵਰਗੀ ਕੋਈ ਬੈਟਰ ਇਨਫੋਰਮੇਸ਼ਨ ਨਹੀਂ ਦੇ ਸਕਦਾ। ਜਸਟ ਫॉर ਐਗਜ਼ਾਮਪਲ ਕਿ ਅਗਰ ਕੋਈ ਕਹਿੰਦਾ ਕਿ ਇੱਥੇ ਅਖਬਾਰ ਦੇ ਵਿੱਚ ਐਡ ਆਈ ਹੈ ਵੀ ਆਹ ਕੰਪਨੀ ਦੀ ਦੇਖੋ ਐਡ ਆਈ ਹੈ ਔਰ ਇੱਥੇ ਇੰਟਰਵਿਊ ਲੈਣ ਆ ਰਹੇ ਨੇ ਅਤੇ ਅਸੀਂ ਚਲੇ ਜਾਈਏ। ਸੋ ਅਸੀਂ ਉਹ ਐਡ ਜਿਹੜੀ ਅਸੀਂ ਆਪਣੇ ਗਰੁੱਪ ਦੇ ਵਿੱਚ ਪਾਉਂਦੇ ਹਾਂ, ਫਿਰ ਉਸ ਕੰਟਰੀ ਦੇ ਮੁੰਡਿਆਂ ਨੂੰ ਪੁੱਛਦੇ ਹਾਂ ਕਿ ਵੀ ਆਹ ਗਰੁੱਪ ਕੰਪਨੀ ਤੁਹਾਡੇ ਲਾਗੇ ਤੱਕ ਤੁਹਾਡੇ ਏਰੀਆ ਦੇ ਵਿੱਚ ਹੈਗੀ ਹੈ, ਕਿ ਐਸੀ ਕੰਪਨੀ ਹੈ, ਅੱਛੀ ਹੈ, ਬੰਦਿਆਂ ਨੂੰ ਰਹਿਣਾ ਖਾਣਾ ਪੀਣਾ ਠੀਕ ਦਿੰਦੀ ਹੈ, ਟਾਈਮ ਸੇ ਸੈਲਰੀ ਦਿੰਦੀ ਹੈ, ਪਤਾ ਕਰਵਾ ਲੈਂਦੇ ਹਾਂ। ਸੋ ਉਦੋਂ ਆਪਾਂ ਮਤਲਬ ਰੀਚੈੱਕ ਕਰਵਾ ਲਿਆ। ਉਦੋਂ ਕਨਫਰਮ ਹੋਣ ਤੋਂ ਬਾਅਦ ਫਿਰ ਆਪਾਂ ਦੱਸਦੇ ਹਾਂ ਕਿ ਹਾਂ ਵੀ ਆਹ ਕੰਪਨੀ ਠੀਕ ਹੈ, ਅਗਰ ਤੁਹਾਡਾ ਕਿਸੇ ਦਾ ਕੰਮ ਬਣਦਾ ਤਾਂ ਜੀ ਸਦਕੇ ਤੁਸੀਂ ਇੰਟਰਵਿਊ ਦਿਓ। ਲੇਕਿਨ ਮੋਸਟ ਆਫ ਕੇਸਿਸ ਦੇ ਵਿੱਚ ਜਿਹੜੀਆਂ ਅਖਬਾਰਾਂ ਦੇ ਲਾਸਟ ਵਾਲੇ 2-3 ਪੇਜਾਂ 'ਤੇ ਜਿਹੜੇ ਲਿਖਿਆ ਹੁੰਦਾ ਹੈ ਜਾਓ ਜੀ ਕੈਨੇਡਾ ਦਾ ਵਰਕ ਪਰਮਿਟ ਦਿਸ ਔਰ ਦੈਟ, ਉਹ ਮੋਸਟਲੀ ਫੇਕ ਔਰ ਫਰੋਡ ਹੀ ਹੁੰਦਾ ਹੈ। ਸੋ ਆਪਾਂ ਹਮੇਸ਼ਾ ਇਹੀ ਕਹਿੰਦੇ ਹਾਂ ਕਿ ਜਾਂ ਤਾਂ ਜਿਹੜੇ ਵੀਡੀਓਜ਼ ਅਸੀਂ ਬਣਾਏ, ਕਿਉਂਕਿ ਆਲਮੋਸਟ 1000 ਵੀਡੀਓ ਦੇ ਨੇੜੇ ਤੇੜੇ ਆਪਣੇ ਹੈਗੇ ਨੇ, ਤੁਸੀਂ ਉਹ ਸਾਰੇ ਵੀਡੀਓਜ਼ ਵਾਚ ਕਰਨ ਦੀ ਕੋਸ਼ਿਸ਼ ਕਰੋ। ਉਹਦੇ ਵਿੱਚ ਤੁਹਾਨੂੰ ਬਹੁਤ ਐਗਜ਼ਾਮਪਲ ਮਿਲਣਗੇ ਕਿਹੜੇ ਵੀਰ ਸਾਡੇ ਗਰੁੱਪ ਦੀ ਹੈਲਪ ਲੈ ਕੇ ਕਿੱਦਾਂ ਗਏ ਨੇ, ਅੱਗੋਂ ਉਹ ਵੀ ਹੈਲਪ ਕਰਦੇ ਨੇ। ਕਈ ਤਾਂ ਇਹੋ ਜਿਹੇ ਇਨਸੀਡੈਂਟਸ ਹੈਗੇ ਨੇ ਕਿ ਗਰੁੱਪ ਦੇ ਵਿੱਚ ਹੀ ਕੋਈ 2-3 ਵੀਰ ਆਪਸ 'ਚ ਮਿਲੇ ਔਰ ਉਹਨਾਂ ਦਾ ਆਪਸ ਇੰਨਾ ਪਿਆਰ ਹੋ ਗਿਆ ਕਿ ਇੱਕ ਨੇ ਉੱਧਰੋਂ ਫ੍ਰੀ ਵੀਜ਼ਾ ਕਢਵਾ ਦਿੱਤਾ, ਦੂਸਰਾ ਇੱਧਰੋਂ ਚਲਿਆ ਗਿਆ। ਉਹਨੂੰ ਏਅਰਪੋਰਟ ਤੋਂ ਵੀ ਰਿਸੀਵ ਕਰਦੇ ਆ, ਆਪਣੇ ਕੋਲ ਰੱਖਦੇ ਵੀ ਹੈ, ਖਿਲਾਉਂਦੇ ਪਿਲਾਉਂਦੇ ਵੀ ਹੈ, ਫਿਰ ਉਹਨੂੰ ਜੌਬ 'ਤੇ ਵੀ ਲਗਵਾਉਂਦੇ ਆ। ਬਟ ਉਹ ਡਿਪੈਂਡ ਕਰਦਾ ਕਿ ਤੁਸੀਂ ਕਿਸੇ ਨਾਲ ਕਿੰਨਾ ਕੁ ਘੁਲਦੇ ਮਿਲਦੇ ਹੋ, ਕਿੰਨਾ ਤੁਹਾਡਾ ਕਿਸ ਨਾਲ ਲਾਇਸੈਂਸ ਬਣਦਾ। ਬਹੁਤ ਸਾਰੇ ਕੇਸਿਸ ਇੱਦਾਂ ਦੇ ਵੀ ਹੁੰਦੇ ਹੋਣਗੇ ਕਿ ਉੱਥੋਂ ਤੁਸੀਂ ਰੈਸਕਿਊ ਕਰਵਾ ਦਿੰਦੇ ਹੋ ਕੁੜੀਆਂ ਨੂੰ ਮੁੰਡਿਆਂ ਨੂੰ, ਇੱਥੇ ਆ ਕੇ ਉਹ ਤੁਹਾਡਾ ਥੈਂਕਸ ਵੀ ਨਹੀਂ ਕਰਦੇ। ਸੁਮਨ ਜੀ, ਅਸੀਂ ਮਤਲਬ ਦਿਲੋਂ ਇਹ ਚਾਹੁੰਦੇ ਹਾਂ ਕਿ ਕੋਈ ਸਾਨੂੰ ਰੋਜ਼ ਫੋਨ ਕਰਕੇ ਇਹ ਨਾ ਕਹੇ ਕਿ ਬਈ ਅਸੀਂ ਬਹੁਤ ਧੰਨਵਾਦ ਥੈਂਕ ਯੂ। ਅਸੀਂ ਇਹ ਨਹੀਂ ਚਾਹੁੰਦੇ ਕਿ ਕੋਈ ਡੇਲੀ ਉੱਠ ਕੇ ਸਾਨੂੰ ਸਲੂਟ ਮਾਰੇ, ਲੇਕਿਨ
ਐਟਲੀਸਟ ਇਦਾਂ ਵੀ ਨਹੀਂ ਹੋਣਾ ਚਾਹੀਦਾ ਕਿ ਅਸੀਂ ਤੁਹਾਡੀ 2-2 3-3 4-4 ਮਹੀਨੇ ਹੈਲਪ ਕਰ ਰਹੇ ਹਾਂ ਜਾਂ ਕਈ ਸਾਲ ਹੈਲਪ ਕਰਕੇ ਕੈਨੇਡਾ ਤੱਕ ਪਹੁੰਚਣ 'ਚ ਹੈਲਪ ਕਰ ਰਹੇ ਹਾਂ ਤੇ ਤੁਸੀਂ ਕੈਨੇਡਾ ਪਹੁੰਚ ਕੇ ਬਲੌਕ ਕਰ ਦਿਓ ਜਾਂ ਇੰਡੀਆ ਉਤਰਦੇ ਹੀ ਤੁਸੀਂ ਬਲੌਕ ਕਰ ਦਿਓ। ਸੋ ਉਹਦੇ ਨਾਲ ਜਿਹੜੇ ਪੂਰੀ ਟੀਮ ਵਰਕ ਹੁੰਦਾ ਹੈ 8-10 ਜਾਂ 20 ਬੰਦੇ ਜਾਂ 50 ਬੰਦੇ 200 2000 3000 ਬੰਦਾ ਜੁੜਿਆ ਹੁੰਦਾ ਜਿਨ੍ਹਾਂ ਨੇ ਪੂਰਾ ਇੱਕ ਤੁਹਾਡੇ ਵਾਸਤੇ ਕੈਂਪੇਨ ਚਲਾਇਆ ਹੁੰਦਾ। ਤੁਸੀਂ ਕੈਨੇਡਾ ਪਹੁੰਚ ਕੇ ਜਾਂ ਇੰਡੀਆ ਪਹੁੰਚ ਕੇ ਜਦੋਂ ਉੱਥੋਂ ਨਿਕਲ ਆਉਂਦੇ ਹੋ ਉੱਥੇ ਅਗਲੇ ਦਿਨ ਤੁਸੀਂ ਇੱਥੇ ਆ ਕੇ ਬਲੌਕ ਕਰ ਦਿੰਦੇ ਹੋ। ਉਹਦੇ ਨਾਲ ਪੂਰੀ ਟੀਮ ਦਾ ਹੌਸਲਾ ਟੁੱਟਦਾ ਹੈ। ਇੱਕ ਚੀਜ਼। ਦੂਸਰੀ ਚੀਜ਼ ਇਹ ਹੈ ਕਿ ਜਿਹੜੀਆਂ ਕੁੜੀਆਂ ਉੱਥੋਂ ਨਿਕਲ ਕੇ ਆਈਆਂ ਨੇ ਉਹਨਾਂ ਦਾ ਫਰਜ਼ ਬਣਦਾ ਹੈ ਦੱਸਣਾ। ਹਾਂ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਆਪਣੀ ਆਇਡੈਂਟੀਟੀ ਰਿਵੀਲ ਕਰੋ। ਤੁਸੀਂ ਆਪਣਾ ਮੂੰਹ ਸਿਰ ਢੱਕ ਕੇ ਤਾਂ ਦੱਸ ਸਕਦੇ ਹੋ ਕਿ ਬਈ ਧੀਆਂ ਭੈਣਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ। ਮੋਸਟਲੀ ਨੂੰ ਇਹ ਕਹਿ ਕੇ ਲਿਜਾਇਆ ਜਾਂਦਾ ਕਿ ਮਾਲ ਦੇ ਵਿੱਚ ਕੰਮ ਹੈ। ਕਿਸੇ ਨੂੰ ਮਾਲ ਦੇ ਵਿੱਚ ਕੰਮ ਨਹੀਂ ਦਿੰਦੇ। ਸਭ ਨੂੰ ਕੋਸ਼ਿਸ਼ ਕਰਦੇ ਨੇ ਕਿ ਪ੍ਰੋਸਟੀਟਿਊਸ਼ਨ ਦੇ ਵਿੱਚ ਧੱਕੀਏ। ਜਦੋਂ ਉੱਥੋਂ ਨਹੀਂ ਮੰਨਦੇ ਤਾਂ ਫਿਰ ਉਹਨੂੰ ਭੁੱਖਿਆ ਰੱਖਿਆ ਜਾਂਦਾ, ਕੁੱਟਿਆ ਮਾਰਿਆ ਜਾਂਦਾ, ਕਈ ਦਿਨ ਰੋਟੀ ਨਹੀਂ ਦੇਈ ਜਾਂਦੀ, ਬੇਬਸ ਕਰ ਦਿੱਤਾ ਜਾਂਦਾ ਕਿ ਮਤਲਬ ਕਿਸੇ ਵੀ ਹੱਦ ਤੱਕ ਜਾ ਕੇ ਕੰਪਰੋਮਾਈਜ਼। ਔਰ ਫੋਨ ਮੋਸਟਲੀ ਦੇ ਫੋਨ ਖੋਹ ਲੈਂਦੇ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਕਿਸੇ ਦੇ ਲੋਕ ਬਹੁਤ ਛੇਤੀ ਕਹਿੰਦੇ ਕਿ ਨੇਕੀ ਕਰ ਕੁਏਂ ਮੇਂ ਡਾਲ, ਇਹ ਬੜੀ ਸੌਖੀ ਜਿਹੀ ਕਹਾਵਤ ਹੈ ਲੇਕਿਨ ਭੈਣ ਜੀ ਡਾਲ ਨਹੀਂ ਹੁੰਦੀ। ਜਦੋਂ ਤੁਸੀਂ ਕਿਸੇ ਨਾਲ 2 ਜਾਂ 3 ਮਹੀਨੇ 4 ਮਹੀਨੇ ਦਿਨ ਰਾਤ ਇੱਕ ਕੀਤਾ ਕਿਸੇ ਵਾਸਤੇ ਔਰ ਉਹ ਬਸ ਦਿੱਲੀ ਏਅਰਪੋਰਟ 'ਤੇ ਉਤਰਦੇ ਹੀ ਸਾਡੇ ਨਾਲ ਐਸੇ ਕੇਸ ਹੋਏ ਨੇ ਕਿ ਉੱਧਰੋਂ ਚੜ੍ਹਾਉਣੇ ਵਾਲੇ ਅਸੀਂ ਲੋਕ ਹਾਂ, ਸਾਡੇ ਗਰੁੱਪ ਮੈਂਬਰਸ ਨੇ। ਇੱਥੇ ਜਦੋਂ ਉਤਰਨਾ ਸਾਡੇ ਨਾਲ ਕੋਆਰਡੀਨੇਸ਼ਨ ਚੱਲ ਰਿਹਾ ਉਹਨਾਂ ਦਾ ਕਿ ਅਸੀਂ ਉਤਰਨਾ, ਉਹ ਦੂਸਰੇ ਗੇਟ ਤੋਂ ਉਤਰ ਕੇ ਅਤੇ ਆਪਣੇ ਹੋਰ ਲੋਕਾਂ ਨਾਲ ਬੈਠ ਕੇ ਨਿਕਲ ਜਾਂਦੇ ਆ। ਸੋ ਐਸਾ ਵੀ ਕੇਸ ਹੋਇਆ। ਤੁਹਾਨੂੰ ਯਾਦ ਹੈ ਕਿ ਜਦੋਂ ਆਪਾਂ ਕੁਵੈਤ ਵਾਲੇ ਕੇਸ ਦੇ ਵਿੱਚ ਆਪਾਂ ਸ਼ਾਇਦ ਇਕੱਠੇ ਸੀਗੇ ਜਦੋਂ ਆਪਣਾ ਇੱਕ ਗੁਰਦਾਸਪੁਰ ਦੀ ਲੇਡੀਜ਼ ਨੂੰ ਆਪਾਂ ਰੈਸਕਿਊ ਕੀਤਾ ਸੀਗਾ ਔਰ ਜਦੋਂ ਇੱਥੇ ਆ ਗਏ ਅਤੇ ਫਿਰ ਅਗਲੇ ਦਿਨ ਰੌਲਾ ਪੈ ਗਿਆ ਕਿ ਉਹਨਾਂ ਨੂੰ ਉੱਥੇ ਦੇ ਕੌਂਸਟੀਟੂਐਂਸੀ ਦੇ ਜਿਹੜੇ MLA MP ਨੇ ਉਹਨਾਂ ਨੇ ਕਢਵਾਇਆ। ਸਾਰੀ ਟੀਮ ਐਫਰਟ ਸਾਡੀ ਸੀਗੀ, ਰਮਨ ਐਂਡ ਟੀਮ ਦੀ ਸਾਰਾ ਕੁਛ ਹੋਣ ਦੇ ਬਾਵਜੂਦ ਮਤਲਬ ਜਦੋਂ ਕ੍ਰੈਡਿਟ ਲੈਣ ਦੀ ਵਾਰੀ ਆ ਜਾਂਦੀ ਫਿਰ ਬਹੁਤ ਲੋਕ ਆ ਜਾਂਦੇ ਆ। ਲੇਕਿਨ ਜਿਹੜਾ ਐਕਚੁਅਲ ਗਰਾਊਂਡ ਵਰਕ ਹੈ, ਜਦੋਂ ਤੁਸੀਂ ਉਹਨਾਂ ਦੀ ਫੀਸ ਪੇ ਕਰਨੀ, ਜਦੋਂ ਕੋਈ ਅਰਬੀ ਨੂੰ ਤੁਸੀਂ ਜਾ ਕੇ ਕਹਿੰਦੇ ਹੋ ਕਿ ਆਹ ਕੁੜੀ ਜਾਂ ਇਹ ਲੇਡੀਜ਼ ਜੋ ਹੈ ਇਹ ਤੂੰ ਮਤਲਬ ਇਹਨੂੰ ਕੈਪਟੀਵਿਟੀ ਵਿੱਚ ਰੱਖਿਆ ਹੋਇਆ, ਅਸੀਂ ਚਾਹੁੰਦੇ ਹਾਂ ਕਿ ਤੂੰ ਇਹਨੂੰ ਛੱਡ ਦੇ। ਉਹ ਕਹਿੰਦਾ ਕਿ ਮੈਂ 2 ਸਾਲ ਵਾਸਤੇ ਪੈਸਾ ਪੇ ਕੀਤਾ, ਤੁਸੀਂ ਪੈਸੇ ਦਿਓ ਲੈ ਜਾਓ। ਹੁਣ ਉਹ ਬਹੁਤ ਹਿਊਜ ਅਮਾਊਂਟ ਹੁੰਦਾ ਹੈ। ਸੋ ਅਸੀਂ ਕਈ ਵਾਰ ਉਹ ਪੈਸਾ ਪੇ ਕਰਕੇ ਉਹਨਾਂ ਦਾ ਪਾਸਪੋਰਟ ਉੱਥੋਂ ਕਢਵਾ ਕੇ ਆਪਣੀ ਜੇਬ 'ਚੋਂ ਟਿਕਟ ਲਗਾ ਕੇ ਉੱਥੋਂ ਧੀਆਂ ਭੈਣਾਂ ਨੂੰ ਚੜ੍ਹਾਉਂਦੇ ਹਾਂ ਔਰ ਫਿਰ ਬਹੁਤ ਦੁੱਖ ਲੱਗਦਾ ਕਿ ਇੱਥੇ ਪਹੁੰਚਦੇ ਹੀ ਜਾਂ ਤਾਂ ਅਗਲੇ ਦਿਨ ਬਲੌਕ ਕਰ ਜਾਂਦੀਆਂ ਜਾਂ ਅਗਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਭੈਣ ਜੀ ਬਈ ਤੁਸੀਂ ਉੱਥੇ ਕਹਿੰਦੇ ਸੀਗੇ ਕਿ ਮੈਂ ਜਾ ਕੇ ਮੀਡੀਆ ਸਾਹਮਣੇ ਜਾਊਂਗੀ, ਸਾਰਿਆਂ ਨੂੰ ਕਹੂੰਗੀ, ਸਾਰੀ ਧੀਆਂ ਭੈਣਾਂ ਨੂੰ ਅਵੇਅਰ ਕਰਾਂਗੀ ਕਿ ਬਈ ਕਿਸੇ ਵੀ ਅਰਬ ਕੰਟਰੀ 'ਚ ਨਹੀਂ ਜਾਣਾ ਚਾਹੀਦਾ। ਹੁਣ ਕਹਿੰਦੇ ਨਹੀਂ ਜੀ ਮੈਂ ਨਹੀਂ ਆ ਸਕਦੀ। ਸੋ ਬਿਲਕੁਲ ਕਲੀਅਰ ਮਤਲਬ ਤੁਸੀਂ ਉਹਨਾਂ ਦੇ ਕੱਪੜੇ, ਜੁੱਤੀਆਂ, ਸੂਟਕੇਸ ਤੱਕ ਤੁਸੀਂ ਲੈ ਕੇ ਦਿੰਦੇ ਹੋ ਉਹਨਾਂ ਨੂੰ, ਹੈ ਨਾ। ਟਿਕਟ ਦਾ ਖਰਚਾ ਤੁਸੀਂ ਚੁੱਕਦੇ ਹੋ, ਨਾਲ ਵਾਸਤੇ ਜੇ ਕੋਈ ਜ਼ਰੂਰੀ ਚੀਜ਼ ਚਾਹੀਦੀ ਹੈ, ਉੱਥੇ ਜਾ ਕੇ ਜੇ ਪਰਿਵਾਰ ਨੂੰ ਥੋੜ੍ਹੇ ਬਹੁਤੇ ਪੈਸੇ ਦੇਣੇ ਆ, ਇਹ ਵੀ ਸਾਰਾ ਧਿਆਨ ਤੁਸੀਂ ਰੱਖਦੇ ਹੋ ਅਤੇ ਇੱਥੇ ਆ ਕੇ ਤੁਹਾਨੂੰ ਬਲੌਕ ਕਰ ਦਿੰਦੇ ਨੇ। ਇਹ ਮੋਸਟਲੀ ਤੁਸੀਂ ਐਂ ਸਮਝ ਲਓ ਕਿ ਅਗਰ ਅਸੀਂ 125 ਮੰਨ ਲਓ ਕਿ ਕੁੜੀਆਂ ਕਢਾਈਆਂ ਨੇ, ਸਿਰਫ ਇੱਕ ਕੁੜੀ ਨਾਲ ਅੱਜ ਮੇਰੇ ਨਾਲ ਗੱਲਬਾਤ ਹੈਗੀ ਹੈ। ਆਲਮੋਸਟ ਸਾਰੀਆਂ ਕੁੜੀਆਂ ਬਲੌਕ ਕਰ ਚੁੱਕੀਆਂ ਨੇ ਜਿਨ੍ਹਾਂ ਨੂੰ ਅਸੀਂ ਸਿਰਫ ਅਜੇ 1 ਮਹੀਨਾ ਪਹਿਲਾਂ ਕੱਢਿਆ ਔਰ ਜਿਨ੍ਹਾਂ ਦੇ ਅਗਰ ਮੈਂ ਤੁਹਾਨੂੰ ਪ੍ਰੀਵੀਅਸ ਮੈਸੇਜਿਸ ਸੁਣਾਵਾਂ ਜਿਹੜੀਆਂ ਕਿ ਰੋ ਕੇ ਮੈਂ ਮਰ ਜਾਵਾਂਗੀ, ਮੇਰੀ ਛੋਟੀ ਬੱਚੀ ਔਰ ਇਹ ਹੋ ਜਾਏਗਾ ਉਹ ਹੋ ਜਾਏਗਾ। ਅਤੇ ਜਦੋਂ ਉਹਨਾਂ ਨੂੰ ਅਸੀਂ 1-2 ਮਹੀਨੇ ਲਗਾ ਕੇ ਰੈਸਕਿਊ ਕਰਕੇ ਇੱਥੇ ਭੇਜਿਆ, ਮਤਲਬ ਤੁਹਾਨੂੰ ਅੰਬੈਸੀ ਦੀਆਂ ਵੀ ਰਿਕੁਐਸਟਾਂ ਕਰਨੀਆਂ ਪੈਂਦੀਆਂ ਕਿਉਂਕਿ ਅਫੀਸ਼ੀਅਲਸ ਨੂੰ ਹੋਰ ਬੜੇ ਕੰਮ ਹੁੰਦੇ ਨੇ। ਅਸੀਂ ਸੋਚਦੇ ਹਾਂ ਕਿ ਸਾਡੇ ਵਾਸਤੇ ਹੀ ਬੈਠੇ ਨੇ ਲੇਕਿਨ ਫਿਰ ਵੀ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਆਪਣੀ ਡਿਊਟੀ ਸਮਝਦੇ ਹੋਏ ਧੀਆਂ ਭੈਣਾਂ ਦੀ ਪੂਰੀ ਪ੍ਰੋਪਰ ਹੈਲਪ ਕਰਕੇ ਭੇਜਦੇ ਨੇ। ਅਤੇ ਅਗਲੇ ਦਿਨ ਜਿਹੜਾ ਉਹਨਾਂ ਦਾ ਐਕਚੁਅਲ ਜੋ ਹੋਣਾ ਚਾਹੀਦਾ, ਉਹਨਾਂ ਦੇ ਦਿਲੋਂ ਆਵਾਜ਼ ਨਿਕਲਣੀ ਚਾਹੀਦੀ ਹੈ ਕਿ ਮੈਨੂੰ ਇਹਨਾਂ ਨੇ ਕੱਢਿਆ, ਮੈਂ ਦੂਜਿਆਂ ਨੂੰ ਆ ਕੇ ਅਵੇਅਰ ਕਰਾਂ। ਐਟਲੀਸਟ ਅਸੀਂ ਤੁਹਾਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਆ ਕੇ ਸਿੱਧਾ ਹੀ ਮੀਡੀਆ ਸਾਹਮਣੇ ਬੈਠ ਜਾਓ। ਤੁਸੀਂ ਆਪਣਾ ਫੇਸ ਕਵਰ ਕਰਕੇ ਐਟਲੀਸਟ ਦੱਸ ਤਾਂ ਸਕਦੇ ਹੋ ਕਿ ਕਿਸੇ ਧੀ ਭੈਣ ਨੂੰ ਅਰਬ ਕੰਟਰੀ ਨਹੀਂ ਜਾਣਾ ਚਾਹੀਦਾ। ਔਰ ਇੱਕ ਚੀਜ਼ ਮੈਂ ਹੋਰ ਦੇਖੀ, ਜਿਹੜੀਆਂ ਸਾਡੀਆਂ ਧੀਆਂ ਭੈਣਾਂ ਉੱਥੇ ਗਈਆਂ ਨੇ ਜਿਹੜੀਆਂ ਪੁਰਾਣੀਆਂ ਨੇ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਉੱਥੇ ਹਰ ਰੂਮ ਦੇ ਵਿੱਚ, ਹਰ ਦੂਸਰੇ ਤੀਸਰੇ ਰੂਮ ਦੇ ਵਿੱਚ ਇੱਕ ਦਲਾਲ ਬੈਠਾ ਹੈ, ਉਹ ਚਾਹੇ ਮੁੰਡਾ ਹੈ ਅਤੇ ਚਾਹੇ ਕੁੜੀ ਹੈ। ਜਿਹੜੀਆਂ ਥੋੜ੍ਹੀ ਬਹੁਤ ਸੈਟਲ ਨੇ ਉਹਨਾਂ ਨੂੰ ਐਂ ਲੱਗਦਾ ਕਿ ਇਹ ਬੜਾ ਈਜ਼ੀ ਮਨੀ ਹੈ ਵੀ ਕੁੜੀਆਂ ਬੁਲਾਓ, ਉਹਨਾਂ ਕੋਲ 50-50 60-60 ਹਜ਼ਾਰ ਰੁਪਈਆ ਲਓ ਅਤੇ ਉਹ ਫਿਰ ਆਪਾਂ ਬੁਲਾਈ ਜਾਵਾਂਗੇ, ਉਹ ਅੱਗੇ ਜਿੱਧਰ ਮਰਜ਼ੀ ਜਾਣ। ਅਸੀਂ ਉਹਨਾਂ ਨੂੰ ਵਿਜ਼ਟਰ ਵੀਜ਼ਾ ਜਿਹੜਾ 5-7 ਹਜ਼ਾਰ 8 ਹਜ਼ਾਰ ਰੁਪਏ ਦਾ ਮਿਲਦਾ ਹੈ, ਉਹ 1.5 ਲੱਖ ਰੁਪਏ 'ਚ ਉਹ ਕੁੜੀਆਂ ਉਹਨਾਂ ਤੋਂ ਲੈਂਦੀਆਂ ਨੇ ਔਰ ਫਿਰ ਕੋਸ਼ਿਸ਼ ਕਰਦੀਆਂ ਨੇ ਕਿ ਅੱਗੇ ਜੋ ਹੈ ਗਲਤ ਕੰਮਾਂ 'ਚ ਉਹਨਾਂ ਨੂੰ ਧੱਕਣ ਦੀ ਕੋਸ਼ਿਸ਼ ਕਰਦੀਆਂ ਨੇ। ਕਈ ਕੁੜੀਆਂ ਹੁੰਦੀਆਂ ਜਿਹੜੀਆਂ ਰਿਐਕਟ ਕਰਦੀਆਂ ਨੇ, ਲੇਕਿਨ ਰੀਸੈਂਟਲੀ ਅਸੀਂ ਇਹ ਟ੍ਰੈਂਡ ਵੀ ਦੇਖਿਆ ਕਿ ਖੁਦ ਕੁੜੀਆਂ ਜੋ ਹੈ ਉਹ ਜਾ ਕੇ ਖੁਦ ਹੀ ਇਹ ਕੰਮ ਦੇ ਵਿੱਚ ਇੰਡਲਜ ਹੋ ਜਾਂਦੀ ਹੈ, ਪ੍ਰੋਸਟੀਟਿਊਸ਼ਨ ਜੀ। ਸੋ ਐਸੇ ਹਾਲਾਤ ਨੇ, ਜਦੋਂ ਕਿਸੇ ਨੂੰ ਦੱਸਦੇ ਆ ਕਿ ਇੱਦਾਂ ਅਰਬ ਦੇ ਹਾਲਾਤ ਹੁੰਦੇ, ਤੁਹਾਨੂੰ ਨਹੀਂ ਜਾਣਾ ਚਾਹੀਦਾ, ਫਿਰ ਲੋਕ ਕਹਿੰਦੇ ਨਹੀਂ। ਹੁਣ ਅਸੀਂ ਪਿੱਛੇ ਜੀ ਇੱਕ ਪਾਕਿਸਤਾਨੀ ਏਜੰਟ ਸੀਗਾ, ਉਹਨੇ ਸਾਨੂੰ ਚੈਲੰਜ ਕੀਤਾ ਕਿ 10 ਕੁੜੀਆਂ ਦੇ ਵੀਜ਼ੇ ਲੱਗੇ ਹੋਏ ਨੇ ਪੰਜਾਬ ਤੋਂ, ਪੰਜਾਬ ਦੀ ਕੁੜੀਆਂ ਮੈਂ ਲੈ ਕੇ ਆਇਆ, ਤੁਸੀਂ ਰੋਕ ਕੇ ਦਿਖਾਓ। ਉਹ 10 ਕੁੜੀਆਂ ਵੀ ਅਸੀਂ ਲੱਭ ਲਈਆਂ, ਉਹਨਾਂ ਨਾਲ ਕੰਟੈਕਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਸਾਡੇ 'ਤੇ ਵੀਜ਼ੇ ਲੱਗੇ ਨੇ, ਅਸੀਂ ਜਾਵਾਂਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਲੋਕ ਵੀ ਨਹੀਂ ਹਟਦੇ, ਅਵੇਅਰ ਕਰਨ ਦੇ ਬਾਵਜੂਦ ਵੀ ਨਹੀਂ ਹਟਦੇ। ਲੋਕਾਂ ਦਾ ਇਹ ਜਿਹੜੇ ਹਾਲਾਤ ਬਣੇ ਹੋਏ ਨੇ, ਲੋਕ ਤੁਸੀਂ ਕਹਿ ਰਹੇ ਹੋ ਹਟਦੇ ਨਹੀਂ, ਦੇਖ ਕੇ ਵੀ ਸੇਵਾ ਜਾਰੀ ਰਹਿੰਦੀ ਹੈ ਜਾਂ ਜਦੋਂ ਲੋਕ ਬਲੌਕ ਕਰ ਦਿੰਦੇ ਨੇ ਉਸ ਤੋਂ ਬਾਅਦ ਵੀ ਮਨ ਕਰਦਾ ਕਿ ਕੋਈ ਗੱਲ ਨਹੀਂ, ਸ਼ਾਇਦ ਅਗਲਾ ਬੰਦਾ ਇੱਦਾਂ ਨਹੀਂ ਕਰੇਗਾ? ਦੇਖੋ ਦੁੱਖ ਤਾਂ ਭੈਣ ਜੀ ਟੂ ਬੀ ਵੈਰੀ ਫਰੈਂਕ ਬਹੁਤ ਦੁੱਖ ਲੱਗਦਾ ਔਰ ਮੈਨੂੰ ਇਕੱਲੇ ਨੂੰ ਪੂਰੀ ਟੀਮ ਨੂੰ ਲੱਗਦਾ।
ਸੋ ਫਿਰ ਟੀਮ 'ਚ ਅਸੀਂ ਕੁਝ ਦਿਨ ਮਾਯੂਸੀ ਜੀ ਰਹਿੰਦੀ ਹੈ, 10-12 ਦਿਨ 15 ਦਿਨ। ਲੇਕਿਨ ਫਿਰ ਜਦੋਂ ਕੋਈ ਕੁੜੀ ਆਵਾਜ਼ ਅਗਲਾ ਲਗਾਉਂਦੀ, case ਆਉਂਦਾ। ਜਦੋਂ ਕੋਈ ਕੁੜੀ ਆਵਾਜ਼ ਲਗਾਉਂਦੀ ਕਿ ਵੀਰ ਜੀ ਮੈਂ ਫਸੀ ਹਾਂ ਜਾਂ ਮੈਂ ਤੁਹਾਨੂੰ ਦੱਸਣਾ ਕਿ ਅਗਰ ਤੁਸੀਂ ਵੀ ਨਾ ਬੇਸ਼ੱਕ ਤੁਹਾਨੂੰ ਕੋਈ ਬਲੌਕ ਕਰ ਜੇ, ਕੁਝ ਵੀ ਕਰ ਜੇ, ਲੇਕਿਨ ਅਗਰ ਤੁਸੀਂ ਉਹ ਕੁੜੀਆਂ ਦੇ ਮੈਸੇਜ ਸੁਣੋਗੇ ਨਾ ਜਦੋਂ ਫਸੀਆਂ ਹੁੰਦੀਆਂ, ਉਹ ਮੈਸੇਜ ਸੁਣ ਕੇ ਕਿਸੇ ਦੇ ਵੀ ਦਿਲ 'ਚੋਂ ਆਵਾਜ਼ ਆਏਗੀ ਨਹੀਂ ਯਾਰ ਮੇਰੀ ਪੰਜਾਬੀ ਧੀ ਭੈਣ ਹੈ, ਮੈਂ ਇਹਨੂੰ ਇੱਦਾਂ ਫਸਿਆ ਨਹੀਂ ਛੱਡ ਸਕਦਾ। ਸੋ ਉਹ ਫਿਰ ਦਿਲ 'ਚੋਂ ਆਵਾਜ਼ ਆਉਂਦੀ ਨਹੀਂ ਯਾਰ ਕੁੜੀ ਕਿੱਥੇ ਫਸੀ ਹੈ ਨਾ, ਇਹਨੂੰ ਆਪਾਂ ਕੱਢਣਾ। ਸੋ ਫਿਰ ਉਹ ਚੀਜ਼ ਜਿਹੜੀ ਹੈ ਉਹ ਅੰਦਰੋਂ ਜ਼ੋਰ ਮਾਰਦੀ ਹੈ ਕਿ ਚੱਲ ਕੋਈ ਗੱਲ ਨਹੀਂ, ਸ਼ਾਇਦ ਇਹ ਉਹੋ ਜਿਹੀ ਨਾ ਨਿਕਲੇ, ਸ਼ਾਇਦ ਇਹ ਆ ਕੇ ਦੂਜਿਆਂ ਨੂੰ ਅਵੇਅਰ ਕਰ ਦੇ। ਲੇਕਿਨ ਮੋਸਟ ਆਫ ਕੇਸਿਸ ਦੇ ਵਿੱਚ ਇੰਝ ਹੀ ਹੁੰਦਾ ਹੈ, ਆਉਣ ਤੋਂ ਪਹਿਲਾਂ ਦਾ ਜਿਹੜਾ ਰੂਪ ਹੈ ਉਹ ਅਲੱਗ ਹੁੰਦਾ ਹੈ ਤੇ ਇੱਥੇ ਪਹੁੰਚ ਕੇ ਫਿਰ ਉਹ ਬਿਲਕੁਲ ਹੀ ਅਲੱਗ ਹੋ ਜਾਂਦਾ। ਬਹੁਤ ਲੋਕ ਅਜਿਹੇ ਨੇ ਜਿਨ੍ਹਾਂ ਦੇ ਘਰ ਤੁਸੀਂ ਬਣਵਾਏ ਨੇ, ਜਿਹੜੇ ਬੇਘਰ ਸੀਗੇ, ਜਿਹੜੇ ਕੱਚੇ ਘਰਾਂ ਦੇ ਵਿੱਚ ਰਹਿੰਦੇ ਸੀ, ਜਿਨ੍ਹਾਂ ਕੋਲ ਇੱਕ ਟਾਈਮ ਖਾਣ ਦੇ ਲਈ ਰੋਟੀ ਨਹੀਂ ਹੁੰਦੀ ਸੀ, ਉਹਨਾਂ ਦੀ ਮਦਦ ਕੀਤੀ ਹੈ। ਤਾਂ ਉਹ ਵੀ ਕਦੋਂ ਸ਼ੁਰੂ ਹੋਇਆ ਸਿਲਸਿਲਾ ਇੱਕ ਲੋਕਾਂ ਦੇ ਘਰ ਬਣਾਉਣ ਦਾ? ਕਿੰਨੇ ਕੁ ਘਰ ਬਣਾ ਚੁੱਕੇ ਹੋ? ਸੁਮਨ ਜੀ ਹੁਣ ਤੱਕ ਅਸੀਂ 4 ਗੁਰੂ ਕਿਰਪਾ ਨਿਵਾਸ ਜੋ ਹੈ 4 ਬਣਾ ਚੁੱਕੇ ਹਾਂ। ਔਰ ਸਿਰਫ ਇੱਦਾਂ ਨਹੀਂ ਕਿ ਮੈਂ ਮੋਸਟਲੀ ਦੇਖਦਾ ਕਈ ਸੰਸਥਾਵਾਂ ਇਹੋ ਜਿਹੀਆਂ ਨੇ ਕਿ ਪੈਸਾ NRI ਤੋਂ ਬੇਸ਼ੁਮਾਰ ਮੰਗਾ ਲੈਂਦੀਆਂ ਨੇ ਤੇ 2 ਕਮਰੇ ਬਣਾ ਕੇ ਤੇ ਉੱਪਰ ਬਾਲੀਆਂ ਦੀ ਛੱਤ ਪਾ ਕੇ ਕਹਿੰਦੇ ਦੇਖੋ ਜੀ ਅਸੀਂ ਇਹ ਬਣਾਤਾ। ਅਸੀਂ 8-8 8.5 ਲੱਖ ਦੀਆਂ ਕੋਠੀਆਂ ਬਣਾ ਕੇ ਦਿੱਤੀਆਂ ਉਹਨਾਂ ਨੂੰ, ਤਾਂ ਕਿ ਉਹਨਾਂ ਨੂੰ ਸਾਰੀ ਉਮਰ ਇੱਕ ਕਿੱਟ ਲਾਉਣ ਦੀ ਵੀ ਲੋੜ ਨਾ ਪਵੇ, ਕਿਉਂਕਿ ਉਹਨਾਂ 'ਚ ਆਪ ਇੰਨੀ ਜ਼ਰੂਰਤ ਹੀ ਨਹੀਂ ਕਿ ਉਹ ਸ਼ਾਇਦ ਇੱਕ ਕਿੱਟ ਵੀ ਲਗਾ ਸਕਣ। ਸੋ ਉਹਨਾਂ ਨੂੰ ਪੂਰਾ ਅਸੀਂ ਕੋਠੀਆਂ ਬਣਾ ਕੇ ਦਿੱਤੀਆਂ ਨੇ। ਜਿੱਦਾਂ ਮੈਂ ਆਪਣਾ ਪਹਿਲਾਂ ਮੈਂ ਗੱਲ ਕਰ ਰਿਹਾ ਸੀਗਾ ਕਿ ਅਸੀਂ 4 ਗੁਰੂ ਕਿਰਪਾ ਨਿਵਾਸ ਬਣਾ ਕੇ ਦਿੱਤੇ ਨੇ, 2 ਡਿਸਟ੍ਰਿਕਟ ਯਮੁਨਾਨਗਰ ਦੇ ਵਿੱਚ ਨੇ, ਇੱਕ ਅਟਾਰੀ ਬਾਰਡਰ ਦੇ ਨੇੜੇ ਹੈ ਔਰ ਇੱਕ ਹਿਮਾਚਲ ਦੇ ਵਿੱਚ ਹੈ। ਜਿਹੜਾ ਅਟਾਰੀ ਬਾਰਡਰ ਦੇ ਨੇੜੇ ਜਿਹੜਾ ਅਸੀਂ ਗੁਰੂ ਕਿਰਪਾ ਨਿਵਾਸ 3 ਬਣਾਇਆ ਸੀਗਾ, ਉਹ ਦੋ ਮੀਆਂ ਬੀਬੀ ਦੋਨੋਂ ਹੈਂਡੀਕੈਪਡ ਸੀਗੇ, ਉਹਨਾਂ ਦੀਆਂ ਲੱਤਾਂ ਨਹੀਂ ਹੈ, ਉਹ ਹੱਥਾਂ ਨਾਲ ਚੱਲਦੇ ਸੀਗੇ। ਸੋ ਬਰਸਾਤ ਦੇ ਵਿੱਚ 2 ਕਮਰੇ ਸੀ, ਉਹਨਾਂ ਦੋਨੋਂ ਕਮਰਿਆਂ ਦੇ ਉੱਪਰ ਲੈਂਟਰ ਡਿੱਗ ਗਿਆ ਔਰ ਉਸ ਦਿਨ ਮੇਰੇ ਗਰੁੱਪ ਮੈਂਬਰ ਨੂੰ ਮੈਂ ਭੇਜਿਆ ਸੀਗਾ, ਉਹ ਤੁਹਾਡੇ ਹੀ ਚੈਨਲ ਤੇ ਆਈ ਸੀ ਵੀਡੀਓ ਸਭ ਤੋਂ ਪਹਿਲਾਂ। ਔਰ ਫਿਰ ਮੈਂ ਆਪਣੇ ਗਰੁੱਪ ਦਾ ਮੈਂਬਰ ਭੇਜਿਆ, ਮੇਰੇ ਗਰੁੱਪ ਵਾਲਿਆਂ ਨੇ ਸਾਰੇ ਨੇ ਕਿਹਾ ਵੀਰ ਜੀ ਇਹਨਾਂ ਦਾ ਘਰ ਬਣਾਉਣਾ ਚਾਹੀਦਾ, ਦੋਨੋਂ ਲੱਤਾਂ ਤੋਂ ਹੀਣ ਨੇ, ਇਹਨਾਂ ਦਾ ਘਰ ਜ਼ਰੂਰ ਬਣਾਉਣਾ ਚਾਹੀਦਾ। ਸੋ ਸਾਡਾ ਉੱਥੇ ਕੋਈ ਬੰਦਾ ਵੀ ਨਹੀਂ ਸੀਗਾ, ਜਿਹੜਾ ਇੱਕ ਸਾਡਾ ਗਰੁੱਪ ਮੈਂਬਰ ਸੀਗਾ ਉਹ 40-50 ਕਿਲੋਮੀਟਰ ਤੋਂ ਜਾ ਕੇ ਸੇਵਾ ਦੀ ਦੇਖ ਰੇਖ ਕਰਦਾ ਸੀ, ਪੈਸੇ ਵੀ ਅਸੀਂ ਉਹਨੂੰ ਹੀ ਭੇਜਦੇ ਸੀਗੇ। ਸੋ 4.5 ਮਹੀਨੇ 6 ਮਹੀਨੇ ਲਗਾ ਕੇ ਅਸੀਂ ਘਰ ਬਣਾਇਆ। ਔਰ ਘਰ ਬਣਨ ਤੋਂ ਬਾਅਦ ਜਦੋਂ ਸਾਰਾ ਮੀਡੀਆ ਗਿਆ ਉਸ ਦਿਨ, ਜਿਸ ਦਿਨ ਇਨੈਗੋਰੇਸ਼ਨ ਸੀਗਾ, ਮੇਰੇ ਪੇਰੈਂਟਸ ਵੀ ਗਏ ਸੀਗੇ। ਸੋ ਮੀਡੀਆ ਨੇ ਉਹਨੂੰ ਪੁੱਛਿਆ ਕਿ ਹਾਂ ਤੁਸੀਂ ਹੁਣ ਠੀਕ ਹੋ, ਖੁਸ਼ ਹੋ, ਤੁਹਾਡਾ ਪੂਰਾ ਵਧੀਆ ਹੈ, ਇੰਨਾ ਵਧੀਆ ਤੁਹਾਨੂੰ ਕੋਠੀ ਬਣਾ ਦਿੱਤੀ ਤੁਹਾਨੂੰ। ਅੱਗੇ ਅਸੀਂ ਉਹਨੂੰ ਦੁਕਾਨ ਵੀ ਬਣਾ ਕੇ ਦਿੱਤੀ, ਪੂਰਾ ਵਿਹੜਾ ਪੱਕਾ ਕਰ ਦਿੱਤਾ ਕਿ ਹੱਥਾਂ ਨਾਲ ਚੱਲਦੇ ਨੇ, ਇਹਨਾਂ ਹੱਥਾਂ ਨੂੰ ਵੀ ਕਦੇ ਮਿੱਟੀ ਨਾ ਲੱਗੇ। ਸੋ ਇੰਨਾ ਕੁਝ ਕਰਕੇ ਦਿੱਤਾ। ਤੇ ਜਦੋਂ ਮੀਡੀਆ ਨੇ ਪੁੱਛਿਆ ਕਿ ਹਾਂ ਜੀ ਹੁਣ ਤੁਸੀਂ ਖੁਸ਼ ਹੋ, ਤੇ ਉਸ ਬੰਦੇ ਦਾ ਅੱਗੋਂ ਜਵਾਬ ਸੀਗਾ ਜੀ ਮੇਰੀ ਕੋਠੇ ਤੇ ਟੈਲਾਂ ਨਹੀਂ ਲਗਾ ਕੇ ਦਿੱਤੀਆਂ। ਸੋ ਮਤਲਬ ਤੁਸੀਂ ਸੋਚੋ ਕਿ ਅਸੀਂ 8 ਮਹੀਨੇ ਪੂਰੀ ਦੁਨੀਆ ਤੋਂ ਇੱਕ ਪੈਸਾ ਜਮ੍ਹਾਂ ਕਰਕੇ ਤੇ ਇੱਕ ਅਪਾਹਿਜ ਜੋੜੇ ਵਾਸਤੇ ਘਰ ਬਣਾਇਆ। ਔਰ ਉਹਨਾਂ ਨੇ ਮੀਡੀਆ ਤੇ ਇਹ ਗੱਲ ਕਹਿ ਦਿੱਤੀ ਕਿ ਦੇਖੋ ਜੀ ਸਾਡੇ ਕੋਠੇ ਤੇ ਟੈਲਾਂ ਨਹੀਂ ਲਗਾ ਕੇ ਦਿੱਤੀਆਂ। ਤੁਸੀਂ ਦੇਖੋ ਪੰਜਾਬ 'ਚ ਅਗਰ 100 ਲੋਕ, ਮਤਲਬ ਮੰਨ ਲਓ ਕਿ 100% ਲੋਕਾਂ ਦੇ ਮੰਨ ਲਓ ਕਿ ਅਗਰ ਘਰ ਲੈਂਟਰ ਵਾਲੇ ਹੋਣ, ਤੇ ਮੈਨੂੰ ਨਹੀਂ ਲੱਗਦਾ ਕਿ ਆਲਮੋਸਟ 30 ਜਾਂ 40% ਲੋਕ ਇਹੋ ਜਿਹੇ ਨੇ ਜਿਹਨੇ ਕਿਸੇ ਨੇ ਕੋਠੇ ਦੇ ਉੱਪਰ ਟੈਲ ਲਈ, ਜੋ ਲੈਂਟਰ ਪੈ ਗਿਆ ਫਿਰ ਟੈਲ ਦਾ ਕੀ ਮਤਲਬ ਹੈ ਨਾ। ਸੋ ਹੁਣ ਸ਼ੁਕਰ ਕਰਨ ਦੀ ਬਜਾਏ ਕਿ ਸਾਨੂੰ ਛੱਤ ਮਿਲ ਗਈ ਸੀ, ਅਕਿਰਤ ਘਣਤਾ ਜਿਹੜੀ ਹੈ ਨਾ ਉਹ ਸਾਡੇ ਵਿੱਚ ਕੁੱਟ ਕੇ ਭਰੀ ਹੋਈ ਹੈ ਜੀ। ਅਸੀਂ ਅਕਿਰਤ ਘਣ ਲੋਕ ਹਾਂ। ਸੋ 4 ਘਰ ਬਣਾਏ ਨੇ, 4ਾਂ ਦੇ ਵਿੱਚੋਂ 3 ਜਿਹੜੇ ਮਤਲਬ ਹੈਗੇ ਨੇ ਉਹ ਤਾਂ ਮਿਲੇ ਵੀ ਨਹੀਂ ਇੱਕ ਵਾਰ ਵੀ, ਨੋਟ ਈਵਨ ਅ ਸਿੰਗਲ ਟਾਈਮ ਉਹ ਆ ਕੇ ਮਿਲੇ ਵੀ ਨਹੀਂ, ਕਦੇ ਉਹਨਾਂ ਨਾਲ ਫੋਨ ਵੀ ਨਹੀਂ ਕੀਤਾ, ਕਦੇ ਮੈਸੇਜ ਵੀ ਨਹੀਂ ਕੀਤਾ। ਸਿਰਫ ਇੱਕ ਪਰਿਵਾਰ ਹੈ ਜਿਹੜਾ ਇਨ ਟੱਚ ਹੈਗਾ। ਇਹ ਸਾਡੇ ਲੋਕਾਂ 'ਚ ਬਹੁਤ ਮਤਲਬ ਫਿਤਰਤਨ ਐਸੇ ਨੇ ਕਿ ਜਦ ਤੱਕ ਕੰਮ ਨਹੀਂ ਹੋਇਆ ਤਾਂ ਤੱਕ ਵੀਰ ਜੀ, ਔਰ ਜਦੋਂ ਕੰਮ ਹੋ ਗਿਆ ਉਹਦੇ ਬਾਅਦ ਨਾ ਸ਼ੁਕਰੇ। ਅਸੀਂ ਕਦੋਂ ਤੱਕ ਤਬਾਹ ਹੁੰਦੇ ਰਵਾਂਗੇ? ਅਸੀਂ ਕਦੋਂ ਤੱਕ ਆਪਣੇ ਆਪ ਨੂੰ ਕਿਸੇ ਦੇ ਹੱਥ ਫੜਾ ਕੇ ਉਹਨਾਂ ਨੂੰ ਕਵਾਂਗੇ ਕਰ ਲਓ, ਸਾਡਾ ਸ਼ਿਕਾਰ ਕਰ ਲਓ? ਸੁਭਨ ਜੀ ਮੈਨੂੰ ਲੱਗਦਾ ਇਹਦੇ ਪਿੱਛੇ 2 ਚੀਜ਼ਾਂ ਨੇ। ਇੱਕ ਤਾਂ ਅਸੀਂ ਇੰਨੇ ਅਵੇਅਰਨੈਸ ਦੀ ਕਮੀ ਹੈ, ਔਰ ਦੂਸਰਾ ਇੱਥੇ ਰੋਜ਼ਗਾਰ ਦੀ ਕਮੀ ਹੈ। ਅਗਰ ਇਹ 2 ਚੀਜ਼ਾਂ ਅਸੀਂ ਅਵੇਅਰ ਹੋ ਜਾਈਏ, ਥੋੜੇ ਪੜ੍ਹੇ ਲਿਖੇ ਹੋ ਜਾਈਏ ਔਰ ਸਾਨੂੰ ਰੋਜ਼ਗਾਰ ਇੱਥੇ ਮਿਲਣਾ ਸ਼ੁਰੂ ਹੋ ਜਾਏ, ਫਿਰ ਅਸੀਂ ਸ਼ਾਇਦ ਬਾਹਰ ਨਹੀਂ ਜਾਵਾਂਗੇ। ਰੀਸੈਂਟ ਕੇਸ ਹੈ ਇੱਕ ਸੰਦੀਪ ਸਿੰਘ ਜੀ ਦਾ, ਜੋ ਕਿ ਇੱਥੋਂ ਮੋਗੇ ਦੇ ਧੱਲੇ ਕੇ ਪਿੰਡ ਤੋਂ ਹੈ। ਉਹ ਜਿਸ ਦਿਨ ਆਪਣਾ ਉੱਥੇ ਪਹੁੰਚਿਆ, ਉਸ ਤੋਂ ਅਗਲੇ ਦਿਨ ਉਹਨੂੰ ਕਹਿੰਦੇ ਵੀ ਟਰੱਕ ਚਲਾਓ ਜੀ। ਉਹ ਕਹਿੰਦੇ ਮੈਂ ਤਾਂ ਵੀ ਅਜੇ ਲਾਇਸੈਂਸ ਬਣਾਵਾਂਗਾ, ਟਰੱਕ ਚਲਾਵਾਂ। ਕਹਿੰਦੇ ਨਹੀਂ ਕੋਈ ਗੱਲ ਨਹੀਂ, ਟਰੱਕ ਚਲਾਓ। 20 ਦਿਨ ਉਹਨੇ ਟਰੱਕ ਚਲਾਇਆ, 21ਵੇਂ ਦਿਨ ਉਹਦੇ ਤੋਂ ਐਕਸੀਡੈਂਟ ਹੋ ਗਿਆ। ਐਕਸੀਡੈਂਟ ਹੋਇਆ ਇੱਕ ਇੰਡੀਅਨ ਕਸ਼ਮੀਰੀ ਮੁੰਡੇ ਨਾਲ, ਉਹਦੀ ਇੱਕ ਲੱਤ ਕੱਟੀ ਗਈ ਔਰ ਇਹਨੂੰ ਚੁੱਕ ਕੇ ਉਹਨਾਂ ਨੇ ਅੰਦਰ ਕਰਤਾ ਕਿ ਤੂੰ ਐਕਸੀਡੈਂਟ ਕੀਤਾ ਔਰ ਬੰਦੇ ਦੀ ਲੱਤ ਕੱਟੀ ਗਈ ਹੈ। 1,50,000 ਰਿਆਲ ਦਾ ਉਹਦੇ ਤੇ ਜੁਰਮਾਨਾ ਪਾਇਆ। ਇੰਡੀਅਨ ਕਿੰਨਾ ਹੈ? ਇੰਡੀਅਨ ਤੁਸੀਂ ਇਹ ਹਿਸਾਬ ਲਗਾ ਲਓ ਕਿ ਕਰੀਬ 30 ਲੱਖ ਰੁਪਇਆ। 30 ਲੱਖ। ਇੱਕ ਬੰਦਾ ਜਿਹੜਾ ਆਪਣਾ ਘਰੋਂ ਟੈਂਪੂ ਵੇਚ ਕੇ, ਆਪਣਾ 3 ਵੀਲਰ ਵੇਚ ਕੇ, ਆਟੋ ਵੇਚ ਕੇ ਸਾਊਦੀ ਅਰਬ ਗਿਆ ਆਪਣੇ ਘਰ ਦਾ ਰੋਜ਼ਗਾਰ ਚਲਾਉਣ ਵਾਸਤੇ, ਜਿੰਨੇ ਆਪਣੀ ਪਹਿਲੀ ਤਨਖਾਹ ਵੀ ਨਹੀਂ ਲਈ, ਉਹ ਬੰਦਾ 30 ਲੱਖ ਰੁਪਏ ਕਿੱਥੋਂ ਦੇ ਦੇਗਾ ਜਦੋਂ ਤੋਂ ਤੁਸੀਂ ਬਾਏ ਫੋਰਸ ਉਹਦੇ ਕੋਲ ਟਰੱਕ ਚਲਵਾ ਰਹੇ ਹੋ? ਉਹਦੇ ਕੋਲ ਲਾਇਸੈਂਸ ਨਹੀਂ, ਕਿਉਂਕਿ ਲਾਇਸੈਂਸ ਉਹ ਪੂਰਾ ਪ੍ਰੋਪਰ ਟ੍ਰੇਨਿੰਗ ਦਿੰਦੇ ਹੈ। ਉਹ ਉੱਥੇ ਕਈ ਕੰਟਰੀ ਦੇ ਵਿੱਚ ਰਾਈਟ ਹੈਂਡ ਡਰਾਈਵ ਹੈ, ਕਿਤੇ ਵਿੱਚ ਲੈਫਟ ਹੈਂਡ ਡਰਾਈਵ ਹੈ। ਇੱਥੋਂ ਜਾ ਕੇ ਬੰਦਾ ਇੰਨੀ ਜਲਦੀ ਯੂਜ਼ ਟੂ ਨਹੀਂ ਹੁੰਦਾ, ਲੇਕਿਨ ਤੁਸੀਂ ਉਹਨੂੰ ਉਤਰਦੇ ਹੀ ਕਹਿ ਰਹੇ ਹੋ ਕਿ ਵੀ ਆਹ ਆਪਣਾ ਟਰੱਕ ਚੱਕ ਤੇ ਚਲਾ।
ਸੋ ਫਿਰ ਐਸਾ ਹੀ ਹੋਏਗਾ। ਸੋ ਉਹੀ ਕੇਸ ਹੋਇਆ ਤੇ ਉਹ ਮੁੰਡਾ ਅੰਦਰ ਹੈ। ਹੁਣ ਉਹ ਕਰੀਬ 5 ਸਾਲ ਬਾਅਦ ਅਸੀਂ ਸਾਡੇ ਗਰੁੱਪ ਮੈਂਬਰ ਨੇ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਉਹਨਾਂ ਨੇ 10 ਲੱਖ ਰੁਪਇਆ ਜਮ੍ਹਾਂ ਕਰਕੇ ਤੇ ਐਕਚੁਅਲੀ 1,50,000 ਰਿਆਲ ਜੋ ਉਹਦੇ ਤੇ ਕਲੇਮ ਸੀਗਾ ਉਹ ਉਹਦੇ ਚੋਂ 1 ਲੱਖ ਜੋ ਹੈ ਉਹ ਇੰਸ਼ੋਰੈਂਸ ਨੇ ਦੇਣਾ ਸੀਗਾ ਔਰ 50,000 ਸੰਦੀਪ ਸਿੰਘ ਨੇ ਦੇਣਾ ਸੀ। ਸੋ ਸੰਦੀਪ ਸਿੰਘ ਦੇ ਹਿੱਸੇ ਦਾ ਜਿਹੜਾ ਪੈਸਾ ਸੀਗਾ ਉਹ ਅਸੀਂ ਪੇ ਕੀਤਾ ਹੈ, ਸਾਡੇ ਗਰੁੱਪ ਨੇ ਪੇ ਕੀਤਾ ਹੈ ਔਰ ਟੋਰਾਂਟੋ ਤੋਂ ਵੀਰ ਨੇ ਜਸਵਿੰਦਰ ਸਿੰਘ ਜੀ ਉਹਨਾਂ ਨੇ ਪੇ ਕੀਤਾ ਹੈ। ਸਾਰੇ ਉਹਨਾਂ ਦੇ ਗਰੁੱਪ ਜਿਹੜਾ ਹੈ ਟੋਰਾਂਟੋ ਤੋਂ ਉਹਨਾਂ ਨੇ ਇਕੱਠਾ ਪੇ ਕਰਕੇ ਅਸੀਂ 10 ਲੱਖ ਰੁਪਈਆ ਪੇ ਕਰਕੇ ਉਹਨੂੰ ਛੁਡਵਾਇਆ ਔਰ ਗੁਰੂ ਮਹਾਰਾਜ ਮਿਹਰ ਕੀਤੀ ਤੇ ਸ਼ਾਇਦ ਹੋਰ 15-20 ਦਿਨਾਂ ਤੱਕ ਹੁਣ 5.5 ਸਾਲ ਬਾਅਦ ਉਹ ਹੁਣ ਇੰਡੀਆ ਆਏਗਾ। ਸੋ ਇਸ ਤਰ੍ਹਾਂ ਕਈ ਵਾਰ ਜੋ ਅਸੀਂ ਮਦਦ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਅਗਰ ਕੋਈ ਵੀਰ ਭੈਣ ਫਸਿਆ, ਅੱਜ ਵੀ ਰਾਤ ਵੀ ਮੇਰੇ ਕੋਲ ਮੈਸੇਜ ਆਇਆ ਸੀਗਾ ਕੋਈ ਮੁੰਡੇ ਤੋਂ ਇੱਦਾਂ ਹੀ ਐਕਸੀਡੈਂਟ ਹੋਇਆ, 5 ਸਾਲ ਤੋਂ ਜੇਲ੍ਹ 'ਚ ਰਿਹਾ, ਹੁਣ ਉਹ ਜੇਲ੍ਹ 'ਚੋਂ ਨਿਕਲਿਆ ਤੇ ਕੱਲ੍ਹ ਉਹਨੂੰ ਹਾਰਟ ਅਟੈਕ ਆ ਗਿਆ। 5 ਸਾਲ ਜੇਲ੍ਹ 'ਚ ਰਿਹਾ, ਹਾਰਟ ਅਟੈਕ ਆ ਗਿਆ, ਡੈਥ ਹੋ ਗਈ ਹੈ। ਹੁਣ ਉਹਦੀ ਬੋਡੀ ਲਿਆਉਣ ਕੋਈ ਪਤਾ ਨਹੀਂ ਕਿੱਦਾਂ ਆਏਗੀ ਕਿੱਦਾਂ ਨਹੀਂ ਆਏਗੀ। ਜਿਹੜੀ ਮ੍ਰਿਤਕ ਦੇਹਾਂ ਹੁੰਦੀਆਂ ਨੇ ਇਹ ਜ਼ਿੰਮੇਵਾਰੀ ਵੀ ਚੁੱਕਦੇ ਹੋ ਤੁਸੀਂ ਵਾਪਸ ਲਿਆਉਣ ਪਰਿਵਾਰ ਨੂੰ? ਸੁਮਨ ਜੀ ਹੁਣ ਤੱਕ ਅਲੱਗ-ਅਲੱਗ ਕੰਟਰੀਜ਼ ਦੇ ਵਿੱਚੋਂ, ਕੁਵੈਤ ਦੇ ਵਿੱਚੋਂ, ਦੁਬਈ ਦੇ ਵਿੱਚੋਂ, ਸਾਊਦੀ ਅਰਬ ਦੇ ਵਿੱਚੋਂ ਆਲਮੋਸਟ 30 ਡੈਡ ਬੋਡੀਜ਼ ਜੋ ਨੇ ਉਹ ਅਸੀਂ ਫਲੋਟ ਕੀਤੀਆਂ ਨੇ, ਸਾਡੇ ਗਰੁੱਪ ਨੇ ਇੰਡੀਆ ਪਹੁੰਚਾਈਆਂ ਨੇ ਉਹਨਾਂ ਦੇ ਪਰਿਵਾਰਾਂ ਤੱਕ। ਜਾਣ ਤੋਂ ਪਹਿਲਾਂ ਮੈਂ ਇੱਕ ਸੁਨੇਹਾ ਤੁਹਾਡੇ ਤੋਂ ਲੈਣਾ ਚਾਹੁੰਦੀ ਹਾਂ। ਅੱਜ ਮੈਨੂੰ ਪੂਰੀ ਉਮੀਦ ਹੈ ਕਿ ਉਹ ਲੋਕ ਵੀ ਤੁਹਾਨੂੰ ਸੁਣ ਰਹੇ ਹੋਣੇ ਨੇ ਜਿਨ੍ਹਾਂ ਨੇ ਤੁਹਾਡਾ ਸ਼ੁਕਰ ਨਹੀਂ ਕੀਤਾ, ਜਿਹੜੇ ਨਾ ਸ਼ੁਕਰੇ ਨੇ, ਜਿਹੜੇ ਅਕ੍ਰਿਤਗਣ ਇੱਥੇ ਆ ਕੇ ਇਹ ਵੀ ਨਹੀਂ ਉਹਨਾਂ ਨੂੰ ਜ਼ਰੂਰੀ ਲੱਗਿਆ ਕਿ ਤੁਹਾਡਾ ਸ਼ੁਕਰੀਆ ਅਦਾ ਕਰ ਦਿੱਤਾ ਜਾਏ। ਉਹ ਲੋਕ ਸ਼ਾਇਦ ਸੁਣ ਰਹੇ ਹੋਣੇ ਨੇ, ਤਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਸੁਮਨ ਜੀ ਜਿੰਨੇ ਵੀ ਪੂਰੀ ਦੁਨੀਆ 'ਚ ਸਾਡਾ ਚੈਨਲ ਦੇਖਦੇ ਨੇ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ ਉੱਤੇ ਇਹੋ ਜਿਹੇ ਬੇਸ਼ੁਮਾਰ ਵੀਡੀਓਜ਼ ਨੇ ਜਿਨ੍ਹਾਂ ਵੀਡੀਓਜ਼ ਦੇ ਵਿੱਚ ਮੁੰਡੇ ਦੱਸ ਰਹੇ ਨੇ ਕਿ ਅਸੀਂ ਇੰਡੀਆ ਤੋਂ ਹੈਲਪ ਲੈ ਕੇ, ਵੀਰ ਜੀ ਦੀ ਹੈਲਪ ਲੈ ਕੇ ਅਸੀਂ ਕਿਸੇ ਗਲਫ ਕੰਟਰੀ 'ਚ ਆਏ ਹਾਂ, ਇੱਥੇ ਆ ਕੇ ਅਸੀਂ ਵੀਰ ਜੀ ਦੇ ਕਹਿਣ 'ਤੇ ਜਾਂ ਗਰੁੱਪ ਮੈਂਬਰ ਦੇ ਦੱਸਣ 'ਤੇ ਉਹਨਾਂ ਦੇ ਜੋ ਉਹਨਾਂ ਨੇ ਗਾਈਡੈਂਸ ਕੀਤੀ ਅਸੀਂ ਲਾਇਸੈਂਸ ਬਣਾਇਆ ਹੈ, ਉਹਦੇ ਬਾਅਦ ਅਸੀਂ ਕੈਨੇਡਾ ਆ ਗਏ ਹਾਂ। ਲੇਕਿਨ ਇਹ ਕੋਈ ਨਹੀਂ ਦੱਸਦਾ ਕਿ ਅਸੀਂ ਹੁਣ ਕੈਨੇਡਾ ਪਹੁੰਚ ਗਏ ਅਤੇ ਹੁਣ ਅੱਜ ਅਸੀਂ ਬਲੌਕ ਕਰ ਦਿੱਤਾ ਹੈ। ਇਹ ਸਭ ਤੋਂ ਵੱਡੀ, ਜਿੱਦਾਂ ਪਹਿਲਾਂ ਕਿਹਾ ਕਿ ਸਾਡੀ ਕੌਮ ਦੇ ਵਿੱਚ ਅਕਿਰਤ ਘਣਤਾ ਜਿਹੜੀ ਹੈ ਨਾ ਉਹ ਕੁੱਟ-ਕੁੱਟ ਕੇ ਭਰੀ ਹੈ। ਅਹਿਸਾਨ ਫਰਾਮੋਸ਼ੀ, ਅਸੀਂ ਇਹ ਨਹੀਂ ਕਹਿੰਦੇ ਕਿ ਜਿੱਦਾਂ ਪਹਿਲਾਂ ਵੀ ਬਹੁਤ ਵਾਰ ਕਹੀ ਮੈਂ ਇਹ ਗੱਲ ਵਿੱਚ ਕਿ ਤੁਸੀਂ ਡੇਲੀ ਉੱਠ ਕੇ ਸਲੂਟ ਮਾਰੋ। ਅਸੀਂ ਇਹ ਚਾਹੁੰਦੇ ਹਾਂ ਕਿ ਜੇ ਤੁਸੀਂ ਸਾਡੇ ਤੋਂ ਇੰਨਾ ਲੰਬਾ ਟਾਈਮ 2-2, 3-3 ਸਾਲ ਜੁੜ ਕੇ ਹੈਲਪ ਲਈ ਹੈ, ਮਦਦ ਲਈ ਹੈ, ਤੁਸੀਂ ਕਿਸੇ ਮੁਕਾਮ 'ਤੇ ਪਹੁੰਚੇ ਹੋ, ਤੁਸੀਂ ਫਾਈਨੈਂਸ਼ਲੀ ਹੈਲਪ ਨਹੀਂ ਕਰ ਸਕਦੇ, ਤੁਸੀਂ ਆਪਣੀ ਜ਼ੁਬਾਨ ਤਾਂ ਹਿਲਾ ਕੇ ਦੂਸਰੇ ਨੂੰ ਗਾਈਡ ਤਾਂ ਕਰ ਸਕਦੇ, ਉਹਦਾ ਤਾਂ ਕੋਈ ਮੁੱਲ ਨਹੀਂ ਲੱਗਦਾ। ਅੱਛਾ, ਇੱਕ ਹੋਰ ਬਹੁਤ ਬਹਾਨਾ ਹੁੰਦਾ ਸਾਡੇ ਅਮਰੀਕਾ ਕੈਨੇਡਾ ਵਾਲੇ ਡਰਾਈਵਰਾਂ ਕੋਲ ਕਿ ਜੀ ਵੈਸੇ ਨਾਰਮਲੀ ਕਹਿ ਲਓ ਕਿ ਅਮਰੀਕਾ ਕੈਨੇਡਾ ਦੇ ਜਿਹੜੇ ਸਾਡੇ ਲੋਕ ਨੇ ਪੰਜਾਬੀ ਨੇ ਉਹ ਕਹਿੰਦੇ ਬਹੁਤ ਬਿਜ਼ੀ ਹੈ ਜੀ, ਟਾਈਮ ਨਹੀਂ ਹੈ। ਤੁਸੀਂ ਇੱਕ ਦੇਖੋ ਕਿ 13-14 ਘੰਟੇ ਅਸੀਂ ਡਰਾਈਵ 'ਤੇ ਹੁੰਦੇ ਹਾਂ, ਜਿਹਦੇ 'ਚੋਂ ਅਸੀਂ 11 ਘੰਟੇ ਡਰਾਈਵ 'ਤੇ ਹਾਂ, ਬਾਕੀ ਔਨ ਐਂਡ ਆਫ ਡਿਊਟੀ ਲਗਾ ਕੇ 14 ਘੰਟੇ ਆਪਣੇ ਕੋਲ ਟਰੱਕ ਚਲਾਉਣ ਦਾ ਟਾਈਮ ਹੁੰਦਾ। ਸੋ ਬਲੂਟੂਥ ਹਰ ਬੰਦੇ ਦੇ ਕੰਨ ਨੂੰ ਲੱਗਿਆ। ਅਗਰ ਪੂਰੀ ਦੁਨੀਆ 'ਚੋਂ ਕੋਈ ਧੀ ਭੈਣ, ਕੋਈ ਵੀਰ ਤੁਹਾਨੂੰ ਫੋਨ ਕਰਕੇ ਇਹ ਪੁੱਛਦਾ ਕਿ ਵੀਰ ਜੀ ਤੁਸੀਂ ਕੈਨੇਡਾ ਕਿੱਦਾਂ ਗਏ ਸੀ, ਤੁਸੀਂ ਮੈਨੂੰ ਦੱਸ ਸਕਦੇ? ਤੁਸੀਂ ਸਟੀਅਰਿੰਗ ਫੜ ਕੇ ਬੈਠੇ ਹੋ ਔਰ ਹੱਥਾਂ ਪੈਰ ਨਾਲ ਗੱਡੀ ਚੱਲ ਰਹੀ ਹੈ। ਮੈਂ ਪਹਿਲਾਂ ਕਿਹਾ ਕਿ ਹੱਥ ਪੈਰ ਸਿਓ ਕੰਮ ਕਾਰ ਚਿਤਨਰੰਜਨ ਨਾਲ ਵੀ ਹੱਥਾਂ ਪੈਰ ਨਾਲ ਟਰੱਕ ਚੱਲ ਰਿਹਾ, ਤੁਹਾਡਾ ਜ਼ੁਬਾਨ ਨਾਲ ਤਾਂ ਨਹੀਂ ਚੱਲ ਰਿਹਾ। ਸੋ ਤੁਸੀਂ ਜ਼ੁਬਾਨ ਹਿਲਾਉਣੀ ਹੈ, ਤੁਸੀਂ ਸਿਰਫ ਗਾਈਡ ਕਰਨਾ ਕਿ ਵੀਰ ਜੀ ਮੈਂ ਪਹਿਲਾਂ ਇੱਦਾਂ ਕਿਸੇ ਗਲਫ ਕੰਟਰੀ 'ਚ ਗਿਆ, ਉੱਥੇ ਜਾ ਕੇ ਮੈਂ ਲਾਇਸੈਂਸ ਬਣਾਇਆ, 2 ਸਾਲ ਐਕਸਪੀਰੀਅੰਸ ਗੇਨ ਕੀਤਾ, ਫਲਾਂ ਕਾਗਜ਼ ਤਿਆਰ ਕੀਤੇ, ਆਪਣੀ ਪੇ ਸਲਿੱਪਾਂ ਸੰਭਾਲ ਕੇ ਰੱਖੀਆਂ, ਆਪਣਾ ਐਕਸਪੀਰੀਅੰਸ ਲੈਟਰ ਬਣਵਾਇਆ, ਉਹਦੇ ਵਿੱਚ ਆਹ ਲਿਖਵਾਇਆ। ਅਗਰ ਤੁਸੀਂ ਗਾਈਡ ਕਰਦੇ ਹੋ, ਸਿਰਫ ਜ਼ੁਬਾਨ ਹਿਲਾਉਣੀ ਹੈ, ਤੁਸੀਂ ਆਪਣੀ ਜੇਬ 'ਚ ਕੱਢ ਕੇ ਕੋਈ ਡਾਲਰ ਨਹੀਂ ਦੇ ਰਹੇ ਹੋ। ਸੋ ਮਤਲਬ ਹੈਲਪ ਕਰਨ ਦੀ ਬਜਾਏ 3-3 ਸਾਲ ਜਿਨ੍ਹਾਂ ਲੋਕਾਂ ਦੇ ਅਸੀਂ ਮਤਲਬ -40 ਦੇ ਵਿੱਚ ਸਨੋ ਪੈਂਦੀ ਦੇ ਵਿੱਚ ਖੜ੍ਹ ਕੇ ਬਾਹਰ ਅਸੀਂ ਉਹਨਾਂ ਦੀ ਹੈਲਪ ਕੀਤੀ, ਉਹਨਾਂ ਦੇ ਫੋਨ ਸੁਣੇ, ਉਹਨਾਂ ਨੂੰ ਗਾਈਡ ਕੀਤਾ ਹੈ, ਉਹ ਲੋਕ ਕੈਨੇਡਾ ਪਹੁੰਚ ਕੇ ਬਲੌਕ ਕਰ ਜਾਂਦੇ ਹੈ। ਸੋ ਉਹ ਫਿਰ ਦੁੱਖ ਲੱਗਦਾ ਹੈ ਕਿ ਯਾਰ ਅਸੀਂ 3 ਸਾਲ ਦਿਨ ਰਾਤ ਤੇਰੇ ਵਾਸਤੇ ਖੜ੍ਹੇ ਰਹੇ, ਹੁਣ ਜਦੋਂ ਤੂੰ ਉੱਥੇ ਕਿਤੇ ਟਿਕਾਣੇ ਸਿਰ ਪਹੁੰਚ ਗਏ ਹੈ, ਅਸੀਂ ਤੇਰੇ ਤੋਂ ਇਹ ਨਹੀਂ ਕਹਿ ਰਹੇ ਕਿ ਤੂੰ ਸਾਨੂੰ ਜਿਹੜੇ ਡਾਲਰ ਕਮਾਉਣੇ ਤੂੰ ਸਾਨੂੰ ਦੇ। ਅਸੀਂ ਤੈਨੂੰ ਸਿਰਫ ਇੰਨੀ ਗੱਲ ਕਹਿ ਰਹੇ ਹਾਂ, ਤੁਹਾਨੂੰ ਸਿਰਫ ਇੰਨੀ ਗੱਲ ਕਹਿ ਰਹੇ ਹਾਂ ਕਿ ਤੁਸੀਂ ਸਾਡੀ ਮਦਦ ਲੈ ਕੇ ਆਏ, ਤੁਸੀਂ ਇਹਦੇ ਬਦਲੇ ਤੁਸੀਂ ਦੂਸਰੇ ਦੀ ਮਦਦ ਕਰ ਦਿਓ। ਲੇਕਿਨ ਐਸਾ ਬਹੁਤ ਘੱਟ ਹੈ, ਬਹੁਤ ਘੱਟ ਹੈ। ਚਾਹੇ ਕੋਈ ਇੱਥੋਂ ਦੁਬਈ ਜਾ ਰਿਹਾ ਹੈ, ਚਾਹੇ ਕੋਈ ਕਿਸੇ ਵੀ ਗਲਫ ਕੰਟਰੀ ਜਾ ਰਿਹਾ ਹੈ, ਚਾਹੇ ਕੈਨੇਡਾ ਆ ਰਿਹਾ, ਅਮਰੀਕਾ ਆ ਰਿਹਾ, ਕਿਸੇ ਵੀ ਕੰਟਰੀ 'ਚ ਆ ਰਿਹਾ, ਜਿਹੜਾ ਵੀ ਬੰਦਾ ਹੈਲਪ ਲੈ ਕੇ ਜਾ ਰਿਹਾ, ਕੋਸ਼ਿਸ਼ ਉਹਨਾਂ ਦੀ ਇਹ ਰਹਿੰਦੀ ਹੈ ਕਿ ਬਸ ਜਿਸ ਦਿਨ ਮੇਰਾ ਕੰਮ ਨਿਕਲ ਜਾਏ। ਹੁਣ ਮੈਂ ਤੁਹਾਨੂੰ ਰੀਸੈਂਟ ਐਗਜ਼ਾਮਪਲ ਤੋਂ ਬਾਅਦ ਆਪਾਂ ਕਲੋਜ਼ ਕਰ ਦਿੰਦੇ ਹਾਂ। ਰੀਸੈਂਟ ਐਗਜ਼ਾਮਪਲ ਹੈ ਇੱਕ ਸਾਡੇ ਰਾਜਸਥਾਨੀ ਵੀਰ ਨੇ ਜੀ। ਤੁਸੀਂ ਇਹ ਦੇਖ ਲਓ ਕਿ ਇੱਕ ਦੁਬਈ ਦੇ ਵਿੱਚ ਉਹਨਾਂ ਤੋਂ ਕਿਸੇ ਏਜੰਟ ਨੇ ਜੋ ਹੈ ਪੈਸੇ ਲੈ ਲਏ ਔਰ ਉਸ ਏਜੰਟ ਦੇ ਬਾਰੇ ਉਹਨੇ ਸਾਨੂੰ ਦੱਸਿਆ ਕਿ ਇੱਦਾਂ ਵੀਰ ਜੀ ਮੇਰੇ ਪੈਸੇ ਲੈ ਲੈਣ, ਪੈਸੇ ਵਾਪਸ ਨਹੀਂ ਕਰ ਰਿਹਾ। ਉਸ ਟਾਈਮ ਮੇਰੇ ਗਰੁੱਪ ਦੇ ਵਿੱਚ 3000 ਵੀਰ ਸੀਗੇ। 3000 ਵੀਰਾਂ ਨੇ ਉਹਨੂੰ ਦਿਨ ਰਾਤ ਫੋਨ ਕੀਤਾ ਕਿ ਵੀ ਇਹ ਗਰੀਬ ਬੰਦਾ ਹੈ, ਤੂੰ ਇੰਨਾ ਇਹਦਾ ਪੈਸਾ ਲਿਆ, ਪੈਸਾ ਵਾਪਸ ਕਰ। ਚਲੋ ਪੈਸਾ ਵਾਪਸ ਆਇਆ ਨਹੀਂ ਆਇਆ, ਲੇਕਿਨ ਅਸੀਂ ਪੂਰਾ ਹਰ ਬੰਦੇ ਨੇ ਉਹਦਾ ਸਾਥ ਦਿੱਤਾ। ਉਹਦੇ ਬਾਅਦ ਇਹ ਕਰੋਨਾ ਦਾ ਪ੍ਰੋਬਲਮ ਚੱਲ ਗਈ, ਉਹ ਇੰਡੀਆ ਆ ਗਿਆ। ਉਹਦਾ ਇੱਕ ਵਾਰ ਰਿਫਿਊਜ਼ਲ ਆਇਆ ਕੈਨੇਡਾ ਦਾ, ਦੂਜੀ ਵਾਰ ਉਹਦਾ ਕੈਨੇਡਾ ਦਾ ਜਦੋਂ ਅਪਰੂਵਲ ਆਇਆ ਉਹਨੂੰ ਇਹ ਸਮਝ ਨਾ ਆਵੇ ਕਿ VFS ਸਾਰੇ ਇੰਡੀਆ ਦੇ ਵਿੱਚ ਬੰਦ ਨੇ, ਹੁਣ ਮੈਂ ਕੀ ਕਰਾਂ। ਫਿਰ 1 ਸਾਲ ਬਾਅਦ ਉਹਨੇ ਫੋਨ ਕੀਤਾ। ਮੈਂ ਕਿਹਾ ਯਾਰ ਤੈਨੂੰ 1 ਸਾਲ ਪਹਿਲਾਂ ਜਦੋਂ ਲੋੜ ਸੀ, ਜਦੋਂ ਤੇਰੇ ਪੈਸੇ ਫਸੇ ਸੀ, ਤੂੰ ਉਦੋਂ ਫੋਨ ਕੀਤਾ ਸੀ।
ਤੇ ਅਸੀਂ ਤੇਰੇ ਪਿੱਛੇ 3000 ਬੰਦੇ ਖੜੇ ਹੋ ਗਏ। ਹੁਣ ਉਹ 3000 ਬੰਦਿਆਂ ਦਾ ਫਿਰ ਤੁਹਾਨੂੰ ਹੈਲਪ ਚਾਹੀਦੀ, ਦੱਸੋ ਕੀ ਚਾਹੀਦਾ? ਕਹਿੰਦਾ ਜੀ ਇੱਦਾਂ ਮੇਰੀ ਅਪਰੂਵਲ ਆ ਗਈ ਹੈ ਤੇ VFS ਸੈਂਟਰ ਜਿਹੜਾ ਨਾ ਇੰਡੀਆ 'ਚ ਬੰਦ ਨੇ, ਮੈਂ ਆਪਣੇ ਬਾਇਓਮੈਟ੍ਰਿਕਸ ਕਰਾਉਣੇ ਆ, ਉਹ ਕਿੱਦਾਂ ਕਰਾਵਾਂ? ਮੈਂ ਕਿਹਾ ਤੇਰੇ ਕੋਲ ਤੂੰ ਦੁਬਈ ਕੰਮ ਕਰਦਾ, ਦੁਬਈ ਦਾ ਤੇਰੇ ਕੋਲ ਵੀਜ਼ਾ, ਤੂੰ ਜਾ ਕੇ VFS ਸੈਂਟਰ ਉੱਥੇ ਕਰਵਾ ਲੈ। ਦੇਖੋ ਮੇਰੇ ਕਹੇ ਤੇ ਦੁਬਈ ਗਿਆ, ਦੁਬਈ ਜਾ ਕੇ VFS ਸੈਂਟਰ 'ਚ ਉਹਨੇ ਆਪਣੇ ਪ੍ਰਿੰਟਸ ਕਰਾਏ। ਅੱਜ ਕੈਨੇਡਾ ਪਹੁੰਚਾਇਆ, ਕੈਨੇਡਾ ਪਹੁੰਚਾਇਆ। ਮੈਂ ਕਿਹਾ ਹੁਣ ਤੂੰ ਤੇਰੀ ਇੱਕ ਜਰਨੀ ਹੈ ਉਹ ਪੂਰੀ ਕੰਪਲੀਟ ਹੋ ਗਈ। ਤੂੰ ਇੰਡੀਆ ਤੋਂ ਦੁਬਈ ਗਿਆ, ਜਾ ਕੇ ਆਪਣਾ ਐਕਸਪੀਰੀਅੰਸ ਗੇਨ ਕੀਤਾ, ਉੱਥੇ ਜੋ ਚੀਜ਼ਾਂ ਚਾਹੀਦੀਆਂ ਸੀ ਸਾਰੀਆਂ ਇਕੱਠੀਆਂ ਕੀਤੀਆਂ। ਫਿਰ ਆਪਾਂ ਜਦੋਂ ਤੂੰ ਡਾਊਨ ਟਾਈਮ ਸੀਗਾ, ਜਦੋਂ ਤੇਰੇ ਪੈਸੇ ਮਾਰ ਰਹੇ ਸੀ, ਉਦੋਂ ਵੀ ਆਪਾਂ ਤੇਰੇ ਪਿੱਛੇ ਖੜੇ ਰਹੇ। ਫਿਰ ਜਦੋਂ ਤੂੰ ਬਾਇਓਮੈਟ੍ਰਿਕਸ ਕਰਾਉਣੇ ਸੀ, ਉਦੋਂ ਵੀ ਆਪਾਂ ਤੇਰੇ ਪਿੱਛੇ ਖੜੇ ਰਹੇ, ਤੇਰੀ ਹੈਲਪ ਕੀਤੀ, ਤੈਨੂੰ ਦੱਸਿਆ, ਗਾਈਡ ਕੀਤਾ, ਤੂੰ ਦੁਬਈ ਜਾ ਕੇ ਸਾਰਾ ਕੁਝ ਕੀਤਾ। ਹੁਣ ਤੂੰ ਕੈਨੇਡਾ ਪਹੁੰਚ ਆਇਆ, ਤੂੰ ਦੂਜਿਆਂ ਨੂੰ ਅਵੇਅਰ ਕਰ ਸਕਦਾ, ਤੂੰ ਇੱਕ ਵੀਡੀਓ ਬਣਾ ਕੇ ਦੂਜਿਆਂ ਨੂੰ ਦੱਸ ਸਕਦਾ ਕਿ ਮੈਂ ਇੱਕ ਪੂਰੀ ਜਰਨੀ ਜੋ ਇੱਕ ਮੇਰਾ ਸਰਕਲ ਹੈ ਉਹ ਮੈਂ ਕਿੱਦਾਂ ਕੀਤਾ, ਕਿਹੜੇ ਕਾਗਜ਼ ਮੈਂ ਤਿਆਰ ਕੀਤੇ। ਕਿਉਂਕਿ ਟਾਈਮ ਟੂ ਟਾਈਮ ਕਾਗਜ਼ ਚੇਂਜ ਹੁੰਦੇ ਰਹਿੰਦੇ ਨੇ, ਕਦੇ ਗਵਰਨਮੈਂਟ ਕੁਝ ਰੂਲ ਲੈ ਕੇ ਲਾਉਂਦੀ ਹੈ, ਕਦੇ ਕਿਹੜਾ ਕਾਗਜ਼ ਚਾਹੀਦਾ, ਕਿਹੜਾ। ਮੈਂ ਕਿਹਾ ਤੂੰ ਰੀਸੈਂਟ ਸਭ ਤੋਂ ਪਹਿਲਾਂ ਹੁਣ ਆਇਆ, ਤੂੰ ਰੀਸੈਂਟ ਟਾਈਮ ਦੇ ਵਿੱਚ ਕਰੋਨਾ ਦੇ ਵਿੱਚ ਤੂੰ ਆਇਆ, ਸੋ ਪਲੀਜ਼ ਤੂੰ ਸਾਹਮਣੇ ਆ ਕੇ ਸਭ ਨੂੰ ਗਾਈਡ ਕਰ। ਕਹਿੰਦਾ ਜੀ ਭਾਈ ਸਾਹਿਬ ਥੋੜਾ ਟਾਈਮ ਮਿਲ ਜਾਏ ਤਾਂ ਮੈਂ ਕਰਤਾ ਹੂੰ। ਮੈਂ ਕਿਹਾ ਠੀਕ ਹੈ। ਸੋ ਉਸ ਚੀਜ਼ ਨੂੰ ਅੱਜ ਮੈਨੂੰ ਲੱਗਦਾ ਕਿ ਆਲਮੋਸਟ 8 ਮਹੀਨੇ ਹੋ ਗਏ ਨੇ। ਫਿਰ ਇਸ ਦੌਰਾਨ ਮੈਂ 4-5 ਮਹੀਨੇ ਬਾਅਦ ਫਿਰ ਮੈਸੇਜ ਕੀਤਾ, मैं क्या लाइसेंस? कहता हाँ लाइसेंस बन गया, जिस दिन मैं ट्रक की सीट पे बैठूंगा उस दिन बनाऊंगा। हूँ मेरे फोन के स्क्रीनशॉट पे और ट्रक की सीट पर बैठा, ट्रक भी चलाता है, लेकिन दूसरे वास्ते टाइम नहीं है। मतलब ਅਸੀਂ ਉਸ ਬੰਦੇ ਵਾਸਤੇ 3 ਸਾਲ ਖੜੇ ਰਹੇ ਹਾਂ ਤੇ ਅੱਜ ਉਹ 8 ਮਹੀਨੇ ਤੋਂ ਕੈਨੇਡਾ 'ਚ ਬੈਠਾ, ਲਾਇਸੈਂਸ ਬਣਾ ਕੇ ਟਰਾਲਾ ਚਲਾ ਰਿਹਾ, ਲੇਕਿਨ ਦੂਸਰਿਆਂ ਵਾਸਤੇ ਟਾਈਮ ਨਹੀਂ ਹੈ। ਇਹ ਚੀਜ਼ ਜਿੰਨੇ ਵੀ ਵੀਰ ਭਰਾ ਜਿਹੜੇ ਸਾਡੇ ਵੀਡੀਓਜ਼ ਦੇਖਦੇ ਨੇ, ਚਾਹੇ ਉਹ ਇੰਡੀਆ ਤੋਂ ਗਲਫ 'ਚ ਗਏ ਨੇ ਜਾਂ ਗਲਫ ਤੋਂ ਕੈਨੇਡਾ ਆਏ ਨੇ, ਉਹ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਸਾਡੇ ਤੋਂ ਹੈਲਪ ਲੈ ਕੇ ਜਾਂਦੇ ਹੋ, ਅਸੀਂ ਇਹ ਨਹੀਂ ਕਹਿੰਦੇ ਕਿ ਸਵੇਰੇ ਉੱਠ ਕੇ ਡੇਲੀ ਸਲੂਟ ਮਾਰੋ, ਲੇਕਿਨ ਬੇਨਤੀ ਹੈ ਕਿ ਦੂਜਿਆਂ ਦੇ ਵੀ ਕੰਮ, ਅਗਰ ਅਸੀਂ ਤੁਹਾਡੇ ਕੰਮ ਆਏ ਹਾਂ, ਤੁਸੀਂ ਓਨੀ ਕੀ ਹੈਲਪ ਕਿਸੇ ਹੋਰ ਦੀ ਕਰ ਦਿਓ, ਬਸ ਸਾਡੀ ਇੰਨੀ ਕੀ ਹੀ ਦਰਕਾਰ ਹੈ। ਔਰ ਇੱਕ ਲਾਸਟ ਦੇ ਵਿੱਚ ਮੈਂ ਮੈਸੇਜ ਦੇਣਾ ਚਾਹੂੰਗਾ ਜੇਟਲੀ ਜੀ ਕਿ ਜਿੰਨੀਆਂ ਵੀ ਧੀਆਂ ਭੈਣਾਂ ਨੇ ਜਿਨ੍ਹਾਂ ਨੂੰ ਇਹ ਦੱਸਿਆ ਜਾਂਦਾ ਕਿ ਗਲਫ ਦੇ ਵਿੱਚ ਤੁਹਾਨੂੰ ਮਾਲ ਦੇ ਵਿੱਚ ਨੌਕਰੀ ਮਿਲੇਗੀ, ਐਸਾ ਕੁਝ ਨਹੀਂ ਹੁੰਦਾ। ਜਿੰਨੀਆਂ ਵੀ ਘੱਟ ਪੜ੍ਹੀਆਂ ਲਿਖੀਆਂ ਕੁੜੀਆਂ ਨੇ, ਅਗਰ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਜਾ ਕੇ ਉਹਨਾਂ ਨੂੰ ਮਾਲ ਦੇ ਵਿੱਚ ਜੌਬ ਮਿਲ ਜਾਏਗੀ, ਐਸਾ ਬਿਲਕੁਲ ਨਹੀਂ ਹੈ। ਸੋ ਪਲੀਜ਼ ਗਲਫ ਦੇ ਵਿੱਚ ਐਜ਼ ਏ ਹਾਊਸਮੇਡ, ਘਰ ਦੇ ਵਿੱਚ ਨੌਕਰਾਨੀ ਦੇ, ਘਰੇਲੂ ਨੌਕਰਾਨੀ ਦੇ ਕੰਮ ਵਾਸਤੇ ਤੁਸੀਂ ਵਰਕ ਪਰਮਿਟ ਤੇ ਨਾ ਜਾਓ। ਦੂਸਰਾ, ਅਗਰ ਤੁਹਾਨੂੰ ਕੋਈ ਕਹਿੰਦਾ ਹੈ ਕਿ ਮਾਲ ਦੇ ਵਿੱਚ ਤੁਹਾਨੂੰ ਕੰਮ ਮਿਲੇਗਾ ਤਾਂ ਉਹ ਬਿਲਕੁਲ ਝੂਠ ਕਹਿ ਰਿਹਾ, ਉਹ ਐਸਾ ਕਿ ਤੁਹਾਨੂੰ ਕੰਮ ਨਹੀਂ ਮਿਲੇਗਾ। ਤੁਹਾਡੇ ਨਾਲ ਹਮੇਸ਼ਾ ਹੀ ਪਹਿਲੀ ਕੋਸ਼ਿਸ਼ ਇਹ ਹੋਏਗੀ ਕਿ ਤੁਹਾਨੂੰ ਜੋ ਹੈ ਗਲਤ ਕੰਮ ਵਾਸਤੇ ਮਤਲਬ ਪ੍ਰੇਰਿਤ ਕੀਤਾ ਜਾਏਗਾ, ਔਰ ਤੁਹਾਨੂੰ ਫੋਰਸ ਵੀ ਕਰਨਗੇ, ਮਾਰਨ ਕੁੱਟਣਗੇ ਵੀ, ਭੁੱਖਾ ਵੀ ਰੱਖਣਗੇ, ਤੁਹਾਡੇ ਨਾਲ ਹਰ ਜੈਨੀ ਔਰ ਮਾਨਸਿਕ ਤਸ਼ੱਦਦ ਕੀਤਾ ਜਾਏਗਾ। ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ, ਔਰ ਇੱਕ ਸਪੈਸ਼ਲ ਬੇਨਤੀ ਉਹਨਾਂ ਭੈਣਾਂ ਨੂੰ ਹੈ ਜਿਹੜੀਆਂ ਥੋੜ੍ਹੀਆਂ ਬਹੁਤ ਉੱਥੇ ਸੈੱਟ ਨੇ ਔਰ ਉਹ ਦਲਾਲੀ ਕਰਦੀਆਂ ਨੇ। ਉਹ ਸਾਰੀਆਂ ਭੈਣਾਂ ਨੂੰ ਮੈਂ ਇੰਨੀ ਕੁ ਬੇਨਤੀ ਕਰਨਾ ਚਾਹਾਂਗਾ ਕਿ ਯਾਦ ਰੱਖਿਓ, ਇਹ ਜਿਹੜਾ ਤੁਸੀਂ ਪੈਸਾ ਲਿਆ ਹੈ ਨਾ, ਤੇ ਇਹ ਜਿਹੜਾ ਪੈਸਾ 2 ਨੰਬਰ ਦਾ ਤੁਸੀਂ ਕਮਾਇਆ, ਇਹਦੇ ਨਾਲ ਤੁਹਾਡੇ ਧੀਆਂ ਪੁੱਤ ਰਾਜੀ ਰਹਿਣੇ ਨੇ ਤੇ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਸ਼ਮਾਰੀ ਵੀ ਆਏਗੀ, ਔਰ ਹਮੇਸ਼ਾ ਤੁਹਾਡੇ ਸਿਰ ਤੇ ਇੱਕ ਬੋਝ ਬਣਿਆ ਰਹੇਗਾ। ਜਾ ਕੇ ਜਵਾਬ ਦੇਣਾ ਪੈਣਾ, ਉਹਦਾ ਜਵਾਬ ਨਹੀਂ ਮਿਲੇਗਾ। ਸੋ ਬੇਨਤੀ ਹੈ ਕਿ ਇਦਾਂ ਆਪਣੀਆਂ ਜੋ ਪੰਜਾਬ ਦੀਆਂ ਧੀਆਂ ਭੈਣਾਂ ਨੇ ਜਾਂ ਜਿੱਥੇ ਵੀ ਕੋਈ ਇੰਡੀਆ ਦੀ ਕੋਈ ਧੀ ਭੈਣ ਬਾਹਰ ਫਸੀ ਹੈ, ਜਿਨਨੇ ਉਹਨੂੰ ਫਸਾਇਆ ਹੈ, ਕੁਝ ਵੀ ਹੈ, ਇਸ ਤਰ੍ਹਾਂ ਅਸੀਂ ਇੱਕ ਦੂਜੇ ਦਾ ਐਕਸਪਲੋਇਟੇਸ਼ਨ ਨਾ ਕਰੀਏ, ਔਰ ਕੋਸ਼ਿਸ਼ ਕਰੀਏ ਕਿ ਅਗਰ ਅਸੀਂ ਮਤਲਬ ਕੁਝ ਨਹੀਂ ਕਰ ਸਕਦੇ ਤਾਂ ਇੱਕ ਟਵੀਟ ਦੇ ਮਾਧਿਅਮ ਦੇ ਰਾਹੀਂ ਜਾਂ ਅਵੇਅਰਨੈਸ ਦੇ ਮਾਧਿਅਮ ਦੇ ਰਾਹੀਂ ਜਿਹੜਾ ਵੀ ਨਿਕਲ ਕੇ ਆਉਂਦਾ ਉਹ ਆਪਣਾ ਇੱਥੇ ਆ ਕੇ ਦੱਸੇ। ਪਰ ਸੁਣ ਕੇ ਬੜਾ ਧੱਕਾ ਲੱਗਿਆ ਭਾਜੀ, ਬੜੀ ਸ਼ਰਮ ਆਈ ਹੈ ਕਿ ਆਪਣੇ ਹੀ ਮੁਲਕ ਦੀਆਂ ਧੀਆਂ ਭੈਣਾਂ, ਆਪਣੇ ਹੀ ਮੁਲਕ ਦੀਆਂ ਧੀਆਂ ਭੈਣਾਂ ਦੇ ਨਾਲ ਕੀ ਕਰ ਰਹੀਆਂ। ਬਹੁਤ ਜਿੱਦਾਂ ਮੈਂ ਆਪਣੀ ਕਨਵਰਸੇਸ਼ਨ ਦੇ ਦੌਰਾਨ ਵੀ ਦੱਸਿਆ ਕਿ ਸੱਕੀਆਂ ਮਤਲਬ ਸੱਕੇ ਮਾਮੇ ਦੀ ਬੇਟੀ ਨੇ ਮਤਲਬ ਆਪਣੀਆਂ ਭੈਣਾਂ ਨੂੰ ਬੁਲਾ ਕੇ ਔਰ ਉੱਥੇ ਮਤਲਬ ਦੋਨੋਂ ਗੁਰਸਿੱਖ ਧੀਆਂ ਸੀਗੀਆਂ, ਅਸੀਂ ਉਹਨੂੰ ਕਿੱਦਾਂ ਕੱਢਿਆ ਅਸੀਂ ਜਾਣਦੇ ਹਾਂ। ਲੇਕਿਨ ਬਹੁਤ ਦੁੱਖ ਇਸ ਗੱਲ ਦਾ ਜ਼ਰੂਰ ਹੈ ਕਿ ਇੱਕ ਤਾਂ ਐਕਸਪਲੋਇਟੇਸ਼ਨ ਕਰਨ ਵਾਲੇ, ਚਲੋ ਉਹਨਾਂ ਦਾ ਤਾਂ ਕੰਮ ਹੈ, ਉਹ ਤਾਂ ਕਰਦੇ ਹੀ ਨੇ, ਲੇਕਿਨ ਸਾਡੇ ਲੋਕ ਖੁਦ ਉਹਨਾਂ ਨਾਲ ਰਲ ਕੇ ਕਰਦੇ ਨੇ ਥੋੜ੍ਹੇ ਜਿਹੇ ਪੈਸਿਆਂ ਪਿੱਛੇ ਕਿ ਮੇਰਾ 200 ਦਰਾਮ ਬਣ ਜਾਏਗਾ, 500 ਦਰਾਮ ਬਣ ਜਾਏਗਾ। ਸੋ ਇਹ ਕੰਮ ਨਾ ਕੀਤਾ ਜਾਏ, ਇਹ ਮੇਰੀ ਹੱਥ ਜੋੜ ਕੇ ਬੇਨਤੀ। ਇਹ ਮਰੀ ਹੋਈ ਇਨਸਾਨੀਅਤ ਦੀਆਂ ਮਿਸਾਲਾਂ ਨੇ, ਪਰ ਜੋ ਤੁਸੀਂ ਕਰ ਰਹੇ ਹੋ ਇਹ ਜਿੰਦੀ ਜਾਗਦੀ ਮਿਸਾਲ ਹੈ ਕਿ ਇਨਸਾਨ ਆਪਣੇ ਲਈ ਹਰ ਕੋਈ ਜਿਉਂਦਾ, ਆਪਣੇ ਲਈ ਹਰ ਅਸੀਂ ਉਹ ਐਫਰਟ ਕਰਦੇ ਹਾਂ, ਆਪਣੇ ਬੱਚਿਆਂ ਦੇ ਲਈ ਕਰਦੇ ਹਾਂ, ਪਰਿਵਾਰ ਦੇ ਲਈ ਕਰਦੇ ਹਾਂ, ਪਰ ਹੋਰਾਂ ਦੇ ਲਈ ਜ਼ਿੰਦਗੀ ਜੀਣਾ ਕੋਈ ਹਰਨੇਕ ਸਿੰਘ ਰੰਧਾਵਾ ਤੋਂ ਸਿੱਖੇ। ਤਾਂ ਇਨਸਾਨੀਅਤ ਦੀ ਇੱਕ ਜਿੰਦੀ ਜਾਗਦੀ ਮਿਸਾਲ ਜਿਨ੍ਹਾਂ ਨੇ ਅੱਜ ਤੁਹਾਨੂੰ ਬਹੁਤ ਕੁਝ ਦੱਸਿਆ, ਕਹਾਣੀਆਂ ਸੁਣਾਈਆਂ ਨੇ, ਉਹ ਕਿੱਸੇ ਸੁਣਾਏ ਨੇ ਜੋ ਅੱਜ ਸਾਂਝੇ ਕਰਨੇ ਡੇਲੀ ਪੋਸਟ ਪੰਜਾਬੀ ਦੇ ਮਾਧਿਅਮ ਰਾਹੀਂ ਸਾਂਝੇ ਕਰਨੇ ਬੇहद ਲਾਜ਼ਮੀ ਸਨ। ਤਾਂ ਸਾਡੀ ਪੂਰੀ ਕੋਸ਼ਿਸ਼ ਸੀਗੀ ਤੇ ਉਮੀਦ ਹੈ ਕਿ ਇਸ ਅਵੇਅਰਨੈਸ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਮਦਦ ਹੋਏਗੀ, ਬਹੁਤ ਸਾਰੀਆਂ ਜ਼ਿੰਦਗੀਆਂ ਬਚਣਗੀਆਂ। ਤਾਂ ਇਸ ਖਾਸ ਪੇਸ਼ਕਸ਼ ਫਿਲਹਾਲ ਇਹਨਾਂ ਹੀ ਹਰਨੇਕ ਸਿੰਘ ਰੰਧਾਵਾ ਜੀ ਦਾ ਬਹੁਤ ਬਹੁਤ ਧੰਨਵਾਦ ਡੇਲੀ ਪੋਸਟ ਪੰਜਾਬੀ ਦੇ ਵਿਹੜੇ ਆਉਣ ਲਈ। ਮੈਨੂੰ ਦਿਓ ਇਜਾਜ਼ਤ, ਧੰਨਵਾਦ। ਇਹ ਮੇਰੇ ਏਜੰਟ ਦਾ ਨਾਂ ਹੈਗਾ ਰੀਤੂ, ਇੱਕ ਜਿਹੜਾ ਇਹ ਬੰਬੇ ਆ ਉਹਦਾ ਨਾਂ ਹੈਗਾ ਅਹਿਮਦ। ਸਾਨੂੰ ਝੂਠ ਬੋਲ ਕੇ ਸਿੰਗਾਪੁਰ ਦਾ ਕਹਿ ਕੇ ਸਊਦੀ ਵਿੱਚ ਫਸਾਇਆ ਗਿਆ ਵਾ। ਉਹਨੇ ਮੇਰੇ ਬਿਨਾਂ ਪੁੱਛੇ ਵੀਜ਼ਾ ਟਿਕਟ ਮੰਗਵਾਇਆ, ਉਹ ਕਹਿੰਦੀ ਤੈਨੂੰ ਇੱਥੇ ਕੁਝ ਵੀ ਹੁੰਦਾ ਮੇਰੀ ਜ਼ਿੰਮੇਵਾਰੀ ਹੈ, ਮੈਂ ਤੈਨੂੰ ਵਾਪਸ ਮੰਗਵਾਉਂਗੀ। ਇੱਥੇ ਆ ਕੇ ਮੈਂ ਫਿਰ ਜ਼ਿਆਦਾ ਬਿਮਾਰ ਹੋ ਗਈ, ਮੇਰੇ ਖੂਨ 'ਚ ਟਾਈਫਾਇਡ ਸੀਗਾ। ਇੱਥੇ ਆ ਕੇ ਫਿਰ ਮੈਨੂੰ